Yes, please. Good morning, everyone. Let us start. Good Good morning, Ji. Morning, morning. Let us start. Today we discuss NAPSILA examination paper number 1, Land Revenue Act. ਪਿੱਛੇ ਅਸੀਂ ਪੜਿਆ ਸੀਗਾ ਚੈਪਟਰ ਨੰਬਰ 4, ਰਾਈਟਸ ਆਫ ਦਾ ਗਵਰਨਮੈਂਟ। ਥੋੜਾ ਇਸ ਨੂੰ ਅਸੀਂ ਇੱਕ ਵਾਰੀ ਰਿਵਾਈਜ਼ ਕਰਾਂਗੇ, ਦੈਨ ਵੀ ਵਿਲ ਮੂਵ ਫਰਦਰ। ਰਾਈਟਸ ਆਫ ਦਾ ਗਵਰਨਮੈਂਟ ਕੀ ਹੁੰਦੇ ਆ? सेक्शन 41 अपनी बुक से निकाल लो जी। सेक्शन 41 ਰਾਈਟਸ ਆਫ ਦਾ ਗਵਰਨਮੈਂਟ ਇਨ ਮਾਈਨਸ ਐਂਡ ਮਿਨਰਲਸ। ਜਿੱਥੇ ਵੀ ਕਿਤੇ ਕਿਸੇ ਵੀ ਲੈਂਡ ਓਨਰ ਦੀ ਖੇਤ ਦੇ ਵਿੱਚ, ਲੈਂਡ ਓਨਰ ਦੀ ਲੈਂਡ ਦੇ ਵਿੱਚ ਕਿਤੇ ਵੀ ਕੋਈ ਮਾਈਨਸ ਨਿਕਲਦੇ ਆ ਜਾਂ ਮਿਨਰਲਸ ਨਿਕਲਦੇ ਆ, ਮੈਟਲ, ਕੋਲ, ਅਰਥ ਦੇ ਵਿੱਚ ਆਇਲ ਨਿਕਲਦਾ, ਕੋਈ ਗੋਲਡ ਦੀ ਮਾਈਨਿੰਗ ਨਿਕਲ ਜਾਂਦੀ ਹੈ, ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਮਿਨਰਲਸ ਦਾ ਨਿਕਲ ਜਾਂਦੇ ਨੇ, ਤਾਂ ਜਿਹੜੀ ਸਰਕਾਰ ਦਾ ਫਸਟ ਰਾਈਟ ਉਸ ਲੈਂਡ ਦੇ ਉੱਪਰ ਗਵਰਨਮੈਂਟ ਦਾ ਹੋ ਜਾਂਦਾ ਹੈ। ਉਹ ਗਵਰਨਮੈਂਟ ਪ੍ਰਾਪਰਟੀ ਮੰਨੀ ਜਾਂਦੀ ਹੈ। ਬੇਸ਼ੱਕ ਉਹਦੇ ਜਿਹੜੇ ਮਾਈਨਿੰਗ ਐਕਟ ਦੇ ਤਹਿਤ ਉਸ ਵਿਅਕਤੀ ਨੂੰ ਕੰਪਨਸੇਟ ਗਵਰਨਮੈਂਟ ਵੱਲੋਂ ਕੀਤਾ ਜਾਂਦਾ ਹੈ, ਪਰ ਉਸ ਵੇਲੇ ਸਾਰੇ ਰਾਈਟਸ ਜਿਹੜੇ ਉਸ ਲੈਂਡ ਦੇ ਉੱਪਰ ਹੁੰਦੇ ਨੇ ਗਵਰਨਮੈਂਟ ਦੇ ਆ ਜਾਂਦੇ ਨੇ। ਗਵਰਨਮੈਂਟ ਆਪਣੇ ਤਰੀਕੇ ਦੇ ਨਾਲ ਉਸ ਪ੍ਰਾਪਰਟੀ ਨੂੰ ਯੂਟਿਲਾਈਜ਼ ਕਰਦੀ ਹੈ, ਉਹਦੀ ਮਾਈਨਿੰਗ ਕਰਵਾਉਂਦੀ ਹੈ। ਠੀਕ ਹੈ ਜੀ, ਚਾਹੇ ਕੋਲਾ ਹੋਵੇ, ਮੈਟਲ ਹੋਵੇ, ਆਇਲ ਹੋਵੇ, ਗੋਲਡ ਵਾਸ਼ਿੰਗ ਹੋਵੇ, ਕੋਈ ਵੀ ਮਾਈਨਿੰਗ ਹੋ ਸਕਦੀ ਹੈ ਤੇ ਗਵਰਨਮੈਂਟ ਦਾ ਉਸ ਤੇ ਰਾਈਟ ਹੋ ਜਾਂਦਾ ਹੈ, ਤੇ ਬੇਸ਼ੱਕ ਉਹ ਕਿਸੇ ਵੀ ਲੈਂਡ ਓਨਰ ਦੀ ਜ਼ਮੀਨ ਹੁੰਦੀ ਹੈ। Then deemed to be the property of the government have all the powers of the government right to enjoy। ਸਰਕਾਰ ਆਪਣੇ ਤਰੀਕੇ ਦੇ ਨਾਲ, ਆਪਣੇ ਹਿਸਾਬ ਦੇ ਨਾਲ, ਆਪਣੇ ਢੰਗ ਦੇ ਨਾਲ ਉਸ ਪ੍ਰਾਪਰਟੀ ਦੇ ਉੱਪਰ ਜੋ ਮਾਈਨਿੰਗ ਹੈਗਾ ਉਹ ਕਰਵਾਦੀ ਹੈ। ਸੈਕਸ਼ਨ 42 ਕੀ ਹੈਗਾ? ਪ੍ਰਜੰਪਸ਼ਨਸ ਐਜ਼ ਟੂ ਦਾ ਓਨਰਸ਼ਿਪ ਆਫ ਫੋਰੈਸਟ, ਕੁਆਰੀਜ਼ ਐਂਡ ਵੇਸਟਲੈਂਡ। ਅਸੀਂ ਦੇਖਦੇ ਹਾਂ, ਪਰ ਮੇਰੇ ਤਾਂ ਕਦੇ ਧਿਆਨ 'ਚ ਨਹੀਂ ਆਇਆ, ਰੈਵਨਿਊ ਰਿਕਾਰਡ ਦੇ ਵਿੱਚ ਇਦਾਂ ਦੀ ਕੋਈ ਗੱਲ ਮੈਂ ਤਾਂ ਨਹੀਂ ਦੇਖੀ ਕਦੇ। ਇਹ ਪੁਰਾਣੀ ਗੱਲਾਂ ਦੀ ਗੱਲ ਚੱਲ ਰਹੀ ਹੈ। ਪ੍ਰਜੰਪਸ਼ਨਸ ਐਜ਼ ਟੂ ਦਾ ਓਨਰਸ਼ਿਪ ਆਫ ਫੋਰੈਸਟ, ਕੁਆਰੀਜ਼ ਐਂਡ ਦਾ ਵੇਸਟਲੈਂਡ। ਜਿੱਥੇ ਕਿਤੇ ਕੋਈ ਖਤਾਨਾਂ ਦੇ ਨਾਲ ਲੱਗਦੀ, ਕਿਸੇ ਮਾਲਕ ਦੀ ਜ਼ਮੀਨ ਦੇ ਨਾਲ ਲੱਗਦੀ ਕੋਈ ਫੋਰੈਸਟ ਦੀ ਜ਼ਮੀਨ ਹੋਵੇ, ਜਾਂ ਕੋਈ ਖਤਾਨ ਖਤੂਨ ਵਗੈਰਾ ਹੋਣ, ਜਾਂ ਕੋਈ ਵੇਸਟਲੈਂਡ ਹੋਵੇ, ਤਾਂ ਉਹਦੀ ਪ੍ਰਜੂਮ ਕੀਤੀ ਜਾਂਦੀ ਹੈ ਵੀ ਉਹ ਸਰਕਾਰ ਦੀ ਹੋਏਗੀ। ਉਹਦੀ ਪ੍ਰਜੰਪਸ਼ਨ ਸਰਕਾਰ ਦੀ ਹੋਏਗੀ ਜਾਂ ਮਾਲਕਾਂ ਦੀ ਹੋਏਗੀ। ਕੋਈ ਲੈਂਡ ਰੈਵਨਿਊ ਰਿਕਾਰਡ ਦੇ ਵਿੱਚ ਐਂਟਰ ਨਹੀਂ ਹੋਈ ਵੀ, ਪਰ ਲੈਂਡ ਮੌਕੇ ਤੇ ਹੈਗੀ ਹੈ। ਠੀਕ ਹੈ, ਇਹ ਸੈਕਸ਼ਨ 42 ਕੀ ਕਹਿੰਦੀ ਹੈ ਵੀ ਉਹਨੂੰ ਕੀ ਪ੍ਰਜੂਮ ਕੀਤਾ ਜਾਵੇਗਾ, ਕਿ ਉਹ ਜ਼ਮੀਨ ਮਾਲਕ ਦੀ ਮੰਨੀ ਜਾਏਗੀ ਜਾਂ ਕਿ ਉਹ ਜ਼ਮੀਨ ਸਰਕਾਰ ਦੀ ਮੰਨੀ ਜਾਏਗੀ। ਸੈਕਸ਼ਨ 42 ਦੀ ਸਬਸੈਕਸ਼ਨ 1 ਦੇ ਵਿੱਚ ਕਿਹਾ ਗਿਆ, ਰਿਕਾਰਡ ਆਫ ਰਾਈਟਸ ਕੰਪਲੀਟਡ ਬਿਫੋਰ 18/11/1871। ਜੇਕਰ ਕੋਈ ਜਿਹੜਾ ਰੈਵਨਿਊ ਰਿਕਾਰਡ ਹੈ, ਜਮ੍ਹਾਂਬੰਦੀ ਬਣੀ ਵੀ ਹੈ 1871 ਤੋਂ ਪਹਿਲਾਂ ਕੋਈ ਜਮ੍ਹਾਂਬੰਦੀ ਬਣੀ ਵੀ ਹੈ, not expressing provided that any forest, ਉਹਦੇ ਵਿੱਚ ਕਿਤੇ ਐਂਟਰੀ ਦੇ ਵਿੱਚ, ਕਿਤੇ ਰਿਕਾਰਡ ਦੇ ਵਿੱਚ ਕਿਤੇ ਨਹੀਂ ਕਿਤੇ ਮੈਂਸ਼ਨ ਕੀਤਾ ਗਿਆ ਵੀ ਇਹ that particular land is of the government land। ਨਾ ਹੀ ਕਿਤੇ ਮਾਲਕ ਦੀ ਲੈਂਡ ਦਿਖਾਈ ਗਈ ਹੈ ਤੇ ਨਾ ਹੀ ਕਿਸੇ ਸਰਕਾਰ ਦੀ ਲੈਂਡ ਦਿਖਾਈ ਗਈ ਹੈ, ਪਰ ਲੈਂਡ ਮੌਕੇ ਤੇ ਕਿਤੇ ਹੈਗੀ ਹੈ, then it is presumed to be the government land। ਉਸ ਨੂੰ ਕਿਹਾ ਜਾਏਗਾ ਵੀ ਇਹ ਸਰਕਾਰ ਦੀ ਜ਼ਮੀਨ ਹੈਗੀ ਹੈ। ਨਾ ਤਾਂ ਮਾਲਕ ਦੀ ਦਿਖਾਈ ਗਈ ਹੈ, 18/11/1871 ਤੋਂ ਪਹਿਲਾਂ ਕੋਈ ਰਿਕਾਰਡ ਬਣਿਆ ਹੋਇਆ, ਜਮ੍ਹਾਂਬੰਦੀ ਬਣੀ ਹੋਈ ਹੈ, ਉਸ ਰਿਕਾਰਡ ਦੇ ਵਿੱਚ ਕਿਤੇ ਕੋਈ ਐਂਟਰੀ ਸ਼ੋ ਨਹੀਂ ਹੁੰਦੀ, then the land is presumed to be the government land। ਜੇਕਰ 18/11/71 ਤੋਂ ਬਾਅਦ ਦੀ ਗੱਲ ਕਰਦੇ ਹਾਂ ਅਸੀਂ, ਨੈਕਸਟ ਉਸ ਤੋਂ ਬਾਅਦ ਦੀ ਗੱਲ ਕਰਦੇ ਹਾਂ, ਕੋਈ ਉਸ ਤੋਂ ਬਾਅਦ ਜੇ ਕੋਈ ਰਿਕਾਰਡ ਤਿਆਰ ਹੋਇਆ ਹੋਇਆ ਹੈ, ਠੀਕ ਹੈ, ਤੇ ਲੈਂਡ ਮੌਕੇ ਤੇ ਹੈਗੀ ਹੈ, ਸਰਕਾਰ ਦੀ ਲੈਂਡ ਨਹੀਂ ਦਿਖਾਈ ਗਈ, ਨਾ ਹੀ ਮਾਲਕ ਦੀ ਲੈਂਡ ਦਿਖਾਈ ਗਈ ਹੈ ਵੀ ਇਹ ਮਾਲਕ ਦੀ ਜਾਂ ਗਵਰਨਮੈਂਟ ਦੀ ਲੈਂਡ ਹੈ, ਇਹ ਕਿਤੇ ਸ਼ੋ ਨਹੀਂ ਹੋਇਆ ਹੋਇਆ। 18/11/71 ਤੋਂ ਬਾਅਦ ਦੀ ਗੱਲ ਕਰਦੇ ਹਾਂ, then ਜਿਹੜੀ ਪ੍ਰਾਪਰਟੀ ਹੋਏਗੀ ਉਹ ਲੈਂਡ ਹੋਏਗੀ, that is to be presumed to the property of the land owner। ਤਾਂ ਉਹ ਜ਼ਮੀਨ ਮਾਲਕ ਦੀ ਹੋਈ, ਜਿਸ ਜ਼ਮੀਨ ਮਾਲਕ ਦੇ ਨਾਲ ਲੱਗਦੀ ਉਹ ਜ਼ਮੀਨ ਹੈਗੀ ਹੈ, ਕਿਤੇ ਉਹ ਰਿਕਾਰਡ ਦੇ ਵਿੱਚ ਸ਼ੋ ਹੋਣ ਤੋਂ ਰਹਿ ਗਈ, ਠੀਕ ਹੈ, ਪਰ ਗਵਰਨਮੈਂਟ ਪ੍ਰਾਪਰਟੀ ਨਹੀਂ ਲਿਖਿਆ ਗਿਆ ਰਿਕਾਰਡ ਦੇ ਵਿੱਚ, ਅਦਰਵਾਈਜ਼ ਉਹਦਾ ਰੈਵਨਿਊ ਰਿਕਾਰਡ ਬਣਨ ਤੋਂ ਰਹਿ ਗਿਆ, ਤਾਂ ਉਹ ਪ੍ਰਾਪਰਟੀ ਹੈਗੀ ਹੈ ਲੈਂਡ ਓਨਰ ਦੀ ਮੰਨੀ ਜਾਏਗੀ। ਸਬਸੈਕਸ਼ਨ 42 ਦਾ ਥਰਡ ਪਾਰਟ ਹੈਗਾ, ਪ੍ਰਜੰਪਸ਼ਨਸ ਕ੍ਰੀਏਟਡ ਬਾਈ ਸਬਸੈਕਸ਼ਨ 1 may be reverted by showing। ਜਿਹੜੀ ਸਬਸੈਕਸ਼ਨ 1 ਦੇ ਵਿੱਚ ਅਸੀਂ ਗੱਲ ਕੀਤੀ ਹੈ ਵੀ ਪ੍ਰਾਪਰਟੀ 18/11/71 ਤੋਂ ਪਹਿਲਾਂ ਕੋਈ ਰਿਕਾਰਡ ਤਿਆਰ ਹੋਇਆ ਸੀ, ਪਰ ਉਸ ਦੇ ਵਿੱਚ ਕੋਈ ਪ੍ਰਾਪਰਟੀ ਦਾ ਨਾਮ, ਮਾਲਕ ਦਾ ਨਾਮ ਕਿਤੇ ਸ਼ੋ ਨਹੀਂ ਕੀਤਾ ਗਿਆ, ਨਾ ਮਾਲਕ ਦੀ ਦਿਖਾਈ ਗਈ, ਨਾ ਸਰਕਾਰ ਦੀ ਦਿਖਾਈ ਗਈ, ਪਰ ਸਬਸੈਕਸ਼ਨ 1 ਕਹਿੰਦਾ ਹੈ that property is to be presumed to the government land। ਜੇ ਕੋਈ ਵਿਅਕਤੀ ਕਹਿੰਦਾ ਵੀ ਨਹੀਂ ਇਹ ਸਰਕਾਰ ਦੀ ਜ਼ਮੀਨ ਨਹੀਂ ਹੈਗੀ, ਇਹ ਤਾਂ ਮੇਰੀ ਮਾਲਕੀ ਹੈ, ਮੈਂ 20 ਸਾਲ ਤੋਂ 30 ਸਾਲ ਤੋਂ ਬੰਦ ਆ ਰਿਹਾ, ਪਰ ਲਾਅ ਕਹਿੰਦਾ
1871 ਤੋਂ ਪਹਿਲਾਂ ਦਾ ਰਿਕਾਰਡ ਬਣਿਆ ਹੋਇਆ, ਉਹਦੇ ਵਿੱਚ ਕਿਤੇ ਮਾਲਕ ਦਾ ਨਾਂ ਨਹੀਂ ਦਰਸਾਇਆ ਗਿਆ ਤੇ ਨਾ ਹੀ ਸਰਕਾਰ ਦਾ ਨਾਂ ਦਰਸਾਇਆ ਗਿਆ। ਲਾਅ ਇਹ ਕਹਿੰਦਾ ਵੀ ਦੈਟ ਪ੍ਰਾਪਰਟੀ ਵਿਲ ਸਰਕਾਰ ਦੀ ਹੋਏਗੀ, ਪਰ ਸਬਸੈਕਸ਼ਨ 3 ਦੇ ਵਿੱਚ ਆ ਕੇ ਕਹਿੰਦਾ ਵੀ ਜੇ ਕੋਈ ਮਾਲਕ ਅਗਰੀਵਡ ਪਾਰਟੀ ਕੋਈ ਹੈਗੀ ਹੈ, ਉਹ ਸਾਬਤ ਕਰਨਾ ਚਾਹੁੰਦੀ ਹੈ ਵੀ ਇਹ ਮੇਰੀ ਪ੍ਰਾਪਰਟੀ ਹੈ, ਤਾਂ ਉਹ ਰਿਵਰਟ ਕਰ ਸਕਦੀ ਹੈ ਸਬਸੈਕਸ਼ਨ 1 ਨੂੰ ਰਿਵਰਟ ਕਰ ਸਕਦੀ ਹੈ, ਆਪਦਾ ਰਿਕਾਰਡ ਪੇਸ਼ ਕਰ ਸਕਦੀ ਹੈ, ਆਪਦੇ ਸਬੂਤ ਪੇਸ਼ ਕਰ ਸਕਦੀ ਹੈ, ਆਪਦੀ ਮਾਲਕੀ ਦਾ ਹੱਕ ਮੰਗ ਸਕਦੀ ਹੈ। ਉਹ ਕਿਵੇਂ ਮੰਗ ਸਕਦੀ ਹੈ? ਰਿਕਾਰਡ ਔਰ ਰਿਪੋਰਟ ਮੇਡ ਬਾਈ ਦਾ ਅਸੈਸਿੰਗ ਆਫੀਸਰ। ਕਿਸੇ ਸਮੇਂ ਤੇ ਜਦੋਂ ਅਸੈਸਮੈਂਟ ਹੁੰਦੀ ਹੈ ਲੈਂਡ ਰੈਵਨਿਊ ਦੀ, ਅਸੈਸਮੈਂਟ ਜਦੋਂ ਲੈਂਡ ਰੈਵਨਿਊ ਦੀ ਹੁੰਦੀ ਹੈ ਤਾਂ ਮਾਮਲਾ ਜਿਹੜਾ ਦਰਸਾਇਆ ਜਾਂਦਾ ਵੀ ਕੌਣ ਮਾਲਕ ਕਿੰਨਾ ਜ਼ਮੀਨ ਕਿੰਨਾ ਮਾਮਲਾ ਅਦਾ ਕਰੇਗਾ, ਉਸ ਵੇਲੇ ਦਾ ਕੋਈ ਰਿਕਾਰਡ ਹੋਵੇ ਉਸ ਮਾਲਕ ਦੇ ਪਾਸ, ਅਸੈਸਮੈਂਟ ਆਫੀਸਰ ਦਾ ਕੋਈ ਰਿਕਾਰਡ ਹੋਵੇ, ਉਹਨੇ ਕੋਈ ਰਿਪੋਰਟ ਤਿਆਰ ਕੀਤੀ ਗਈ ਹੋਵੇ ਪਰ ਕਿਤੇ ਸਲਿੱਪ ਕਰ ਗਿਆ ਹੋਵੇ ਰਿਕਾਰਡ ਦੇ ਵਿੱਚ, ਉਹਦਾ ਮਾਲਕ ਦਾ ਨਾਮ ਦਰਜ ਕਰਨ ਤੋਂ ਰਹਿ ਗਿਆ ਹੋਵੇ, ਐਦਾਂ ਦਾ ਰਿਕਾਰਡ ਉਸ ਮਾਲਕ ਦੇ ਕੋਲੇ ਹੋਵੇ ਅਵੇਲੇਬਲ, ਜਾਂ ਰਿਕਾਰਡ ਤੋਂ ਉਹਨੂੰ ਕਾਪੀ ਮਿਲ ਸਕਦੀ ਹੋਵੇ, ਉਹ ਆਪਣਾ ਰਿਕਾਰਡ ਪੇਸ਼ ਕਰਕੇ ਸਬਮਿਟ ਕਰ ਸਕਦਾ ਹੈ, ਰਿਪੋਰਟ ਦਿਖਾ ਸਕਦਾ ਵੀ ਨਹੀਂ ਆ ਦੇਖੋ ਰਿਪੋਰਟ, ਇਹ ਤਾਂ ਰਿਕਾਰਡ, ਇਹ ਤਾਂ ਮਾਲਕੀ ਮੇਰੀ ਹੈਗੀ ਹੈ, ਉਹ ਰਿਵਰਟ ਕਰ ਸਕਦਾ ਹੈਗਾ, ਇਨਕੇ ਆਪਦਾ ਕਲੇਮ ਕਰ ਸਕਦਾ ਹੈ ਉਸ ਪ੍ਰਾਪਰਟੀ ਦੇ ਉੱਪਰ ਅੰਡਰ ਸਬਸੈਕਸ਼ਨ 1 ਜਿੱਥੇ ਪ੍ਰਾਪਰਟੀ ਸਰਕਾਰ ਦੀ ਬਣਾਈ ਗਈ ਦੱਸੀ ਜਾਂਦੀ ਹੈ। ਫਿਰ ਬੀ ਕਲੌਜ਼ ਇਹ 'ਚ ਹੈਗੇ ਆ, ਇਫ ਰਿਕਾਰਡ ਔਰ ਰਿਪੋਰਟ ਇਜ਼ ਸਾਇਲੈਂਟ, ਜੇ ਕਿਤੇ ਅਸੈਸਮੈਂਟ ਆਫੀਸਰ ਦਾ ਜੇ ਰਿਕਾਰਡ ਹੈ ਸਾਇਲੈਂਟ ਹੈ, ਕੋਈ ਰਿਪੋਰਟ ਨਹੀਂ ਹੈਗੀ, ਸਾਇਲੈਂਟ ਹੈ, ਨਹੀਂ ਦੱਸਦੀ, ਸ਼ੋ ਨਹੀਂ ਹੁੰਦਾ ਉਹਦੇ ਤੋਂ ਵੀ ਹਾਂ ਇਹ ਪ੍ਰਾਪਰਟੀ ਮਾਲਕ ਫਲਾਣੇ ਮਾਲਕ ਦੀ ਹੈ, ਠੀਕ ਹੈ, ਬਾਈ ਕੰਪੈਰੀਜ਼ਨ ਬਿਟਵੀਨ ਦਾ ਅਸੈਸਮੈਂਟ ਆਫ ਵਿਲੇਜ ਆਫ ਏ ਸਿਮਿਲਰ ਕਰੈਕਟਰ, ਤਾਂ ਉਹ ਕਿਸੇ ਹੋਰ ਜਿਹੜਾ ਵਿਲੇਜ ਹੈਗਾ ਜਿੱਥੇ ਉਸ ਤਰੀਕੇ ਦੀ ਲੈਂਡ ਹੈਗੀ ਹੈ, ਉਸ ਨਾਲ ਦੀ ਜ਼ਮੀਨ ਹੋਵੇ, ਤਾਂ ਉਹ ਉਸ ਦਾ ਕੰਪੈਰੀਜ਼ਨ ਕਰਕੇ ਵੀ ਉੱਥੇ ਦਾ ਰਿਕਾਰਡ ਵੀ ਸਬਮਿਟ ਕਰ ਸਕਦਾ ਹੈਗਾ ਆਪਣਾ ਕਲੇਮ ਸਾਬਤ ਕਰਨ ਦੀ ਖਾਤਰ। that the first quarry land was taken into account for the assessment of the land revenue, ਜਿੱਥੇ ਉਹ ਕਹਿ ਸਕਦਾ ਵੀ ਆ ਦੇਖੋ ਫਲਾਣੇ ਪਿੰਡ ਦੇ ਵਿੱਚ ਇਸ ਨਾਲ ਦੀ ਇਸ ਸਿਮਿਲਰ ਨੇਚਰ ਦੀ ਲੈਂਡ ਸੀਗੀ, ਉਸ ਨੂੰ ਅਸੈਸਮੈਂਟ ਕਰਕੇ ਉਹ ਮਾਲਕ ਦੀ ਜ਼ਮੀਨ ਬਣਾਈ ਗਈ ਸੀ ਤੇ ਮੈਨੂੰ ਇੱਥੇ ਮੇਰੀ ਕਿਉਂ ਨਹੀਂ ਬਣਾਈ ਗਈ, ਤਾਂ ਉਹ ਆਪਣਾ ਜਿਹੜਾ ਹੈਗਾ ਕਲੇਮ ਕਰ ਸਕਦਾ ਹੈ ਅੰਡਰ ਸੈਕਸ਼ਨ ਜਿਹੜੀ ਸਬਸੈਕਸ਼ਨ 1 ਹੈ ਉਸ ਨੂੰ ਰਿਵਰਟ ਕਰ ਸਕਦਾ ਹੈ। ਸੈਕਸ਼ਨ 4 ਸਬਸੈਕਸ਼ਨ 4 ਚ ਕੀ ਕਿਹਾ ਗਿਆ? ਅੰਟਿਲ ਦਾ ਪ੍ਰੈਜ਼ੰਪਸ਼ਨ ਇਜ਼ ਸੋ ਰਿਵਰਟਡ, ਜੇਕਰ ਸਰਕਾਰ ਦੀ ਜ਼ਮੀਨ ਡਿਕਲੇਅਰ ਹੁੰਦੀ ਹੈ ਅੰਡਰ ਸਬਸੈਕਸ਼ਨ 1 42 ਦੇ ਵਿੱਚ, ਤਾਂ ਉਦੋਂ ਤੱਕ ਉਹ ਸਰਕਾਰ ਦੀ ਮੰਨੀ ਜਾਏਗੀ ਜਦੋਂ ਤੱਕ ਉਸ ਨੂੰ ਕੋਈ ਰਿਵਰਟ ਨਹੀਂ ਕਰਦਾ, ਯਾਨੀ ਕਿ ਕੋਈ ਹੋਰ ਵਿਅਕਤੀ ਕੋਈ ਹੋਰ ਮਾਲਕ ਉਸ ਨੂੰ ਕਲੇਮ ਨਹੀਂ ਕਰਦਾ। ਸੈਕਸ਼ਨ 43 ਚ ਹੈਗਾ ਕੰਪਨਸੇਸ਼ਨ ਫਾਰ ਦਾ ਇਨਫ੍ਰਿੰਜਮੈਂਟ ਆਫ ਦਾ ਰਾਈਟਸ of third parties in exercise of the government rights। ਜਦੋਂ ਕੋਈ ਸਰਕਾਰ ਕਿਸੇ ਮਾਲਕ ਦੇ ਲੈਂਡ ਦੇ ਉੱਪਰ ਆਪਦਾ ਰਾਈਟ ਕਲੇਮ ਕਰਦੀ ਹੈ ਕਿਸੇ ਕਾਰਨ, ਜਿਵੇਂ ਕਿ ਕੋਈ ਮਾਈਨ ਨਿਕਲੇ, ਠੀਕ ਹੈ, ਉਹਦੀ ਮਾਈਨਿੰਗ ਕਰਵਾਉਂਦੀ ਹੈ ਤਾਂ ਜਿਹੜਾ ਹੈਗਾ ਕੰਪਨਸੇਸ਼ਨ ਦੇਣਾ ਪਏਗਾ। ਕਬਜ਼ਾ ਤਾਂ ਸਰਕਾਰ ਨੇ ਲੈ ਲਿਆ, ਕੋਲੇ ਦੀ ਖਾਨ ਨਿਕਲੀ ਜਾਂ ਪੱਥਰ ਦੀ ਖਾਨ ਨਿਕਲੀ, ਸਰਕਾਰ ਨੇ ਕਬਜ਼ਾ ਗੋਲਡ ਦੀ ਖਾਨ ਨਿਕਲੀ ਜਾਂ ਫਿਰ ਤੇਲ ਦਾ ਕੂਆ ਮਿਲ ਗਿਆ ਨੀਚੇ ਤੋਂ, ਤਾਂ ਸਰਕਾਰ ਨੇ ਕਬਜ਼ਾ ਤਾਂ ਲੈ ਲਿਆ ਮਾਲਕ ਦੀ ਜ਼ਮੀਨ ਦਾ, ਪਰ ਮਾਲਕ ਨੂੰ ਕੀ ਮਿਲਿਆ? ਇਸ ਕਰਕੇ ਸੈਕਸ਼ਨ 43 ਕਹਿੰਦਾ ਹੈ ਵੀ ਕੰਪਨਸੇਸ਼ਨ ਫਾਰ ਦਾ ਇਨਫ੍ਰਿੰਜਮੈਂਟ ਆਫ ਰਾਈਟਸ ਆਫ ਦਾ ਥਰਡ ਪਾਰਟੀ, ਜਿਸ ਵੀ ਥਰਡ ਪਾਰਟੀ ਦੇ ਜਿਹੜੇ ਰਾਈਟ ਨੇ ਉਹਨਾਂ ਨੂੰ ਕੋਈ ਇਫੈਕਟ ਹੁੰਦਾ ਹੈ ਤਾਂ ਉਸ ਨੂੰ ਸਰਕਾਰ ਜਿਹੜਾ ਹੈਗਾ ਕੰਪਨਸੇਸ਼ਨ ਦੇ ਕੇ ਉਸ ਦਾ ਜਿਹੜਾ ਕਲੇਮ ਹੈ ਪੂਰਾ ਕਰੇਗੀ। 43 ਸਬਸੈਕਸ਼ਨ 1 ਚ ਕੀ ਕਿਹਾ ਹੈਗਾ? ਇਫ ਐਨੀ ਲਾਸ ਸਫਰਡ ਬਾਈ ਐਨੀ ਪਾਰਟੀ ਇਨ ਦਾ ਐਕਸਰਸਾਈਜ਼ ਆਫ ਗਵਰਨਮੈਂਟ ਰਾਈਟਸ ਸਟੇਟ ਗਵਰਨਮੈਂਟ ਸ਼ੈਲ ਪੇ ਦਾ ਲਾਸ। ਇੱਕ ਜ਼ਮੀਨ ਦੀ ਖੁਦਾਈ ਕਰਦੇ ਮਾਲਕ ਦੀ ਦੂਜਾ ਖੇਤ ਵੀ ਖਰਾਬ ਹੋ ਗਿਆ, ਠੀਕ ਹੈ, ਦੈਨ ਜਿਹੜਾ ਹੈ ਉਹਦਾ ਲਾਸ ਹੈਗਾ ਉਹ ਲਾਸ ਨੂੰ ਵੀ ਸਰਕਾਰ ਪੂਰਾ ਕਰੇਗੀ। ਕਿਸੇ ਲੈਂਡ ਓਨਰ ਦਾ ਮਾਈਨਿੰਗ ਤੋਂ ਇਲਾਵਾ ਹੋਰ ਵੀ ਕੋਈ ਖੇਤ ਦਾ ਨੁਕਸਾਨ ਹੋ ਗਿਆ ਮਾਈਨਿੰਗ ਕਰਦੇ ਤਾਂ ਉਹਦਾ ਜਿਹੜਾ ਲਾਸ ਹੈ ਉਹ ਵੀ ਸਰਕਾਰ ਨੇ ਦੇਣਾ ਹੈ। ਇਹ ਲਾਸ ਦਾ ਰੇਸ਼ੋ ਕੀ ਹੋਏਗਾ, ਰੇਟ ਕੀ ਹੋਏਗਾ? ਇੱਥੇ ਕਿਹਾ ਵੀ ਕੰਪਨਸੇਸ਼ਨ ਫੋਲੋ ਲੈਂਡ ਐਕੁਜੀਸ਼ਨ ਐਕਟ 1870, ਹੁਣ ਤਾਂ 2013 ਵੀ ਬਣ ਚੁੱਕਿਆ ਹੈਗਾ, ਐਕਟ ਪਹਿਲਾਂ ਦਾ ਬਣਿਆ ਹੋਇਆ ਹੈਗਾ, ਇਸ ਕਰਕੇ ਇੱਥੇ ਕਿਹਾ ਗਿਆ ਵੀ ਲੈਂਡ ਐਕੁਜੀਸ਼ਨ ਐਕਟ ਦੇ ਤਹਿਤ ਜਿਹੜੀ ਹੈਗੀ ਆ ਉਹਦੀ ਕੰਪਨਸੇਸ਼ਨ ਜਿਹੜੀ ਅਵਾਰਡ ਹੈ ਉਹ ਦਿੱਤੀ ਜਾਵੇਗੀ ਉਸ ਨੂੰ ਮਾਲਕ ਨੂੰ। ਸੈਕਸ਼ਨ 44 ਕੀ ਕਿਹਾ? ਪ੍ਰੈਜ਼ੰਪਸ਼ਨ ਇਨ ਦਾ ਫੇਵਰਸ ਆਫ ਦ ਐਂਟਰੀਜ਼ ਇਨ ਰਿਕਾਰਡ ਆਫ ਰਾਈਟਸ ਐਂਡ ਐਨੂਅਲ ਰਿਕਾਰਡਸ shall be presumed to be the true until the contrary is proved। ਅਸੀਂ ਕਹਿੰਦੇ ਆ ਜਮ੍ਹਾਂਬੰਦੀ ਸੱਚੀ ਹੈ, ਜਮ੍ਹਾਂਬੰਦੀ ਦੀ ਸੱਚਾਈ ਮੰਨੀ ਜਾਂਦੀ ਹੈ। 44 ਸੈਕਸ਼ਨ ਕਹਿੰਦਾ ਇਹ ਤੁਹਾਨੂੰ ਪੇਪਰ 'ਚ ਆਮ ਤੌਰ ਤੇ ਆਉਂਦਾ ਰਹਿੰਦਾ ਹੈ। ਪ੍ਰੈਜ਼ੰਪਸ਼ਨ ਇਜ਼ ਇਨ ਫੇਵਰ ਆਫ ਦਾ ਐਂਟਰੀਜ਼, ਜੋ ਵੀ ਸਾਡੀ ਐਂਟਰੀ ਰਿਕਾਰਡ ਹੋਈ ਵੀ ਹੈ ਜਮ੍ਹਾਂਬੰਦੀ ਰਿਕਾਰਡ ਆਫ ਰਾਈਟਸ, ਜੋ ਵੀ ਜਮ੍ਹਾਂਬੰਦੀਆਂ ਹੋਈਆਂ ਵੀਆਂ, ਜੋ ਵੀ ਐਂਟਰੀਜ਼ ਹੋਈਆਂ ਵੀਆਂ ਨੇ, ਚਾਹੇ ਉਹ ਰਿਕਾਰਡ ਆਫ ਰਾਈਟ ਹੈ ਚਾਹੇ ਉਹ ਐਨੂਅਲ ਰਿਕਾਰਡ ਹੈਗਾ, ਸ਼ੈਲ ਬੀ ਪ੍ਰਜ਼ਿਊਮਡ ਟੂ ਬੀ ਟਰੂ, ਉਹਨੂੰ ਸੱਚ ਮੰਨਿਆ ਜਾਏਗਾ। ਕਿਸੇ ਵੀ ਕੋਰਟ 'ਚ ਜਾ ਕੇ ਤੁਸੀਂ ਪੇਸ਼ ਕਰਦੇ ਹੋ ਜਮ੍ਹਾਂਬੰਦੀ, ਚਾਹੇ ਲੋਅਰ ਕੋਰਟ 'ਚ ਕਰਦੇ ਹੋ, ਸੈਸ਼ਨ ਕੋਰਟ 'ਚ ਕਰਦੇ ਹੋ, ਹਾਈ ਕੋਰਟ 'ਚ ਕਰਦੇ ਹੋ, ਕਿਤੇ ਵੀ ਜਾ ਕੇ ਤੁਸੀਂ ਰਿਕਾਰਡ ਪੇਸ਼ ਕਰਦੇ ਹੋ, ਦੈਟ ਇਜ਼ ਪ੍ਰਜ਼ਿਊਮਡ ਟੂ ਬੀ ਦਾ ਟਰੂ ਜਦੋਂ ਤੱਕ ਉਸ ਨੂੰ ਕੰਟਰੇਰੀ ਸਾਬਤ ਨਾ ਕਰ ਦਿੱਤਾ ਜਾਵੇ। ਅੰਟਿਲ ਦਾ ਕੰਟਰੇਰੀ ਇਜ਼ ਪ੍ਰੂਵਡ, ਜਦੋਂ ਤੱਕ ਉਸ ਨੂੰ ਗਲਤ ਸਾਬਤ ਨਾ ਕੋਈ ਵਿਅਕਤੀ ਕਰ ਦੇਵੇ ਤਾਂ ਉਸ ਨੂੰ ਉਸ ਵੇਲੇ ਉਹਨੂੰ ਸੱਚ ਸਾਬਤ ਕਰਨ ਦੇ ਲਈ
ਪਹਿਲਾਂ ਜ਼ਰੂਰਤ ਨਹੀਂ ਪੈਂਦੀ ਵੀ ਇਹ ਰਿਕਾਰਡ ਸੱਚਾ ਹੈ ਜਾਂ ਸਾਬਤ ਹੈ, ਸਹੀ ਹੈ, ਗਲਤ ਹੈ। ਇਹ ਸਾਬਤ ਕਰਨ ਦੀ ਪਹਿਲੇ ਸਟੇਜ ਤੇ ਲੋੜ ਨਹੀਂ ਪੈਂਦੀ। ਜੋ ਕੋਈ ਬੰਦਾ ਰਿਕਾਰਡ ਪੇਸ਼ ਕਰ ਰਿਹਾ ਦੈਟ ਇਜ਼ ਪ੍ਰਜ਼ਿਊਮ ਟੂ ਬੀ ਟਰੂ, ਠੀਕ ਹੈ। ਪਰ ਜਦੋਂ ਤੱਕ ਕੋਈ ਵਿਅਕਤੀ ਉਸ ਨੂੰ ਗਲਤ ਸਾਬਤ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸਬੂਤ ਦੇਣੇ ਪੈਣਗੇ। ਸੈਕਸ਼ਨ 45 ਕਹਿੰਦਾ ਹੈਗਾ suit for declaratory decree by the persons aggrieved by any entry in the record। ਜੇਕਰ ਰਿਕਾਰਡ ਦੇ ਵਿੱਚ ਕੋਈ ਐਂਟਰੀ ਗਲਤ ਹੋਈ ਵੀ ਹੈ, ਕੋਈ ਮਾਲਕ ਕਹਿੰਦਾ ਇਹ ਜਿਹੜੀ ਐਂਟਰੀ ਹੈ ਗਲਤ ਹੈ, ਕੋਈ ਅਗਰੀਵਡ ਪਾਰਟੀ ਹੈਗੀ ਹੈ ਵੀ ਨਹੀਂ ਰੈਵਨਿਊ ਰਿਕਾਰਡ ਦਿੱਤਾ ਹੋਣਾ ਚਾਹੀਦਾ ਸੀਗਾ, ਤਾਂ ਉਹ ਆਪਣਾ ਜਿਹੜਾ ਹੈਗਾ ਸਿਵਲ ਕੋਰਟ ਦੇ ਵਿੱਚ ਸੂਟ ਫਾਈਲ ਕਰਕੇ ਡੈਕਲੇਟਰੀ ਡਿਗਰੀ ਲੈ ਸਕਦਾ ਹੈ। ਡਿਗਰੀ ਲੈ ਕੇ ਰੈਵਨਿਊ ਰਿਕਾਰਡ ਦੇ ਵਿੱਚ ਐਂਟਰੀ ਕਰਵਾ ਸਕਦਾ ਹੈ ਜੇ ਕੋਈ ਗਲਤ ਕਹਿੰਦਾ ਵੀ ਰਿਕਾਰਡ ਗਲਤ ਹੈਗਾ। ਇਫ ਐਨੀ ਪਰਸਨ ਕੰਸੀਡਰਸ ਹਿਮ ਸੈਲਫ ਐਗਰੀਵਡ he may institute a suit for the declaration of his right under specific relief act। ਜਿਹੜੀ ਇਹ ਡਿਗਰੀ ਲੈਣੀ ਹੁੰਦੀ ਹੈ, ਦਾਵਾ ਦਾਇਰ ਕੀਤਾ ਜਾਂਦਾ ਹੈ। ਇਹ ਸਪੈਸੀਫਿਕ ਰਿਲੀਫ ਐਕਟ 1877 ਹੈਗਾ ਬਣਿਆ ਹੋਇਆ ਆਪਣਾ, ਉਸ ਐਕਟ ਦੇ ਤਹਿਤ ਅਸੀਂ ਦਾਅਵੇਦਾਰੀ ਕਰਦੇ ਹਾਂ ਕੋਰਟਾਂ ਦੇ ਵਿੱਚ ਸਪੈਸੀਫਿਕ ਰਿਲੀਫ ਲੈਣ ਦੇ ਲਈ ਖਾਤਰ। ਨੈਕਸਟ ਹੈਗਾ ਸਪਲੀਮੈਂਟਲ ਪ੍ਰੋਵੀਜ਼ਨਸ ਕੁਛ ਹੈਗੀਆਂ ਨੇ ਇਹਦੀਆਂ ਸੈਕਸ਼ਨ 46 ਦੀਆਂ, ਪਾਵਰ ਟੂ ਮੇਕ ਰੂਲਸ ਰਿਸਪੈਕਟਿੰਗ ਰਿਕਾਰਡਸ ਐਟਸੈਟਰਾ। ਇਹ ਸਰਕਾਰ ਦੇ ਕੋਲ ਪਾਵਰਸ ਹੈਗੀਆਂ ਨੇ ਜਦੋਂ ਕੋਈ ਰੂਲ ਬਣਾਉਣੇ ਨੇ ਰਿਸਪੈਕਟਿੰਗ ਰਿਕਾਰਡ ਤਿਆਰ ਕਰਨਾ ਹੈ, ਆਪਣਾ ਜਮ੍ਹਾਂ ਹੁੰਦੀਆਂ ਬਣਦੀਆਂ ਨੇ, ਗਰਦੌਰੀਆਂ ਬਣਦੀਆਂ ਨੇ, ਇੰਤਕਾਲ ਰਜਿਸਟਰ ਬਣਦੇ ਨੇ, ਠੀਕ ਹੈ। ਉਹਦੀ ਲੈਂਗੁਏਜ ਕੀ ਹੋਣੀ ਚਾਹੀਦੀ ਹੈ ਇਹ ਸਰਕਾਰ ਨੀਤ ਕਰਦੀ ਹੈ। ਜਿਵੇਂ ਸਟੇਟ ਲੈਂਗੁਏਜ ਕੀ ਹੁੰਦੀ ਹੈ, ਹਰਿਆਣਾ 'ਚ ਕਿਹੜੀ ਹੋਏਗੀ, ਪੰਜਾਬ 'ਚ ਕਿਹੜੀ ਹੋਏਗੀ, ਠੀਕ ਹੈ। ਇਹ ਲੈਂਗੁਏਜ ਵੀ ਸਰਕਾਰ ਵੱਲੋਂ ਨੀਤ ਕੀਤੀ ਜਾਂਦੀ ਹੈ। ਫਾਰਮ ਆਫ ਦਾ ਰਜਿਸਟਰਸ, ਮੈਨਰਸ, ਹਾਊ ਟੂ ਪ੍ਰਪੇਅਰ ਦਾ ਰਿਕਾਰਡ, ਜਮ੍ਹਾਂ ਹੁੰਦੀ ਕਿਵੇਂ ਬਣਨੀ ਹੈ, ਕਿੰਨੇ ਕਾਲਮ ਉਹਦੇ ਹੋਣੇ ਚਾਹੀਦੇ ਨੇ, ਠੀਕ ਹੈ। ਜ਼ਮੀਨ ਦਾ ਸਰਵੇ ਕਿਵੇਂ ਹੁੰਦਾ ਹੈ, ਲੈਂਡ ਕਿਵੇਂ ਮਿਣਤੀ ਕੀਤੀ ਜਾਂਦੀ ਹੈ। ਕੰਡਕਟਿੰਗ ਇਨਕੁਆਇਰੀਜ਼ ਐਂਡ ਬਾਈ ਦਾ ਰੈਵਨਿਊ ਆਫੀਸਰਸ, ਜੇਕਰ ਰੈਵਨਿਊ ਆਫੀਸਰ ਕੋਲ ਕੋਈ ਕਿਸੇ ਕੇਸ ਦੀ ਇਨਕੁਆਇਰੀ ਹੈਗੀ ਹੈ ਤਾਂ ਉਹਦੇ ਕੀ ਰੂਲਸ ਨੇ, ਉਹਨੂੰ ਇਨਕੁਆਇਰੀ ਕਰਨ ਦੇ ਪਹਿਲਾਂ ਇਨਕੁਆਇਰੀ ਕਰਦੇ ਉਹਨੂੰ ਕੀ ਮਤਲਬ ਕਿ ਜਿਹੜਾ ਹੈਗਾ ਰੂਲਸ ਪਾਉਣੇ ਚਾਹੀਦੇ, ਜਿਵੇਂ ਨੋਟਿਸ ਦੇਣਾ ਚਾਹੀਦਾ ਹੈ, ਸੁਣਨਾ ਚਾਹੀਦਾ ਹੈ, ਜਵਾਬ ਲੈਣਾ ਚਾਹੀਦਾ ਹੈ, ਠੀਕ ਹੈ, ਆਪੋਜ਼ਿਟ ਪਾਰਟੀ ਦੀ। ਇੱਦਾਂ ਇਹ ਸਾਰੇ ਰੂਲਸ ਫਾਰ ਦਾ ਗਾਈਡੈਂਸ ਆਫ ਦਾ ਰੈਵਨਿਊ ਆਫੀਸਰਸ, ਰੈਵਨਿਊ ਆਫੀਸਰ ਦੀ, ਰੈਵਨਿਊ ਅਧਿਕਾਰੀਆਂ ਦੀ, ਪਟਵਾਰੀ, ਕਾਨੂੰਗੋ, ਮਾਲ ਅਧਿਕਾਰੀਆਂ ਦੇ ਗਾਈਡੈਂਸ ਦੀ ਖਾਤਰ ਜਿਹੜੇ ਵੀ ਰੂਲਸ ਕੋਈ ਬਣਾਏ ਜਾਂਦੇ ਆ ਸਰਕਾਰ ਕੋਲ ਸਪਲੀਮੈਂਟਲ ਪ੍ਰੋਵੀਜ਼ਨਸ ਹੈਗੀਆਂ ਨੇ ਸੈਕਸ਼ਨ 46 ਦੇ ਵਿੱਚ। ਗਵਰਨਮੈਂਟ ਸਮੇਂ-ਸਮੇਂ ਤੇ ਜਿਹੜੇ ਰੂਲ ਨੇ ਉਹ ਬਣਾ ਸਕਦੀ ਹੈ ਜਾਂ ਡਾਇਰੈਕਸ਼ਨ ਜਾਰੀ ਕਰ ਸਕਦੀ ਹੈ। ਨੈਕਸਟ ਹੈ ਸੈਕਸ਼ਨ 47 ਰਿਕਾਰਡ ਆਫ ਰਾਈਟਸ ਐਂਡ ਐਨੂਅਲ ਰਿਕਾਰਡਸ ਫॉर ਗਰੁੱਪ ਆਫ ਸਟੇਟਸ। ਇੱਥੇ ਕੀ ਹੈਗਾ ਵੀ ਜਿਵੇਂ ਆਪਣਾ ਸਾਨੂੰ ਇੱਕ ਪਿੰਡ ਦਾ ਇੱਕ ਜਮ੍ਹਾਂਬੰਦੀ ਬਣਦੀ ਹੈ, ਉਹਦਾ ਹੱਦਬਸਤ ਨੰਬਰ ਜਾਰੀ ਕੀਤਾ ਜਾਂਦਾ ਹੈ। ਪਰ ਇੱਥੇ ਸੈਕਸ਼ਨ 47 ਦੇ ਵਿੱਚ ਪ੍ਰੋਵੀਜ਼ਨ ਦਿੱਤੀ ਗਈ ਹੈ ਵੀ ਕੁਝ ਇਕੱਠੇ ਪਿੰਡ ਕਰਕੇ, ਜਿਵੇਂ ਕੋਈ ਜੰਗਲਾਤ ਦੇ ਪਿੰਡ ਦੇ 2, 3, 4, 5 ਉਹਨਾਂ ਨੂੰ ਇਕੱਠੇ ਕਰਕੇ ਵੀ ਜਿਹੜਾ ਹੈਗਾ ਕਮਿਸ਼ਨਰ ਕੋਲੇ ਪਾਵਰ ਹੈਗੀ ਹੈ, ਇਕੱਠੇ ਕਰਕੇ ਵੀ ਉਹਨਾਂ ਦੀ ਇੱਕ ਜਮ੍ਹਾਂਬੰਦੀ ਬਣਾਈ ਜਾ ਸਕਦੀ ਹੈਗੀ ਹੈ। ਇਹ ਸੈਕਸ਼ਨ 47 ਦੇ ਵਿੱਚ ਨਹੀਂ ਹੈਗਾ। ਕਮਿਸ਼ਨਰਸ ਮੇ ਡਾਇਰੈਕਟ that record of rights be prepared group of states not separate ਤਾਂ ਅਸੀਂ ਬਣਾਉਂਦੇ ਹੀ ਹਾਂ, ਪਰ ਗਰੁੱਪ ਆਫ ਸਟੇਟਸ ਨੂੰ ਇਕੱਠਿਆਂ ਕਰਕੇ ਵੀ ਜਮ੍ਹਾਂਬੰਦੀ ਬਣਾਈ ਜਾ ਸਕਦੀ ਹੈਗੀ ਹੈ। ਇਹ ਕਮਿਸ਼ਨਰ ਕੋਲੇ ਸਪੈਸੀਫਿਕ ਆਰਡਰ ਪਾਸ ਕੀਤਾ ਹੋਵੇ ਜੇ ਕਮਿਸ਼ਨਰ ਵੱਲੋਂ। ਦੈਨ ਚੈਪਟਰ 5 ਆ ਗਿਆ ਜੀ, ਅਸੈਸਮੈਂਟ। ਵੈਰੀ ਇੰਪੋਰਟੈਂਟ ਚੈਪਟਰ ਹੈਗਾ। ਇਹਦੇ ਤੇ ਕੁਐਸਚਨ ਤੁਹਾਨੂੰ ਪੱਕਾ ਆਉਂਦੇ ਆ, ਹਰ ਸਾਲ ਦੇਖਦੇ ਹਾਂ ਅਸੀਂ ਕੁਐਸਚਨ ਪੇਪਰ। ਤੇ ਸੈਕਸ਼ਨ 48 ਅਸੈਸਮੈਂਟ ਆਫ ਲੈਂਡ ਰੈਵਨਿਊ। ਅਸੀਂ ਦੇਖਦੇ ਹਾਂ ਸਾਡੀਆਂ ਜਮ੍ਹਾਂਬੰਦੀਆਂ ਬਣੀਆਂ ਹੋਈਆਂ ਨੇ, ਪ੍ਰੈਕਟੀਕਲੀ ਜਮ੍ਹਾਂਬੰਦੀਆਂ ਦੇ ਉੱਪਰ ਲੈਂਡ ਰੈਵਨਿਊ ਲੱਗਿਆ ਹੋਇਆ ਹੈਗਾ। ਕੋਈ ਵਕਤ ਸੀਗਾ ਇਹ ਲੈਂਡ ਰੈਵਨਿਊ ਲਗਾਉਣ ਦੀ ਲੋੜ ਕਿਉਂ ਪਈ? ਕੋਈ ਸਮਾਂ ਸੀਗਾ ਜਦੋਂ ਲੈਂਡ ਰੈਵਨਿਊ ਜਿਹੜਾ ਹੈਗਾ ਸੀਗਾ ਰਾਜੇ ਮਹਾਰਾਜੇ ਦੇ ਟਾਈਮ 'ਚ ਜਾਂ ਕਿਸੇ ਵੀ ਉਸ ਬਹੁਤ ਪੁਰਾਣੇ ਟਾਈਮ 'ਚ ਜਿਹੜਾ ਲੈਂਡ ਰੈਵਨਿਊ ਸੀਗਾ ਇਹ ਇਨ ਕਾਈਂਡ ਜਿਹੜਾ ਕਲੈਕਸ਼ਨ ਹੁੰਦੀ ਸੀਗੀ। ਖੇਤ ਦੇ ਵਿੱਚ ਜਾ ਕੇ ਸਾਡੇ ਜਿਹੜੇ ਰੈਵਨਿਊ ਦੇ ਅਧਿਕਾਰੀ ਹੁੰਦੇ ਸੀਗੇ, ਕਰਮਚਾਰੀ ਹੁੰਦੇ ਸੀ, ਖੇਤ ਦੇ ਵਿੱਚ ਜਾ ਕੇ ਕੀ ਫਸਲ ਬੀਜੀ ਵੀ ਵਿਅਕਤੀ ਨੇ ਉਹਦੇ ਦਾਣੇ ਤੋਂ ਦਾਣਾ, ਕਣਕ ਚੋਂ ਕਣਕ, ਛੋਲਿਆਂ ਚੋਂ ਛੋਲੇ, ਹਿੱਸਾ ਵਗੈਰਾ ਜੋ ਵੀ ਸਰਕਾਰ ਦਾ ਨੀਤ ਕੀਤਾ ਜਾਂਦਾ ਸੀਗਾ ਉਹਦੇ ਮੁਤਾਬਕ ਜਿਹੜੀ ਇਨ ਕਾਈਂਡ ਜਿਹੜੀ ਕਲੈਕਸ਼ਨ ਕੀਤੀ ਜਾਂਦੀ ਸੀ। ਪਰ ਸਮਾਂ ਵੀ ਗੁਜ਼ਰਦਾ ਗਿਆ, ਜਿਹੜੀ ਇਨ ਕਾਈਂਡ ਜਿਹੜੀ ਕਲੈਕਸ਼ਨ ਸੀਗੀ ਇਹ ਬਹੁਤ ਔਖੀ ਹੋ ਗਈ। ਕਿਤੇ ਹੇਰਾਫੇਰੀਆਂ ਹੋਣ ਲੱਗੀਆਂ, ਕਿਤੇ ਵਿਚਕਾਰ ਕਿਤੇ ਲੈਂਡ ਓਨਰ ਦੇ ਲੈਵਲ ਤੇ, ਕਲਟੀਵੇਟਰ ਦੇ ਲੈਂਡ ਲੈਵਲ ਤੇ, ਮਤਲਬ ਕਿ ਇਹ ਗੱਲ ਦੀ ਜਿਹੜੀ ਹੈਗੀ ਸੀ ਕੁਛ ਜਿਵੇਂ ਗੰਨਾ ਹੈ, ਐਸੀ ਚੀਜ਼ ਇਨ ਕਾਈਂਡ ਉਹਨੂੰ ਕਲੈਕਟ ਕਰਨਾ, ਫਿਰ ਉਹਨੂੰ ਅੱਗੇ ਜਾ ਕੇ ਸਾਹਮਣਾ ਸਰਕਾਰ ਦੇ ਪੱਧਰ ਤੇ ਫਿਰ ਵੇਚਣਾ ਕਰਨਾ, ਇਹ ਕਾਫੀ ਸਾਰੇ ਔਖੇ ਕੰਮ ਸੀਗੇ। ਇਹਨਾਂ ਗੱਲਾਂ ਨੂੰ ਸੋਲਵ ਕਰਨ ਦੀ ਖਾਤਰ ਮਤਲਬ ਕਿ ਸਰਕਾਰ ਨੇ ਸੋਚਿਆ ਵੀ ਇਹ ਜਿਹੜਾ ਹੈਗਾ ਇਨ ਕਾਈਂਡ ਨੂੰ ਖਤਮ ਕਰਕੇ ਜਿਹੜਾ ਲੈਂਡ ਰੈਵਨਿਊ ਹੈ ਇਨ ਕੈਸ਼ ਦੇ ਵਿੱਚ ਲਿਆ ਜਾਵੇ। ਇਨ ਕੈਸ਼ ਦੇ ਵਿੱਚ ਲੈਣ ਦੀ ਖਾਤਰ ਕੀ ਕੀਤਾ ਗਿਆ, ਲੈਂਡ ਦੀ ਅਸੈਸਮੈਂਟ ਕੀਤੀ ਗਈ ਵੀ ਕਿਸ ਲੈਂਡ ਦੇ ਉੱਪਰ ਕਿੰਨਾ
ਲੈਂਡ ਰੈਵਨਿਊ ਕਲੈਕਟ ਕੀਤਾ ਜਾਣਾ ਚਾਹੀਦਾ, ਕਿਸ ਲੈਂਡ ਦੇ ਉੱਪਰ ਕਿੰਨਾ ਲੈਂਡ ਰੈਵਨਿਊ ਲੱਗਣਾ ਚਾਹੀਦਾ, ਲਮਸਮ। ਦੇਖੋ ਹੁਣ ਅਸੀਂ ਬੇਸ਼ੱਕ ਅਸੀਂ ਲੈਂਡ ਰੈਵਨਿਊ ਬਿਲਕੁਲ ਕੁਝ ਨਹੀਂ ਸਮਝਦੇ, ਕਿਉਂਕਿ ਸਮਾਂ ਬੀਤ ਚੁੱਕਿਆ ਹੈ, ਪਰ ਕੁਝ ਸਮਾਂ ਸੀਗਾ ਜਦੋਂ ਇਹ ਲੈਂਡ ਰੈਵਨਿਊ ਦੀ ਪੇ ਕਰਨਾ ਬਹੁਤ ਔਖਾ ਕੰਮ ਸੀਗਾ। ਜਿਵੇਂ ਕਿਹਾ ਗਿਆ ਸੀ, ਆਮ ਤੁਸੀਂ ਪਿੰਡਾਂ ਦੇ ਰਹਿਣ ਵਾਲੇ ਹੈਗੇ ਆ ਵੀ ਹਾਲਾਂ ਤੇ ਪਾਲਾ ਕੋਲੋਂ ਨਹੀਂ ਲੰਘਦੇ। ਕਈ ਲੋਕਾਂ ਨੇ ਆਪਣੀ ਜ਼ਮੀਨ ਸਿਰਫ ਮਾਮਲਾ ਭਰਨ ਦੀ ਖਾਤਰ ਹੀ ਦੂਜਾ ਲੋਕਾਂ ਨੂੰ ਦੇ ਦਿੱਤੀ ਸੀ ਵੀ ਤੁਸੀਂ ਮਾਮਲਾ ਭਰੀ ਜਾਓ, ਇਹ ਜ਼ਮੀਨ ਦੇ ਮਾਲਕ ਤੁਸੀਂ ਬਣ ਗਏ। ਠੀਕ ਹੈ, ਇਸ ਕਰਕੇ ਉਸ ਵੇਲੇ ਲੈਂਡ ਰੈਵਨਿਊ ਦੀ ਬਹੁਤ ਵੈਲਿਊ ਸੀ। ਸਰਕਾਰ ਦਾ ਮੇਜਰ ਸੋਰਸ ਆਫ ਇਨਕਮ ਜਿਹੜਾ ਹੈਗਾ ਸੀ ਲੈਂਡ ਰੈਵਨਿਊ ਹੁੰਦਾ ਸੀਗਾ। ਸਰਕਾਰ ਕੋਲੇ ਹੋਰ ਕਮਾਈ ਦੇ ਕੋਈ ਜ਼ਿਆਦਾ ਵੱਡੇ ਸਾਧਨ ਨਹੀਂ ਹੁੰਦੇ ਸੀਗੇ। ਇਸ ਕਰਕੇ ਲੈਂਡ ਰੈਵਨਿਊ ਕਲੈਕਟ ਕਰਨ ਦੀ ਖਾਤਰ ਪਿੰਡ ਦੇ ਵਿੱਚ ਜਗੀਰਦਾਰ ਵਗੈਰਾ, ਸਫੈਦਪੋਸ਼ ਵਗੈਰਾ ਬਣਾਏ ਗਏ ਸੀਗੇ, ਜਿਹੜੇ ਕਿ ਸਾਡੇ ਸਰਕਾਰ ਦੇ ਜਿਹੜੇ ਅਧਿਕਾਰੀਆਂ ਕਰਮਚਾਰੀਆਂ ਦੀ ਹੈਲਪ ਕਰਦੇ ਹੁੰਦੇ ਸੀਗੇ। ਨੰਬਰਦਾਰ ਤਾਂ ਹੁਣ ਵੀ ਚੱਲਦੇ ਆ ਰਹੇ ਨੇ, ਪਰ ਜਗੀਰਦਾਰ, ਸਫੈਦਪੋਸ਼ ਇਹ ਪੋਸਟਾਂ ਸਮੇਂ ਦੇ ਨਾਲ ਨਾਲ ਖਤਮ ਹੋ ਚੁੱਕੀਆਂ ਨੇ, ਕਿਉਂਕਿ ਲੈਂਡ ਰੈਵਨਿਊ ਜਿਹੜਾ ਕੈਸ਼ ਦੀ ਸ਼ੇਪ ਦੇ ਵਿੱਚ ਅਸੀਂ ਲੈਣ ਲੱਗ ਗਏ ਹਾਂ। ਪਰ ਹੁਣ ਲੈਂਡ ਰੈਵਨਿਊ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਵੀ ਐਗਜ਼ੈਂਪਟ ਕੀਤਾ ਗਿਆ। ਠੀਕ ਹੈ, ਤੇ ਸਬਸੈਕਸ਼ਨ 48 ਕੀ ਕਹਿੰਦਾ ਹੈ? ਆਲ ਦਾ ਲੈਂਡ ਲਾਇਬਲ ਟੂ ਪੇ ਪੇਮੈਂਟ ਆਫ ਦਾ ਲੈਂਡ ਰੈਵਨਿਊ। ਜਿੰਨੀ ਵੀ ਜ਼ਮੀਨ ਹੈਗੀ ਹੈ ਸਾਰੀ ਦੀ ਲਾਇਬਿਲਿਟੀ ਬਣਦੀ ਹੈ, ਉਹਦੇ ਲੈਂਡ ਓਨਰ ਦੀ ਲਾਇਬਿਲਿਟੀ ਬਣ ਜਾਂਦੀ ਹੈ ਵੀ ਉਸ ਦਾ ਜਿਹੜਾ ਲੈਂਡ ਰੈਵਨਿਊ ਹੈ ਉਹ ਪੇ ਕੀਤਾ ਜਾਵੇ। ਜਦੋਂ ਤੱਕ ਉਹ ਐਗਜ਼ੈਂਪਟ ਨਹੀਂ ਕੀਤਾ ਗਿਆ, ਜਾਂ ਪਿੰਡ ਦੀ ਕੋਈ ਲਾਲ ਕਿਲੇ ਦੇ ਅੰਦਰ ਕੋਈ ਆਬਾਦੀ ਨਹੀਂ ਹੈਗੀ, ਜਾਂ ਫਿਰ 16 ਕਿਲੋਮੀਟਰ ਦਾ ਜਿਹੜਾ ਏਰੀਆ ਹੈਗਾ ਬਾਰਡਰ ਤੋਂ ਲੈ ਕੇ 16 ਕਿਲੋਮੀਟਰ ਤੱਕ ਕਿੰਨਾ ਲੈਂਡ ਤੇ ਮਾਮਲੇ ਦੀ ਕਲੈਕਸ਼ਨ ਨਹੀਂ ਹੁੰਦੀ, ਜਦ ਤੱਕ ਸਰਕਾਰ ਨੇ ਐਗਜ਼ੈਂਪਟ ਕੀਤਾ ਗਿਆ ਹੋਵੇ ਉਹਨਾਂ ਲੈਂਡ ਤੇ ਉਹਨਾਂ ਲੈਂਡ ਦੀ ਜਿਹੜੀ ਹੈਗੀ ਹੈ ਮਾਮਲਾ ਕਲੈਕਸ਼ਨ ਨਹੀਂ ਹੁੰਦੀ। ਜਾਂ ਪਿੰਡ ਦੀ ਜਿਹੜੀ ਆਬਾਦੀ ਹੁੰਦੀ ਹੈ ਵਿਲੇਜ ਸਾਈਟ, ਲਾਲ ਕਿਲੇ ਦੇ ਅੰਦਰ ਜਿਹੜੀ ਪਿੰਡ ਦੀ ਆਬਾਦੀ ਹੁੰਦੀ ਹੈ ਉਹਦੇ ਉੱਪਰ ਕੋਈ ਲੈਂਡ ਰੈਵਨਿਊ ਨਹੀਂ ਲੱਗਦਾ। ਜਾਂ ਇੰਟਰਨੈਸ਼ਨਲ ਬਾਰਡਰ, ਜਿਵੇਂ ਪਾਕਿਸਤਾਨ ਦਾ ਬਾਰਡਰ ਹੈ, ਹੋਰ ਸਾਡੇ ਕੋਈ ਬਾਰਡਰ ਲੱਗਦੇ ਆ, ਤਾਂ 16 ਕਿਲੋਮੀਟਰ ਦੇ ਅੰਦਰ ਤੱਕ ਦਾ ਜਿੰਨਾ ਏਰੀਆ ਹੁੰਦਾ ਹੈ ਉਹਦੇ ਉੱਪਰ ਕੋਈ ਲੈਂਡ ਰੈਵਨਿਊ ਨਹੀਂ ਲਗਾਇਆ ਜਾਂਦਾ। ਅਦਰਵਾਈਜ਼ ਸਾਰੀਆਂ ਜਿਹੜੀਆਂ ਲੈਂਡਸ ਹੁੰਦੀਆਂ ਨੇ ਉਹਨਾਂ ਦੇ ਉੱਪਰ ਲਾਇਬਲ ਟੂ ਲੈਂਡ ਰੈਵਨਿਊ, ਲਾਇਬਲ ਟੂ ਪੇਮੈਂਟ ਆਫ ਦਾ ਲੈਂਡ ਰੈਵਨਿਊ। ਸਬਸੈਕਸ਼ਨ 1A 48 ਦਾ ਸੋਲ ਐਂਡ ਲੈਂਡ ਓਨਰਸ। ਪਿੰਡ ਦਾ ਜਿਹੜਾ ਮਾਲਕ ਹੈ, ਲੈਂਡ ਓਨਰ ਹੈ ਜਿਹੜਾ, ਚਾਹੇ ਉਹ ਸੋਲ ਹੋਵੇ, ਇਕੱਲਾ ਮਾਲਕ ਹੋਵੇ, ਜਾਂ ਸ਼ੇਅਰ ਹੋਲਡਰ ਦੇ ਵਿੱਚ ਹੋਵੇ, exempted to pay the land revenue। ਕਿਸ ਲੈਵਲ ਤੱਕ ਕਿਹੜੇ ਮਾਲਕਾਂ ਨੂੰ ਜਿਹੜਾ ਲੈਂਡ ਰੈਵਨਿਊ ਐਗਜ਼ੈਂਪਟ ਕੀਤਾ ਜਾਂਦਾ ਹੈ? ਇਫ ਏਰੀਆ ਡਸ ਨਾਟ ਐਕਸੀਡ 5 ਸਟੈਂਡਰਡ ਏਕਰਸ। ਸੈਕਸ਼ਨ 1A ਹੈ, ਨਵੀਂ ਇਨਸਰਟ ਹੋਈ ਵੀ ਸੀ ਇਹ ਕਿਸੇ ਸਮੇਂ ਤੇ। ਜੇ ਕਿਸੇ ਵਿਅਕਤੀ ਦੀ, ਕਿਸੇ ਮਾਲਕ ਦੀ, ਲੈਂਡ ਓਨਰ ਦੀ, ਚਾਹੇ ਇੰਡੀਵਿਜੂਅਲੀ ਹੈ ਚਾਹੇ ਉਹ ਸ਼ੇਅਰ ਹੋਲਡਿੰਗ ਦੇ ਵਿੱਚ ਹੈ, ਉਹਦੀ ਜਿਹੜੀ ਜ਼ਮੀਨ ਹੈਗੀ ਹੈ ਉਹਦੇ ਕੋਲੇ 5 ਸਟੈਂਡਰਡ ਏਕੜ ਤੋਂ ਘੱਟ ਹੋਵੇ ਤਾਂ ਉਸਨੂੰ ਜਿਹੜਾ ਲੈਂਡ ਰੈਵਨਿਊ ਹੈ ਨਹੀਂ ਪੈਂਦਾ। ਇਹ ਸਬਸੈਕਸ਼ਨ 1A ਦੀ ਕਲੌਜ਼ 1 ਦੇ ਵਿੱਚ ਕਿਹਾ ਗਿਆ ਇਫ ਏਰੀਆ ਡਸ ਨਾਟ ਐਕਸੀਡ 5 ਸਟੈਂਡਰਡ ਏਕਰਸ। ਠੀਕ ਹੈ, ਉਸ ਤੋਂ ਵੱਧ ਦੇ ਜਿਹੜੇ ਮਾਲਕ ਨੇ ਦੇ ਆਰ ਲਾਇਬਲ ਟੂ ਪੇ ਦਾ ਲੈਂਡ ਰੈਵਨਿਊ, ਬਟ ਜਿਹੜੇ 5 ਸਟੈਂਡਰਡ ਏਕੜ ਤੋਂ ਘੱਟ ਦੇ ਮਾਲਕ ਨੇ ਉਹਨਾਂ ਨੂੰ ਲੈਂਡ ਰੈਵਨਿਊ ਨਹੀਂ ਪੈਂਦਾ। ਸਚ ਪਰਸਨ ਫਰਨਿਸ਼ ਰਿਟਰਨ ਟੂ ਦਾ ਰੈਵਨਿਊ ਆਫਿਸਰ। ਪਰ ਇੱਥੇ ਇਹ ਹੈਗਾ ਵੀ ਉਹਨਾਂ ਮਾਲਕਾਂ ਨੂੰ ਆਪਦੀ ਜਿਹੜੀ ਰਿਟਰਨ ਹੈਗੀ ਹੈ ਉਹ ਭਰ ਕੇ ਸਟੇਟਮੈਂਟ ਬਣਾ ਕੇ ਵੀ ਆਹ ਪਿੰਡ ਦੇ ਵਿੱਚ ਜਿਹੜਾ ਮੇਰਾ ਹੈਗਾ ਇਸ ਖੇਵੜ ਦੇ ਚ ਇੰਨਾ, ਇਸ ਖੇਵੜ ਚ ਇੰਨਾ, ਇਸ ਖੇਵੜ ਚ ਇੰਨਾ ਜਿਹੜਾ ਮੇਰਾ ਮਾਮਲਾ ਬਣਦਾ ਹੈ, ਉਹ ਜਿਹੜੀ ਮੇਰੀ ਜ਼ਮੀਨ ਹੈ ਉਹ 5 ਸਟੈਂਡਰਡ ਏਕੜ ਤੋਂ ਘੱਟ ਬਣਦੀ ਹੈ, ਇਸ ਕਰਕੇ ਆਈ ਐਮ ਨਾਟ ਲਾਇਬਲ ਟੂ ਪੇ ਦਾ ਲੈਂਡ ਰੈਵਨਿਊ। ਠੀਕ ਹੈ ਜੀ, ਪਰਸਨਲ ਰਿਟਰਨ ਭਰ ਕੇ ਦੇਣੀ ਹੋਏਗੀ। ਇੱਥੇ ਅੱਗੇ ਐਕਸਪਲੇਨੇਸ਼ਨ 1 ਚ ਕਿਹਾ ਗਿਆ HUF ਡੀਮ ਟੂ ਬੀ ਦਾ ਲੈਂਡ ਓਨਰ ਇਨ ਹੂਜ਼ ਨੇਮ ਇਟ ਇਜ਼ ਐਂਟਰਡ। ਕਈ ਸਾਂਝੇ ਘਰ ਹੁੰਦੇ ਨੇ ਜਿੱਥੇ ਹਿੰਦੂ ਅਨਡਿਵਾਈਡਡ ਫੈਮਿਲੀਜ਼ ਹੁੰਦੀਆਂ ਨੇ, ਉੱਥੇ ਜਿਹਦੇ ਨਾਂ ਤੇ ਜ਼ਮੀਨ ਦਰਜ ਹੋਏਗੀ ਰਿਕਾਰਡ ਦੇ ਵਿੱਚ, ਉਸ ਨੂੰ ਹੀ ਉਹਦੀ ਹੀ ਕਾਊਂਟਿੰਗ ਹੋਏਗੀ, ਰਿਕਾਰਡ ਉਹਦੇ ਨਾਂ ਤੇ ਜ਼ਮੀਨ ਗਿਣੀ ਜਾਏਗੀ। ਜਦੋਂ ਕਿਸੇ ਮਾਲਕ ਦੀ ਜ਼ਮੀਨ ਦੀ ਕਾਊਂਟਿੰਗ ਹੁੰਦੀ ਹੈ ਵੀ ਇਹਦੇ ਕੋਲ ਕਿੰਨੀ ਜ਼ਮੀਨ ਹੈ, ਤਾਂ HUF ਦੇ ਮਾਮਲੇ ਦੇ ਵਿੱਚ ਜਿਸ ਦੇ ਨਾਮ ਤੇ ਰਿਕਾਰਡ ਦਰਜ ਹੈਗਾ ਉਹਦੀ ਹੀ ਜ਼ਮੀਨ ਉਹ ਕਾਊਂਟ ਹੋਏਗੀ। ਸਟੈਂਡਰਡ ਏਕੜ ਦੀ ਗੱਲ ਕੀਤੀ ਗਈ। ਸਟੈਂਡਰਡ ਏਕੜ ਕੀ ਹੁੰਦਾ, ਇਹਦੀ ਡੈਫੀਨੇਸ਼ਨ ਦੱਸੀ ਗਈ ਹੈ। ਵੈਸੇ ਤਾਂ ਪੰਜਾਬ ਟੈਨੈਂਸੀ ਐਕਟ ਦੇ ਵਿੱਚ ਵੀ ਦੱਸੀ ਗਈ ਹੈ, ਸੈਕਸ਼ਨ ਪੰਜਾਬ ਟੈਨੈਂਸੀ ਐਗਰੀਕਲਚਰ ਲੈਂਡ ਐਕਟ 1955 ਬਣਿਆ ਹੋਇਆ, ਜਿਹੜਾ ਕਿ ਬਸ ਅੱਜ ਦੀ ਡੇਟ ਦੇ ਵਿੱਚ ਰਿਪੀਲ ਹੋ ਚੁੱਕਿਆ, ਪਰ ਤੁਹਾਨੂੰ ਫਿਰ ਵੀ ਪੇਪਰ ਦੇ ਵਿੱਚ ਤੇ ਇਹ ਹੈਗਾ। ਇਹਦੇ ਵਿੱਚ ਵੀ ਸਟੈਂਡਰਡ ਏਕੜ ਦੀ ਡੈਫੀਨੇਸ਼ਨ ਦਿੱਤੀ ਗਈ ਹੈ। ਇਸੇ ਤਰੀਕੇ ਨਾਲ ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨੋਰ ਐਕਟ 1953 ਇਹ ਵੀ ਅਸੀਂ ਪੜਾਂਗੇ। ਇਹ ਸਾਡਾ ਪੇਪਰ 3 ਨੰਬਰ ਦੇ ਪਾਰਟ ਨੇ, ਸ਼ਾਇਦ ਦੋਨੇ ਐਕਟ ਅਸੀਂ ਇਹਨੂੰ ਡਿਟੇਲ ਚ ਪੜਾਂਗੇ। ਇਹਦੇ ਵਿੱਚ ਵੀ ਸਟੈਂਡਰਡ ਏਕੜ ਦੀ ਡੈਫੀਨੇਸ਼ਨ ਦਿੱਤੀ ਗਈ ਹੈ। ਵੈਸੇ ਮੈਂ ਸਮਝਾ ਦਣਾ ਵੀ ਸਟੈਂਡਰਡ ਏਕੜ ਵੈਸੇ ਤਾਂ ਤੁਹਾਨੂੰ ਸਾਰੇ ਰੈਵਨਿਊ ਦੇ ਸਾਰੇ ਮਾਹਰ ਹੈਗੇ ਹੋ, ਪਰ ਕਈ ਬੰਦੇ ਜਿਹੜੇ ਸਾਡੇ ਹੈਗੇ ਪੜ੍ਹ ਰਹੇ, ਕਈ ਉਦੋਂ ਕਲੈਰੀਕਲ ਸੈਕਸ਼ਨ ਚੋਂ ਆਉਂਦੇ ਹੁੰਦੇ ਆ। ਸਟੈਂਡਰਡ ਏਕੜ ਕੀ ਹੁੰਦਾ ਹੈ? ਸਾਰੀ ਜਿਹੜੀ 16 ਵਾਲੀ ਜ਼ਮੀਨ, 16 ਆਨੇ ਦੀ ਜਿਹੜੀ ਜ਼ਮੀਨ ਹੁੰਦੀ ਹੈ, ਜਦੋਂ ਜ਼ਮੀਨ ਦੀ ਵੈਲਿਊ ਪਾਈ ਜਾਂਦੀ ਹੈ 16 ਆਨੇ ਦੀ ਜ਼ਮੀਨ ਨੂੰ ਸਟੈਂਡਰਡ ਏਕੜ ਕਿਹਾ ਜਾਂਦਾ ਹੈ। ਪਰ ਜੇਕਰ ਜ਼ਮੀਨ ਦੀ ਕੀਮਤ ਮੰਨ ਲਓ 5 ਕਿੱਲੇ ਜ਼ਮੀਨ ਹੈ,
ਉਹਦੀ ਕੀਮਤ ਜਿਹੜੀ ਹੈਗੀ ਹੈ ਜੋ ਤੈਅ ਕੀਤੀ ਗਈ ਹੈ ਉਹ 8 ਆਨੇ ਹੈ। ਤਾਂ ਜੇ ਜ਼ਮੀਨ 10 ਕਿੱਲੇ ਹੈ ਤਾਂ ਉਹਦੇ ਸਟੈਂਡਰਡ ਏਕੜ, ਜੇ 8 ਆਨੇ ਕੀਮਤ ਦੀ ਜ਼ਮੀਨ ਹੈ ਤਾਂ ਜਿਹੜੇ 10 ਕਿੱਲੇ ਦੀ ਜ਼ਮੀਨ ਨੂੰ ਅਸੀਂ 5 ਸਟੈਂਡਰਡ ਏਕੜ ਕਹਾਂਗੇ। ਇਸ ਕਿ ਜੇ 4 ਕਿੱਲੇ ਜ਼ਮੀਨ ਹੈ 8 ਆਨੇ ਕੀਮਤ ਦੀ ਜ਼ਮੀਨ ਹੈ ਤਾਂ ਉਸ ਨੂੰ 2 ਸਟੈਂਡਰਡ ਏਕੜ ਕਹਾਂਗੇ। ਜੇਕਰ 4 ਕਿੱਲੇ ਜ਼ਮੀਨ ਹੈ 25 ਪੈਸੇ ਕੀਮਤ ਦੀ ਜ਼ਮੀਨ ਹੈਗੀ ਹੈ, 4 ਆਨੇ ਕੀਮਤ ਦੀ ਜ਼ਮੀਨ ਹੈ ਤਾਂ ਉਹ 1 ਸਟੈਂਡਰਡ ਏਕੜ ਮੰਨਿਆ ਜਾਏਗਾ। ਠੀਕ ਹੈ ਜੀ, ਇਹ ਸਟੈਂਡਰਡ ਏਕੜ ਦੀ ਡੈਫੀਨੇਸ਼ਨ ਹੈਗੀ ਹੈ। ਨੈਕਸਟ ਹੈ ਸੈਕਸ਼ਨ 1B, ਇਫ ਰਿਟਰਨ ਫਾਈਲਡ ਇਜ਼ ਨਾਟ ਫਾਊਂਡ ਟੂ ਕਰੈਕਟ। ਜਦੋਂ ਕਿਸੇ ਮਾਲਕ ਨੇ 5 ਸਟੈਂਡਰਡ ਏਕੜ ਤੋਂ ਘੱਟ ਦਾ ਬੈਨੀਫਿਟ ਲੈਣਾ ਹੋਵੇ, ਮੈਨੂੰ ਮਾਮਲਾ ਦੇਣਾ ਨਹੀਂ ਬਣਦਾ ਹੈਗਾ। ਜੇਕਰ ਉਹਦੀ ਰਿਟਰਨ ਦੇ ਵਿੱਚ ਕੋਈ ਗਲਤੀ ਹੋਵੇ, ਫਾਊਂਡ ਟੂ ਕਰੈਕਟ ਆਫਟਰ ਹੀਅਰਿੰਗ ਇੰਟੈਕਟ ਟੂ ਪੇ ਪੈਨਲਟੀ ਇਨਕਰੈਕਟ। ਜੇ ਉਹਦੀ ਜਿਹੜੀ ਰਿਟਰਨ ਹੈ ਗਲਤ ਹੋਵੇ ਤਾਂ ਉਹਨੂੰ ਇੱਕ ਵਾਰੀ ਸੁਣਨਾ ਪਏਗਾ। ਸੁਣ ਕੇ ਬਾਅਦ ਜੇਕਰ ਫਿਰ ਵੀ ਸਾਬਤ ਹੋ ਜਾਂਦਾ ਵੀ ਹਾਂ ਜੀ ਜਿਹੜੀ ਰਿਟਰਨ ਭਰ ਕੇ ਦਿੱਤੇ ਨੇ ਗਲਤ ਦਿੱਤੀ ਹੈ, ਜਾਣ ਬੁੱਝ ਕੇ ਗਲਤ ਭਰ ਕੇ ਦਿੱਤੇ, ਤਾਂ ਉਸਨੂੰ ਜਿਹੜੀ ਹੈਗੀ ਪੈਨਲਟੀ ਵੀ ਲਗਾਈ ਜਾ ਸਕਦੀ ਹੈ। ਸਬਸੈਕਸ਼ਨ 2 ਚ ਕੀ ਹੈ, ਲੈਂਡ ਰੈਵਨਿਊ ਸ਼ੈਲ ਬੀ ਅਸੈਸਡ ਇਨ ਕੈਸ਼। ਉਹ ਤਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਜਿਹੜਾ ਲੈਂਡ ਰੈਵਨਿਊ ਹੈ ਕੈਸ਼ ਦੀ ਸ਼ੇਪ ਦੇ ਵਿੱਚ ਬਣਾਉਣ ਦੀ ਖਾਤਰ ਹੀ ਇਨ ਕਾਇੰਡ ਨੂੰ ਖਤਮ ਕਰਕੇ ਕਲੈਕਸ਼ਨ ਕਰਨੀ ਔਖੀ ਸੀਗੀ ਇਨ ਕਾਇੰਡ ਦੇ ਵਿੱਚ। ਇਸ ਕਰਕੇ ਜਿਹੜਾ ਲੈਂਡ ਰੈਵਨਿਊ ਹੈਗਾ ਉਹ ਕੈਸ਼ ਬਣਾਇਆ ਗਿਆ ਵੀ ਕੈਸ਼ ਦੇ ਵਿੱਚ ਪੇਮੈਂਟ ਕਰਨੀ ਹੋਏਗੀ ਲੈਂਡ ਓਨਰਸ ਨੇ। ਲੈਂਡ may be assessed to land revenue, maybe it is exempted by virtue assigned etc not payable to the government। ਇੱਥੇ ਕਿਹਾ ਗਿਆ ਵੀ ਬੇਸ਼ੱਕ ਜਿਹੜਾ ਲੈਂਡ ਰੈਵਨਿਊ ਅਸੀਂ ਅਸਾਈਨ ਕਰਦੇ ਕਿਸੇ ਵਿਅਕਤੀ ਨੂੰ, ਜਿਵੇਂ ਜ਼ਗੀਰਦਾਰ ਨੂੰ ਜਾਂ ਕਿਸੇ ਮਿਲਟਰੀ ਆਫੀਸਰ ਨੂੰ ਜਾਂ ਕਿਸੇ ਮਿਲਟਰੀ ਦੇ ਕਿਸੇ ਫੌਜੀ ਨੇ ਕੋਈ ਮਤਲਬ ਕਿ ਬਹਾਦਰੀ ਦਾ ਕੰਮ ਕੀਤਾ ਗਿਆ, ਠੀਕ ਹੈ, ਉਹਨੂੰ ਲੈਂਡ ਰੈਵਨਿਊ ਅਸਾਈਨ ਕਰ ਦਿੰਦੀ ਸੀ ਸਰਕਾਰ ਵੀ ਇਸ ਪਿੰਡ ਦਾ ਜਿਹੜਾ ਮਾਮਲਾ ਹੈਗਾ, ਇਸ ਪਿੰਡ ਦਾ ਅੱਧਾ ਜਾਂ ਇਸ ਪਿੰਡ ਦਾ ਸਾਰਾ ਮਾਮਲਾ ਜਾਂ 2 ਪਿੰਡਾਂ ਦਾ ਮਾਮਲਾ ਜਿਹੜਾ ਹੈਗਾ ਇਸ ਜ਼ਗੀਰਦਾਰ ਨੂੰ ਪੇ ਕੀਤਾ ਜਾਏਗਾ। ਇਹਨੂੰ ਕਹਿੰਦੇ ਸੀ ਲੈਂਡ ਅਸਾਈਨਮੈਂਟ ਆਫ ਦਾ ਲੈਂਡ ਰੈਵਨਿਊ। ਠੀਕ ਹੈ, ਤੇ ਇਸ ਕਰਕੇ ਇਹ ਗਵਰਨਮੈਂਟ ਨੂੰ ਪੇ ਤਾਂ ਹੁੰਦਾ ਨਹੀਂ, ਪੇਮੈਂਟ ਤਾਂ ਇਹਦੀ ਉਸ ਵਿਅਕਤੀ ਨੂੰ ਹੁੰਦੀ ਜਿਹਨੂੰ ਅਸਾਈਨ ਕੀਤਾ ਗਿਆ। ਪਰ ਫਿਰ ਵੀ ਇੱਥੇ ਕਿਹਾ ਗਿਆ ਵੀ ਜੇ ਲੈਂਡ ਰੈਵਨਿਊ ਹੈਗਾ ਉਹਦੀ ਅਸੈਸਮੈਂਟ ਹੋਏਗੀ। ਜੇਕਰ ਅਸੈਸਮੈਂਟ ਹੋਈ ਤਾਂ ਹੀ ਅਸੀਂ ਕਿਸੇ ਨੂੰ ਪੇ ਕਰ ਸਕਾਂਗੇ। ਜੇਕਰ ਸਰਕਾਰ ਦੇ ਖਾਤੇ 'ਚ ਬੇਸ਼ੱਕ ਨਹੀਂ ਜਮ੍ਹਾਂ ਹੁੰਦਾ ਪਰ ਕਿਸੇ ਵਿਅਕਤੀ ਦੇ ਖਾਤੇ ਦਾ ਜਮ੍ਹਾਂ ਹੋਏਗਾ, ਇਸ ਕਰਕੇ ਲੈਂਡ ਰੈਵਨਿਊ ਬੇਸ਼ੱਕ ਅਸੀਂ ਅਸਾਈਨ ਕਰ ਦਿੱਤਾ ਜਾਂ ਮਾਫ ਕਰ ਦਿੱਤਾ ਪਰ ਫਿਰ ਵੀ ਜਿਹੜੀ ਹੈਗੀ ਹੈ ਅਸੈਸਮੈਂਟ ਕੀਤੀ ਜਾਂਦੀ ਹੈ। ਸਬਸੈਕਸ਼ਨ 4 ਕਿਹਾ ਗਿਆ ਲੈਂਡ ਰੈਵਨਿਊ ਮੇ ਬੀ ਅਸੈਸਡ ਫਿਕਸਡ ਐਨੂਅਲ ਚਾਰਜ ਲਮਸਮ ਔਰ ਇੰਸਟਾਲਮੈਂਟ। ਜਿਹੜਾ ਲੈਂਡ ਰੈਵਨਿਊ ਹੈ ਇਹ ਅਸੈਸਮੈਂਟ ਕੀਤੀ ਜਾਂਦੀ ਹੈ। ਆਪਾਂ ਦੇਖਦੇ ਹਾਂ ਰੋਜ਼, ਇਸ ਤੋਂ ਪਹਿਲਾਂ ਜਿਹੜੇ ਬੰਦੇ ਕਾਫੀ ਦੇਰ ਤੋਂ ਜੌਬ ਦੇ ਵਿੱਚ ਹੈਗੇ ਆ, ਲੈਂਡ ਰੈਵਨਿਊ ਦੀ ਜਿਹੜੀ ਕਲੈਕਸ਼ਨ ਹੁੰਦੀ ਸੀਗੀ ਛਮਾਹੀ, ਲਮਸਮ ਔਰ ਇੰਸਟਾਲਮੈਂਟਸ। ਮੇ ਵੀ ਕਿਸੇ ਜਗ੍ਹਾ ਤੇ ਇਹ ਲਮਸਮ ਇੱਕ ਸਾਲ ਦੀ ਲਈ ਜਾਂਦੀ ਹੋਵੇ, ਠੀਕ ਹੈ, ਪਰ ਜ਼ਿਆਦਾਤਰ ਆਪਣੇ ਪੰਜਾਬ ਦੀ ਗੱਲ ਕਰਦੀ ਇਹ ਇੰਸਟਾਲਮੈਂਟ ਸੌਣੀ ਤੇ ਹਾੜੀ ਇਹਦੀ ਕਲੈਕਸ਼ਨ ਕੀਤੀ ਜਾਂਦੀ ਸੀਗੀ। ਇਹੀ ਹੈਗਾ ਸਬਸੈਕਸ਼ਨ 4 ਦੇ ਵਿੱਚ, ਲੈਂਡ ਰੈਵਨਿਊ ਮੇ ਬੀ ਅਸੈਸਡ ਫਿਕਸਡ ਐਨੂਅਲ ਚਾਰਜ ਲਮਸਮ ਔਰ ਇੰਸਟਾਲਮੈਂਟ। ਇਹ ਫਿਕਸ ਕੀਤਾ ਜਾਂਦਾ ਹੈ, ਇਹ ਵਾਰ-ਵਾਰ ਚੇਂਜ ਨਹੀਂ ਹੁੰਦਾ। ਜਦੋਂ ਤੱਕ ਅਸੈਸਮੈਂਟ ਚੇਂਜ ਨਹੀਂ ਹੁੰਦੀ ਦੁਬਾਰਾ ਜਾ ਕੇ ਉਦੋਂ ਤੱਕ ਇਹ ਲੈਂਡ ਰੈਵਨਿਊ ਚੇਂਜ ਨਹੀਂ ਕੀਤਾ ਜਾਂਦਾ। ਇਹ ਫਿਕਸ ਹੁੰਦਾ ਹੈਗਾ, ਹਰ ਸਾਲ ਦਾ ਪੂਰੇ ਸਾਲ ਦਾ ਇੱਕ ਹੁੰਦਾ, ਉਹਨੂੰ 2 ਛਮਾਹੀਆਂ ਦੇ ਵਿੱਚ ਜਿਹੜਾ ਲਿਆ ਜਾਂਦਾ ਹੈ। ਜਾਂ ਫਿਰ ਇਹ ਰੇਟਸ ਪਰ ਏਕੜ, ਕਿਸੇ ਜਗ੍ਹਾ ਤੇ ਐਸਾ ਵੀ ਹੋ ਸਕਦਾ ਹੈ ਕਿਸੇ ਸਟੇਟ 'ਚ ਹੋਵੇ ਪਰ ਪੰਜਾਬ ਦੇ ਵਿੱਚ ਤਾਂ ਮੈਂ ਕਿਤੇ ਦੇਖਿਆ ਨਹੀਂ ਹੈਗਾ ਵੀ ਰੇਟਸ ਪਰ ਏਕੜ ਦਾ ਜਿਹੜਾ ਰੇਟ ਹੈ ਫਿਕਸ ਕੀਤਾ ਜਾਂਦਾ ਹੈ ਵੀ ਜੇਕਰ ਉਹ ਕਣਕ ਬੀਜੇਗਾ ਤਾਂ ਉਹ ਤੋਂ ਪਰ ਏਕੜ ਦੇ ਹਿਸਾਬ ਨਾਲ ਇੰਨੇ ਪੈਸੇ ਮਾਮਲਾ ਬਣੇਗਾ ਉਹਦਾ। ਜੇਕਰ ਉਹ ਛੋਲੇ ਬੀਜੇਗਾ ਤਾਂ ਉਦੋਂ ਤੋਂ ਪਰ ਏਕੜ ਦੇ ਹਿਸਾਬ ਨਾਲ ਇੰਨੇ ਪੈਸੇ ਲਏ ਜਾਣਗੇ, ਮੱਕੀ ਬੀਜੇਗਾ ਤਾਂ ਇੰਨੇ ਪੈਸੇ ਲਏ ਜਾਣਗੇ। ਠੀਕ ਹੈ, ਇਹ ਹੈਗਾ ਰੇਟਸ ਪਰ ਏਕੜ ਔਰ ਐਜ਼ ਪਰ ਦਾ ਕ੍ਰੌਪ ਸੋਨ ਡਿਊਰਿੰਗ ਐਨੀ ਹਾਰਵੈਸਟ ਔਰ ਈਅਰ, ਵੀ ਕਿਸ ਸਾਲ ਦੇ ਵਿੱਚ ਕਿਹੜੀ ਫਸਲ ਉਹਨੇ ਬੀਜਣੀ ਹੈ ਤਾਂ ਉਹਦੇ ਤੋਂ ਕਿੰਨਾ ਲੈਂਡ ਰੈਵਨਿਊ ਲਿਆ ਜਾਣਾ ਹੈ। ਇਹ ਬਹੁਤ ਪੇਚੀਦਾ ਕੰਮ ਸੀਗਾ, ਔਖਾ ਕੰਮ ਸੀਗਾ, ਪਰ ਮੈਂ ਤਾਂ ਪੰਜਾਬ 'ਚ ਕਦੇ ਦੇਖਿਆ ਨਹੀਂ, ਮੇ ਵੀ ਕਿਸੇ ਹੋਰ ਸਟੇਟ ਦੇ 'ਚ ਹੀ ਚੱਲਦਾ ਹੋਵੇ। ਠੀਕ ਹੈ, ਪਰ ਇਹ ਪ੍ਰੋਵੀਜ਼ਨ ਹੈਗੀ ਹੈ ਵੀ ਫਸਲ ਦੇ ਨਾਲ ਵੀ ਤੈਅ ਹੁੰਦਾ ਸੀ ਲੈਂਡ ਰੈਵਨਿਊ। ਨੈਕਸਟ ਆ ਗਿਆ ਸੈਕਸ਼ਨ 48A ਬੇਸਿਸ ਆਫ ਦਾ ਅਸੈਸਮੈਂਟ। ਉੱਪਰ ਅਸੀਂ ਪੜ੍ਹ ਕੇ ਗਏ ਹਾਂ ਵੀ ਲੈਂਡ ਰੈਵਨਿਊ ਕਿਉਂ ਲਗਾਇਆ ਜਾਂਦਾ ਹੈ, ਕੀ ਕਾਰਨ ਸੀਗੇ। ਹੁਣ ਲੈਂਡ ਰੈਵਨਿਊ ਲਗਾਉਣ ਦੀ ਖਾਤਰ ਅਸੈਸਮੈਂਟ ਕੀਤੀ ਜਾਂਦੀ ਹੈ, ਜ਼ਮੀਨ ਦੀ ਅਸੈਸਮੈਂਟ ਕੀਤੀ ਜਾਂਦੀ ਹੈ ਵੀ ਕਿਸ ਜ਼ਮੀਨ ਨੂੰ ਜਿਹੜਾ ਹੈਗਾ ਕਿੰਨਾ ਲੈਂਡ ਰੈਵਨਿਊ ਲੱਗਿਆ, ਕਿਸ ਜ਼ਮੀਨ ਨੂੰ ਕਿੰਨਾ ਲੈਂਡ ਰੈਵਨਿਊ ਲੱਗਿਆ। ਮਤਲਬ ਕਹਿਣ ਦਾ ਭਾਵ ਇਹ ਹੈ ਸੈਕਸ਼ਨ 48A ਕਹਿੰਦਾ ਬੇਸਿਸ ਆਫ ਦਾ ਅਸੈਸਮੈਂਟ, ਅਸੈਸਮੈਂਟ ਦਾ ਬੇਸ ਕੀ ਹੋਏਗਾ। ਅਸੈਸਮੈਂਟ ਕਰਦੇ ਵੇਲੇ ਕਿਸ ਪ੍ਰਾਪਰਟੀ ਨੂੰ ਕਿੰਨਾ ਲੈਂਡ ਰੈਵਨਿਊ ਲੱਗਣਾ ਹੈ। ਦੇਖੋ ਕੀਮਤ ਦੀ ਗੱਲ ਵੱਖਰੀ ਹੈ, ਕੋਈ ਜ਼ਮੀਨ 16 ਆਨੇ ਦੀ ਕੀਮਤ ਦੀ ਹੋ ਸਕਦੀ ਹੈ, ਕੋਈ ਜ਼ਮੀਨ 8 ਆਨੇ ਕੀਮਤ ਦੀ ਹੋ ਸਕਦੀ ਹੈ, ਕੋਈ 4 ਆਨੇ ਦੀ ਹੋ ਸਕਦੀ ਹੈ, 2 ਆਨੇ ਦੀ, 6 ਆਨੇ ਦੀ ਹੋ ਸਕਦੀ ਹੈ। ਠੀਕ ਹੈ, 12 ਆਨੇ ਕੀਮਤ ਦੀ ਜ਼ਮੀਨ ਹੋ ਸਕਦੀ ਹੈ, ਇੱਕ ਤਾਂ ਉਹ ਵੀ ਤਰੀਕਾ ਹੋ ਸਕਦਾ ਹੈ। ਪਰ ਇੱਥੇ ਕਿਹਾ ਗਿਆ
ਵੀ ਬੇਸਿਸ ਆਫ ਦਾ ਅਸੈਸਮੈਂਟ ਕੀ ਹੋਏਗਾ। ਜਦੋਂ ਅਸੈਸਮੈਂਟ ਕਿਸੇ ਜ਼ਮੀਨ ਦੀ ਹੋਣੀ ਹੈ ਤਾਂ ਉਸ ਜ਼ਮੀਨ ਨੂੰ ਮਾਮਲਾ ਤੈਅ ਕੀਤਾ ਜਾਣਾ ਹੈ। ਮਾਮਲਾ ਤੈਅ ਕਰਨ ਦਾ ਤਰੀਕਾ ਕੀ ਹੋਏਗਾ। ਸੈਕਸ਼ਨ 48A ਕਲੌਜ਼ A ਐਵਰੇਜ ਮਨੀ ਵੈਲਿਊ ਆਫ ਦਾ ਨੈਟ ਅਸੈਟਸ ਆਫ ਦਾ ਲੈਂਡ। ਉਹ ਜਿਹੜੀ ਜ਼ਮੀਨ ਹੈਗੀ ਹੈ, ਮੰਨ ਲਓ ਕਿ ਅਸੈਸਮੈਂਟ ਸਰਕਲ ਦੇ ਵਿੱਚ ਕੁਛ ਕਿਸੇ ਇੱਕ ਲੈਂਡ ਹੋਲਡਿੰਗ, ਕਿਸੇ ਇੱਕ ਮਾਲਕ ਦੀ ਜ਼ਮੀਨ ਦਾ ਜਿਹੜਾ ਮਾਮਲਾ ਹੈਗਾ ਉਹ ਅਸੀਂ ਤੈਅ ਕਰਨ ਜਾ ਰਹੇ ਹਾਂ, ਅਸੈਸਮੈਂਟ ਆਫੀਸਰ ਤੈਅ ਕਰਨ ਜਾ ਰਿਹਾ ਹੈ, ਤਾਂ ਕੀ ਦੇਖੇਗਾ ਉਹਦਾ ਮਾਮਲਾ ਕਿੰਨਾ ਲੱਗੇਗਾ, ਉਸ ਮਾਲਕ ਨੂੰ ਕਿੰਨਾ ਮਾਮਲਾ ਲੈਣਾ ਹੈ। ਉਹ ਦੇਖੇਗਾ ਨੈਟ ਅਸੈਟਸ ਆਫ ਦਾ ਲੈਂਡ। ਨੈਟ ਅਸੈਟਸ ਕੀ ਹੁੰਦੇ ਨੇ, ਅਸੀਂ ਡੈਫੀਨੇਸ਼ਨ ਪੜ੍ਹੀ ਸੀ ਨੈਟ ਅਸੈਟਸ ਦੀ ਪਹਿਲਾਂ ਸੈਕਸ਼ਨ 3 ਦੇ ਵਿੱਚ। ਲੈਂਡ ਨੂੰ ਏਸੀ ਐਕਟ ਦਾ ਸੈਕਸ਼ਨ 3 ਪੜ੍ਹਿਆ ਸੀਗਾ। ਨੈਟ ਅਸੈਟਸ ਦੀ ਪੂਰੀ ਬਹੁਤ ਵੱਡੀ ਡੈਫੀਨੇਸ਼ਨ ਦਿੱਤੀ ਗਈ ਹੈ। ਇਹ ਵੀ ਕੁਐਸਚਨ ਆਮ ਤੌਰ ਤੇ ਆਉਂਦਾ ਰਹਿੰਦਾ, ਨੈਟ ਅਸੈਟਸ ਕੀ ਹੁੰਦੇ ਨੇ, ਨੈਟ ਲੈਟਿੰਗ ਵੈਲਿਊ ਕੀ ਹੁੰਦੀ ਹੈ। ਨੈਟ ਅਸੈਟਸ ਹੁੰਦਾ ਕੀ ਹੈ, ਚਲੋ ਮੈਂ 2 ਮਿੰਟ ਲਈ ਫੇਰ ਬਰੀਫ ਕਰਦਾ ਹਾਂ। ਨੈਟ ਅਸੈਟਸ ਉਹ ਹੁੰਦਾ ਹੈ ਕਿਸੇ ਖੇਤ ਦੀ ਜੋ ਫਸਲ ਬੀਜੀ ਵੀ ਹੈ, ਉਸ ਫਸਲ ਦੇ ਵਿੱਚ ਕਿੰਨਾ ਖਰਚਾ ਆਇਆ, ਪਾਣੀ ਲਗਾਉਣ ਤੇ, ਖਾਦ ਪਾਉਣ ਤੇ, ਬੀਜ ਬੀਜਣ ਤੇ, ਜਾਂ ਹੋਰ ਲੇਬਰ ਕਿੰਨੀ ਖਰਚ ਆਈ, ਉਹ ਸਾਰੇ ਖਰਚੇ ਕੱਢ ਕੇ, ਠੀਕ ਹੈ, ਜੋ ਅਮਾਉਂਟ ਬਚੀ ਉਸ ਖੇਤ ਦੇ ਵਿੱਚੋਂ, ਉਸ ਨੂੰ ਅਸੀਂ ਨੈਟ ਅਸੈਟਸ ਕਹਿੰਦੇ ਆ। ਨੈਟ ਅਸੈਟਸ ਆਫ ਦਾ ਲੈਂਡ। ਸਾਰੇ ਖਰਚੇ ਕੱਢ ਕੇ ਜੋ ਬਾਕੀ ਬਚ ਗਿਆ, ਜੋ ਪੈਦਾਵਾਰ ਬਚ ਗਈ ਖਰਚੇ ਕੱਢ ਕੇ, ਉਹਦੀ ਕੀ ਵੈਲਿਊ ਹੈ, ਠੀਕ ਹੈ, ਐਵਰੇਜ ਮਨੀ ਵੈਲਿਊ, ਉਹਦੀ ਵੈਲਿਊ ਕਿੰਨੀ ਹੈ ਪ੍ਰੋਡਿਊਸ ਦੀ, ਉਹਨੂੰ ਅਸੀਂ ਨੈਟ ਅਸੈਟਸ ਕਹਿੰਦੇ ਆ। ਇਹ ਤਾਂ ਗੱਲ ਹੋ ਗਈ, ਮਤਲਬ ਬੇਸ ਕੀ ਬਣੇਗਾ। ਉਹ ਤਾਂ ਜੇ ਐਗਰੀਕਲਚਰ ਲੈਂਡ ਹੈ ਤਾਂ ਉਹਦਾ ਨੈਟ ਅਸੈਟਸ ਵੈਲਿਊ ਦੇਖੀ ਜਾਏਗੀ, ਐਵਰੇਜ ਦੇਖੀ ਜਾਏਗੀ ਵੀ ਇਸ ਖੇਤ ਦੀ ਕਿੰਨੀ ਪੈਦਾਵਾਰ ਹੁੰਦੀ ਹੈ, ਖਰਚੇ ਖੁਰਚੇ ਕੱਢ ਕੇ ਕਿੰਨੇ ਪੈਸੇ, ਤੇ ਫਿਰ ਕਿੰਨੇ ਪੈਸੇ ਇਸ ਨੂੰ ਖੇਤ ਨੂੰ ਜਿਹੜਾ ਹੈਗਾ ਮਾਮਲਾ ਲੱਗੇਗਾ, ਉਹ ਆਪਾਂ ਅੱਗੇ ਜਾ ਕੇ ਦੇਖਦੇ ਹਾਂ। ਪਹਿਲਾਂ ਗੱਲ ਕੀਤੀ ਗਈ ਹੈ ਨੈਟ ਅਸੈਟਸ ਦੀ, ਜੇ ਐਗਰੀਕਲਚਰ ਲੈਂਡ ਹੋਵੇ। ਦੂਜੀ ਗੱਲ ਹੈਗੀ ਹੈ ਬੀ ਕਲੌਜ਼ ਦੇ 20 ਦੇ ਵਿੱਚ ਨਾਟ ਐਗਰੀਕਲਚਰ ਲੈਂਡ। ਜੇਕਰ ਜਿਹੜੀ ਲੈਂਡ ਹੈ ਉਹ ਨਾਟ ਐਗਰੀਕਲਚਰ ਹੋਵੇ ਤਾਂ ਉਹਦਾ ਬੇਸ ਕੀ ਹੋਏਗਾ। ਉਹਦਾ ਬੇਸ ਹੋਇਆ ਉਹਦਾ ਨੈਟ ਵੈਲਿਊ, ਨੈਟ ਲੈਟਿੰਗ ਵੈਲਿਊ ਦੇਖੀ ਜਾਏਗੀ। ਨੈਟ ਲੈਟਿੰਗ ਵੈਲਿਊ ਦੀ ਐਵਰੇਜ ਕੱਢੀ ਜਾਏਗੀ। ਨੈਟ ਲੈਟਿੰਗ ਵੈਲਿਊ ਕੀ ਹੁੰਦੀ ਹੈ, ਕੋਈ ਬਿਲਡਿੰਗ, ਕੋਈ ਫੈਕਟਰੀ, ਕੋਈ ਮਕਾਨ ਕਿਰਾਏ ਤੇ ਦੇ ਦਿੱਤਾ, ਠੀਕ ਹੈ, ਉਹਦੇ ਤੇ ਖਰਚੇ ਕੀ ਪਏ, ਉਹਦੀ ਪ੍ਰੋਪਰਟੀ ਟੈਕਸ ਕੀ ਅਦਾ ਕੀਤਾ, ਉਹਦੇ ਕੈਪੀਟਲ ਕਿੰਨੀ ਲੱਗੀ ਸੀਗਾ, ਉਹਦੀ ਐਵਰੇਜ 15% ਡੈਪਰੀਸੀਏਸ਼ਨ ਕੱਢੀ ਜਾਂਦੀ ਹੈ ਹਰ ਸਾਲ ਉਸ ਬਿਲਡਿੰਗ ਦੇ ਉੱਪਰ, ਠੀਕ ਹੈ। ਉਹਦੇ ਸਾਰੇ ਖਰਚੇ ਕੱਢ ਕੇ ਉਹਦਾ ਕਿਰਾਇਆ ਕਿੰਨਾ ਬਚ ਗਿਆ, ਮਾਲਕ ਨੂੰ ਕਿੰਨਾ ਪ੍ਰੋਫਿਟ ਹੋਇਆ, ਠੀਕ ਹੈ। ਜੇਕਰ ਐਗਰੀਕਲਚਰ ਲੈਂਡ ਨਹੀਂ ਹੈਗੀ, ਨਾਨ ਐਗਰੀਕਲਚਰ ਲੈਂਡ ਹੈਗੀ ਹੈ, ਬਿਲਡਿੰਗ ਵਗੈਰਾ ਹੈਗੀ, ਕੋਈ ਫੈਕਟਰੀ ਵਗੈਰਾ ਹੈਗੀ ਹੈ, ਤਾਂ ਕਿਰਾਇਆ ਕਿੰਨਾ ਬਚ ਗਿਆ, ਉਹ ਕਿਰਾਏ ਨੂੰ ਦੇਖਦੇ ਹੋਏ ਤੇ ਫਿਰ ਉਹਦੇ ਉੱਪਰ ਜਿਹੜਾ ਲੈਂਡਰ ਨੂੰ ਫਿਕਸ ਕੀਤਾ ਜਾਂਦਾ ਹੈ। ਔਰ ਔਨ ਐਵਰੇਜ ਮਾਰਕੀਟ ਵੈਲਿਊ ਆਫ ਦਾ ਸਾਈਟ ਇਫ ਨੈਟ ਲੈਟਿੰਗ ਵੈਲਿਊ ਨਾਟ ਅਸਰਟੇਨਡ। ਜੇਕਰ ਜੇ ਕੋਈ ਇਦਾਂ ਦੀ ਪ੍ਰਾਪਰਟੀ ਨਾਨ ਐਗਰੀਕਲਚਰ ਲੈਂਡ ਹੈਗੀ ਹੈ, ਉਹਦੀ ਨੈਟ ਲੈਟਿੰਗ ਵੈਲਿਊ ਨਹੀਂ ਅਸੀਂ ਅਸਰਟੇਨ ਕਰ ਸਕਦੇ ਕਿ ਉਹ ਬਿਲਡਿੰਗ ਕਿਰਾਏ ਤੇ ਨਹੀਂ ਚੜ੍ਹ ਰਹੀ, ਮੰਨ ਲਓ ਇਹ ਕਹਿ ਲਈਏ ਅਸੀਂ, ਤਾਂ ਜਿਹੜੀ ਉਸ ਬਿਲਡਿੰਗ ਹੈ, ਉਸ ਪ੍ਰਾਪਰਟੀ ਹੈ, ਉਹਦੀ ਮਾਰਕੀਟ ਵੈਲਿਊ ਕੀ ਹੈ, ਉਹਦੀ ਐਵਰੇਜ ਕੀ ਹੈ, ਉਹਦੇ ਤੋਂ ਜਿਹੜਾ ਹੈਗਾ ਮਾਮਲਾ ਤੈਅ ਕੀਤਾ ਜਾਂਦਾ ਹੈ। ਦੈਨ ਹੈਗਾ ਸ਼ਰਤ ਦੀ ਚਲਾਈ ਗਈ ਹੈ ਵੈਨ ਸਪੈਸ਼ਲ ਅਸੈਸਮੈਂਟ ਇਜ਼ ਮੇਡ ਅੰਡਰ ਸੈਕਸ਼ਨ 59। ਸੈਕਸ਼ਨ 59 ਹੈਗਾ ਸਪੈਸ਼ਲ ਅਸੈਸਮੈਂਟ ਦਾ ਹੈਗਾ, ਉਹ ਅਸੀਂ ਅੱਗੇ ਜਾ ਕੇ ਪੜਾਂਗੇ। ਲੈਂਡ ਰੈਵਨਿਊ ਮੇ ਬੀ ਅਸੈਸਡ ਐਜ਼ ਫਿਕਸਡ ਐਨੂਅਲ ਚਾਰਜ, ਲੰਪ ਸਮ ਔਰ ਇੰਸਟਾਲਮੈਂਟ। ਉਹ ਅਸੀਂ ਦੇਖ ਚੁੱਕੇ ਹਾਂ ਪਹਿਲਾਂ ਹੀ ਵੀ ਜਿਹੜਾ ਲੈਂਡ ਰੈਵਨਿਊ ਲੱਗਦਾ ਹੈਗਾ ਉਹ ਫਿਕਸ ਲੱਗਦਾ ਹੈ, ਚਾਹੇ ਉਹ ਇੱਕ ਕਿਸ਼ਤ 'ਚ ਹੋਵੇ, ਚਾਹੇ ਉਹ ਲੰਪ ਸਮ ਪੇ ਕੀਤਾ ਜਾਵੇ। ਸੈਕਸ਼ਨ 48B ਲਿਮਿਟ ਆਫ ਦਾ ਅਸੈਸਮੈਂਟ। ਹੁਣ ਦੇਖੋ ਇੱਥੇ ਇੱਕ ਲਿਮਿਟ ਦਿੱਤੀ ਗਈ ਹੈ ਵੀ ਕਿਸੇ ਨੂੰ ਮਾਮਲਾ ਲਗਾਉਣਾ ਕਿੰਨਾ ਹੈ। ਉੱਪਰ ਤਾਂ ਅਸੀਂ ਬੇਸ ਦੇਖ ਲਿਆ ਵੀ ਨੈਟ ਅਸੈਟਸ ਆਫ ਦਾ ਲੈਂਡ ਦੇਖਾਂਗੇ ਜਾਂ ਨੈਟ ਵੈਲਿਊ ਦੇਖਾਂਗੇ, ਨੈਟ ਲੈਟਿੰਗ ਵੈਲਿਊ ਦੇਖਾਂਗੇ, ਠੀਕ ਹੈ। ਪਰ ਉਹਦੀ ਵੀ ਕੋਈ ਲਿਮਿਟ ਹੁੰਦੀ ਹੈ ਵੀ ਕਿਸੇ ਵਿਅਕਤੀ ਦਾ ਮਾਮਲਾ ਜਿਹੜਾ ਉਹਨੂੰ ਕਿੰਨਾ ਲੈਣਾ, ਉਹਦੀ ਮੈਕਸਿਮਮ ਲਿਮਿਟ ਕੀ ਹੈ। ਕਿਸੇ ਖੇਤ ਨੂੰ ਮਾਮਲਾ ਲਾਉਣ ਦੇ ਸਮੇਂ ਕੀ ਦੇਖਿਆ ਜਾਏਗਾ। ਸੈਕਸ਼ਨ 48B ਲਿਮਿਟ ਆਫ ਅਸੈਸਮੈਂਟ ਇਫ ਲੈਂਡ ਰੈਵਨਿਊ ਅਸੈਸਡ ਫਿਕਸਡ ਐਨੂਅਲ ਚਾਰਜ, ਜੋ ਤੁਸੀਂ ਮਾਮਲਾ ਲਾਉਂਦੇ ਆ, ਫਿਕਸ ਲਾਉਂਦੇ ਆ, ਸ਼ੈਲ ਨਾਟ ਐਕਸੀਡ 1/4 ਆਫ ਦਾ ਐਸਟੀਮੇਟ ਮਨੀ ਵੈਲਿਊ ਦਾ ਨੈਟ ਅਸੈਟਸ। ਇੱਥੇ ਕਿਹਾ ਗਿਆ ਵੀ ਜਿਹੜਾ ਮਾਮਲਾ ਲਗਾਉਣਾ ਹੈ, ਜਿੰਨੇ ਪੈਸੇ ਉਹ ਬੰਦੇ ਨੂੰ ਬਚਦੇ ਨੇ, ਵੈਲਿਊ ਬਣਦੀ ਉਹਦੀ, ਸਾਰੇ ਖਰਚੇ ਖੁਰਚੇ ਕੱਢ ਕੇ ਉਹਦੇ ਉਸ ਬਚੀ ਹੋਈ ਅਮਾਊਂਟ ਪ੍ਰੋਫਿਟ ਤੋਂ, ਮਤਲਬ ਇਹ ਕਹਿ ਲਈਏ ਪ੍ਰੋਫਿਟ ਦਾ 1/4 ਤੋਂ ਵੱਧ ਜਿਹੜਾ ਹੈਗਾ ਮਾਮਲਾ ਨਹੀਂ ਹੋਣਾ ਚਾਹੀਦਾ। 1/4 ਤੋਂ ਵੱਧ shall not exceed 1/4 of the estimate money value of the net assets of the such assessment circle। ਉਸ ਅਸੈਸਮੈਂਟ ਸਰਕਲ ਦੀ ਤੈਅ ਕਰਕੇ ਘੱਟੋ ਘੱਟ ਮਤਲਬ ਕਿ 1/4 ਹਿੱਸਾ ਜੋ ਵੈਲਿਊ ਬਣਦੀ ਹੈ ਖਰਚੇ ਖੁਰਚੇ ਕੱਢ ਕੇ ਉਸ ਪੈਦਾਵਾਰ ਦੀ, ਤਾਂ ਉਹਦਾ 1/4 ਹਿੱਸੇ ਤੋਂ ਵੱਧ ਜਿਹੜਾ ਹੈਗਾ ਮਾਮਲਾ ਫਿਕਸ ਨਹੀਂ ਕੀਤਾ ਜਾਂਦਾ। ਇਹ ਤਾਂ ਹੈਗੀ ਐਗਰੀਕਲਚਰ ਲੈਂਡ ਦੀ ਗੱਲ। ਇਸੇ ਦੀ ਕਿ ਨਾਨ ਐਗਰੀਕਲਚਰ ਲੈਂਡ ਜੇ ਹੋਵੇ ਉਹਦਾ ਮਾਮਲਾ ਕਿਵੇਂ ਤੈਅ ਹੁੰਦਾ ਹੈ, ਨਾਟ ਐਕਸੀਡ 1/4
ਉਹਦਾ ਐਸਟੀਮੇਟ ਐਵਰੇਜ। ਇਹਦੇ ਵਿੱਚ ਵੀ ਹੈਗਾ ਵੀ 1/4 ਹਿੱਸੇ ਤੋਂ ਵੱਧ ਜੇ ਕੋਈ ਪ੍ਰੋਫਿਟ ਆਉਂਦਾ ਉਹਦਾ ਕਿਰਾਇਆ ਗੁਰੂ ਤੇ ਦੇ ਕੇ 1/4 ਤੋਂ ਵੱਧ ਜਿਹੜਾ ਹੈਗਾ ਉਹ ਉਸ ਨੂੰ ਮਾਮਲਾ ਨਹੀਂ ਲਗਾਇਆ ਜਾਂਦਾ। ਔਰ ਨਾਟ ਐਕਸੀਡ 2 to 4% ਐਵਰੇਜ ਮਾਰਕੀਟ ਵੈਲਿਊ। ਜਾਂ ਫਿਰ ਜੇ ਉਹਦੀ ਨੈਟ ਲੈਟਿੰਗ ਵੈਲਿਊ ਪ੍ਰਾਪਤ ਨਹੀਂ ਹੁੰਦੀ, ਅਸਰਟੇਨ ਨਹੀਂ ਹੁੰਦੀ, ਤਾਂ 2 ਤੋਂ ਲੈ ਕੇ 4% ਜਿਹੜੀ ਐਵਰੇਜ ਮਾਰਕੀਟ ਵੈਲਿਊ ਉਸ ਜ਼ਮੀਨ ਦੀ ਹੈਗੀ ਹੈ ਉਹਦਾ ਜਿਹੜਾ 2 ਤੋਂ ਲੈ ਕੇ 4% ਤੱਕ ਜਿਹੜਾ ਮਾਮਲਾ ਲਗਾਇਆ ਜਾ ਸਕਦਾ, ਵੱਧ ਨਹੀਂ ਲਗਾਇਆ ਜਾ ਸਕਦਾ। ਜਨਰਲ ਅਸੈਸਮੈਂਟ। ਦੇਖੋ ਅਸੈਸਮੈਂਟ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਤਾਂ ਜਨਰਲ ਅਸੈਸਮੈਂਟ ਹੁੰਦੀ ਹੈ, ਇੱਕ ਸਪੈਸ਼ਲ ਅਸੈਸਮੈਂਟ ਹੁੰਦੀ ਹੈ, ਰੀਅਸੈਸਮੈਂਟ ਹੋ ਜਾਂਦੀ ਹੈ। ਜਨਰਲ ਅਸੈਸਮੈਂਟ ਕੀ ਸੀਗੀ? ਜਨਰਲ ਅਸੈਸਮੈਂਟ ਉਦੋਂ ਸੀ ਜਦੋਂ ਅਸੀਂ ਮਾਮਲੇ ਤੈਅ ਕੀਤੇ, ਪਹਿਲੀ ਵਾਰ ਮਾਮਲੇ ਤੈਅ ਕੀਤੇ ਜ਼ਮੀਨਾਂ ਦੇ ਜਮਾਂ ਦੇ ਉੱਪਰ ਮਾਮਲਾ ਲਗਾਇਆ। ਸਪੈਸ਼ਲ ਅਸੈਸਮੈਂਟ ਕੀ ਹੁੰਦੀ ਹੈ? ਜਨਰਲ ਅਸੈਸਮੈਂਟ ਹੋ ਗਈ, ਠੀਕ ਹੈ, ਉਸ ਤੋਂ ਬਾਅਦ ਮੰਨ ਲਓ ਕੋਈ ਜ਼ਮੀਨ ਫਰਟਾਈਲ ਹੋ ਗਈ, ਕੋਈ ਨਹਿਰ ਨਿਕਲ ਗਈ ਉੱਥੇ ਜ਼ਮੀਨ ਦੇ ਵਿੱਚ, ਜ਼ਮੀਨ ਦੀ ਪੈਦਾਵਾਰ ਵੱਧ ਗਈ, ਡਬਲ ਵੈਲਿਊ ਹੋ ਗਈ। ਪਹਿਲਾਂ ਜਦੋਂ ਅਸੈਸਮੈਂਟ ਕੀਤੀ ਅਸੀਂ ਉਹ ਹਾਫ ਵੈਲਿਊ ਤੇ ਕੀਤੀ ਸੀਗੀ, ਹੁਣ ਇਰੀਗੇਸ਼ਨ ਦੇ ਸੋਰਸਸ ਮੀਨਸ ਆਫ ਇਰੀਗੇਸ਼ਨ ਵੱਧ ਗਏ, ਠੀਕ ਹੈ, ਸਰਕਾਰ ਨੇ ਟਿਊਬਵੈਲ ਲਗਾਤੇ, ਗਵਰਨਮੈਂਟ ਟਿਊਬਵੈਲ ਲਾਗੇ, ਨਹਿਰਾਂ ਨਿਕਲ ਗਈਆਂ, ਜ਼ਮੀਨ ਦੀ ਵੈਲਿਊ ਵੱਧ ਗਈ, ਫਿਰ ਉਹਦੀ ਕੀ ਹੈਗਾ ਸਰਕਾਰ ਸਪੈਸ਼ਲ ਅਸੈਸਮੈਂਟ ਕਰਕੇ ਜਿਹੜਾ ਮਾਮਲਾ ਹੈਗਾ ਰਿਵਾਈਜ਼ ਕਰਕੇ ਵਧਾ ਸਕਦੀ ਹੈ। ਇਸੇ ਤਰੀਕੇ ਦੂਜਾ ਇੱਕ ਕਾਰਨ ਹੋਰ ਵੀ ਹੈ, ਮੰਨ ਲਓ ਦਰਿਆਵਾਂ ਦੇ ਨੇੜੇ ਕੋਈ ਜ਼ਮੀਨ ਸੀਗੀ ਜਾਂ ਟਿੱਬੇ ਸੀਗੇ, ਟਿੱਬਿਆਂ ਦੇ ਉੱਪਰ ਰੇਤ ਚੜ੍ਹ ਗਿਆ, ਜ਼ਮੀਨਾਂ ਦੇ ਉੱਪਰ ਖਰਾਬ ਹੋ ਗਈਆਂ, ਜਿਹੜਾ ਇਨਕਮ ਸੋਰਸ ਸੀ ਜ਼ਮੀਨਦਾਰਾਂ ਦਾ ਉਹ ਖਰਾਬ ਹੋ ਗਿਆ, ਖਤਮ ਹੋ ਗਿਆ, ਜ਼ਮੀਨਾਂ ਵਾਹੀਯੋਗ ਨਾ ਰਹੀਆਂ, ਜ਼ਮੀਨਾਂ ਖਰਾਬ ਹੋ ਗਈਆਂ, ਉੱਥੇ ਵੀ ਸਪੈਸ਼ਲ ਅਸੈਸਮੈਂਟ ਕਰਕੇ ਜਿਹੜਾ ਮਾਮਲਾ ਹੈਗਾ ਉਹ ਘਟਾਇਆ ਵੀ ਜਾ ਸਕਦਾ ਹੈਗਾ। ਇਹ ਉਹਦੇ ਵਿੱਚ ਪੜਾਂਗੇ ਅਸੀਂ, ਜ਼ਿਆਦਾ ਬਹੁਤ ਆਏਗਾ, ਨੈਂਸੀ ਐਕਟ ਦੇ ਵਿੱਚ ਵੀ ਆਏਗਾ, ਕਾਫੀ ਐਸਾ ਕੇਸਿਸ ਹੁੰਦੇ ਨੇ ਜਿਨ ਕਿ ਜਿਹੜੀ ਅਸੈਸਮੈਂਟ ਹੈ ਜਨਰਲ ਅਸੈਸਮੈਂਟ ਹੁੰਦੀ ਹੈ ਰੂਟੀਨ ਜਿਹੜੀ ਅਸੀਂ ਕਰਦੇ ਹਾਂ, ਸਪੈਸ਼ਲ ਅਸੈਸਮੈਂਟ ਅਸੀਂ ਖਾਸ ਕਾਰਨਾਂ ਕਰਕੇ ਕੀਤੀ ਜਾਂਦੀ ਹੈ, ਮਾਮਲੇ ਨੂੰ ਘਟਾਉਣ ਦੀ ਖਾਤਰ ਜਾਂ ਮਾਮਲੇ ਨੂੰ ਵਧਾਉਣ ਦੀ ਖਾਤਰ ਜਿਹੜੀ ਹੈਗੀ ਹੈ ਸਪੈਸ਼ਲ ਅਸੈਸਮੈਂਟ ਕੀਤੀ ਜਾਂਦੀ ਹੈ। ਇਹ ਆਪਾਂ ਗੱਲ ਕਰ ਰਹੇ ਹਾਂ ਸੈਕਸ਼ਨ 49 ਨੋਟੀਫਿਕੇਸ਼ਨ ਆਫ ਇੰਟੈਂਡਡ ਰੀਅਸੈਸਮੈਂਟ ਔਰ ਸੈਕਸ਼ਨਸ। ਅਸੈਸਮੈਂਟ, ਰੀਅਸੈਸਮੈਂਟ। ਅਸੈਸਮੈਂਟ ਦਾ ਇੱਕ ਸਮਾਂ ਹੁੰਦਾ ਹੈ, ਆਮ ਤੌਰ ਤੇ 40 ਈਅਰ ਦਾ ਸਮਾਂ ਹੁੰਦਾ ਹੈ ਅਸੈਸਮੈਂਟ ਦਾ। 40 ਈਅਰ ਬੀਤ ਜਾਂਦੇ ਆ, ਫਿਰ ਉਸ ਤੋਂ ਬਾਅਦ ਦੁਬਾਰਾ ਸਰਕਾਰ ਅਸੈਸਮੈਂਟ ਕਰਵਾ ਸਕਦੀ ਹੈ, ਉਹਨੂੰ ਅਸੀਂ ਰੀਅਸੈਸਮੈਂਟ ਕਹਿ ਦਿੰਦੇ ਹਾਂ, ਠੀਕ ਹੈ। ਅਸੈਸਮੈਂਟ ਆਫ ਲੈਂਡ ਰੈਵਨਿਊ ਮੇ ਵੀ ਜਨਰਲ ਔਰ ਸਪੈਸ਼ਲ, ਆਪਾਂ ਗੱਲ ਕਰ ਚੁੱਕੇ ਹਾਂ, ਦੋ ਹੁੰਦੀਆਂ ਨੇ। ਪ੍ਰੀਵੀਅਸ ਸੈਂਕਸ਼ਨ ਆਫ ਦਾ ਗਵਰਨਮੈਂਟ, ਜਦੋਂ ਕਦੀ ਸਰਕਾਰ ਨੇ ਜਦੋਂ ਕਿਤੇ ਰੈਵਨਿਊ ਡਿਪਾਰਟਮੈਂਟ ਨੇ ਅਸੈਸਮੈਂਟ ਕਰਨੀ ਹੁੰਦੀ ਹੈ ਤਾਂ ਸਰਕਾਰ ਦੀ ਪਹਿਲਾਂ ਪਰਮਿਸ਼ਨ ਲਈ ਜਾਂਦੀ ਹੈ। ਸਬਸੈਕਸ਼ਨ 2 ਕਹਿੰਦਾ ਪ੍ਰੀਵੀਅਸ ਸੈਂਕਸ਼ਨ ਆਫ ਦਾ ਗਵਰਨਮੈਂਟ, ਜਨਰਲ ਰੀਅਸੈਸਮੈਂਟ ਕਰਨੀ ਹੋਵੇ ਰਿਕੁਆਇਰਡ ਸੈਂਕਸ਼ਨ ਚਾਹੀਦੀ ਹੈ ਸਰਕਾਰ ਦੀ, ਗਵਰਨਮੈਂਟ ਦੀ ਸੈਂਕਸ਼ਨ ਤੋਂ ਬਗੈਰ ਕੋਈ ਵੀ ਅਸੈਸਮੈਂਟ ਨਹੀਂ ਕੀਤੀ ਜਾ ਸਕਦੀ। ਫਿਰ ਕੀ ਹੈ ਸਬਸੈਕਸ਼ਨ 3 ਦੇ ਵਿੱਚ ਗ੍ਰਾਂਟਿੰਗ ਸੈਂਕਸ਼ਨ ਗਵਰਨਮੈਂਟ ਮੇ ਗਿਵ ਇੰਸਟਰਕਸ਼ਨਸ ਕੰਸਿਸਟੈਂਟ ਵਿਦ ਦਾ ਐਕਟ ਔਰ ਰੂਲਸ। ਜਦੋਂ ਸਰਕਾਰ ਸੈਂਕਸ਼ਨ ਗ੍ਰਾਂਟ ਕਰਦੀ ਹੈ ਤਾਂ ਉਹਦੇ ਵਿੱਚ ਸਰਕਾਰ ਹੈਗੀ ਕੁਝ ਇੰਸਟਰਕਸ਼ਨ ਵੀ ਦੇ ਸਕਦੀ ਹੈ ਰੈਵਨਿਊ ਸਟਾਫ ਨੂੰ ਵੀ, ਤੁਸੀਂ ਜਿਹੜੀ ਇਹ ਅਸੈਸਮੈਂਟ ਕਰਨੀ ਹੈ ਕਿਵੇਂ ਕਰਨੀ ਹੈ। ਪਰ ਜਿਹੜੀਆਂ ਵੀ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਨੇ ਉਹ ਜਿਹੜੇ ਹੈ ਆਪਣੇ ਐਕਟ ਦੇ ਰੂਲ ਹੈਗੇ ਆ ਇਹਦੇ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਨੇ। ਸੈਕਸ਼ਨ 50 ਹੈਗਾ ਮੋਡ ਆਫ ਡਿਟਰਮਿਨਿੰਗ ਅਸੈਸਮੈਂਟ। ਫਿਰ ਅਸੈਸਮੈਂਟ ਕਰਨ ਦਾ ਤਰੀਕਾ ਕੀ ਹੈਗਾ, ਅਸੈਸਮੈਂਟ ਕਿਵੇਂ ਕੀਤੀ ਜਾਂਦੀ ਹੈ। ਤਾਂ ਸਰਕਾਰ ਦੀ ਪਰਮਿਸ਼ਨ ਲਈ ਜਾਂਦੀ ਹੈ, ਸਰਕਾਰ ਦੀ ਪਰਮਿਸ਼ਨ ਗ੍ਰਾਂਟ ਹੋ ਗਈ। ਦੈਨ ਸੈਕਸ਼ਨ 50 ਚ ਕੀ ਕਿਹਾ ਗਿਆ, ਮੋਡ ਆਫ ਡਿਟਰਮਿਨਿੰਗ ਅਸੈਸਮੈਂਟ, ਜਨਰਲ ਅਸੈਸਮੈਂਟ ਮੇਡ ਬਾਈ ਰੈਵਨਿਊ ਆਫੀਸਰ, ਮਾਲ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਹੈ ਅਸੈਸਮੈਂਟ। ਉਹਦੇ ਲਈ ਕੀ ਹੁੰਦਾ, ਰੈਵਨਿਊ ਆਫੀਸਰ ਥਰੂ FCR ਰਿਪੋਰਟ ਟੂ ਦਾ ਗਵਰਨਮੈਂਟ ਔਰ ਦਾ ਸਟੇਟ ਹਿਸ ਪ੍ਰਪੋਜ਼ਲ। ਰੈਵਨਿਊ ਆਫੀਸਰ ਹੈ ਆਪਦੀ ਪ੍ਰਪੋਜ਼ਲ ਭੇਜेंगे ਥਰੂ ਕਲੈਕਟਰ, ਥਰੂ ਕਮਿਸ਼ਨਰ, ਥਰੂ FCR ਗਵਰਨਮੈਂਟ ਕੋਲ ਜਾਏਗੀ ਵੀ ਇਹ ਪਾਰਟਿਕੂਲਰ ਜਿਹੜਾ ਏਰੀਆ ਹੈਗਾ ਇਹਦੀ ਅਸੈਸਮੈਂਟ ਦਾ ਜਿਹੜਾ ਟਾਈਮ ਸੀਗਾ ਉਹ ਨਿਕਲ ਚੁੱਕਿਆ ਹੈ, ਦੁਬਾਰਾ ਅਸੈਸਮੈਂਟ ਹੋਣੀ ਹੈ, ਤਾਂ ਸਰਕਾਰ ਨੂੰ ਰਿਪੋਰਟ ਭੇਜੀ ਜਾਂਦੀ ਹੈ। ਸੈਕਸ਼ਨ 51 ਦੇ ਵਿੱਚ ਅਨਾਉਂਸਮੈਂਟ ਆਫ ਦਾ ਅਸੈਸਮੈਂਟ ਆਫਟਰ ਦਾ ਕੰਸੀਡਰੇਸ਼ਨ ਆਫ ਦਾ ਪ੍ਰਪੋਜ਼ਲ, ਸਰਕਾਰ ਜਿਹੜੀ ਰੈਵਨਿਊ ਆਫੀਸਰ ਵੱਲੋਂ ਭੇਜੀ ਗਈ ਪ੍ਰਪੋਜ਼ਲ ਹੈ ਉਹਨੂੰ ਕੰਸੀਡਰ ਕਰਕੇ ਦੈਨ ਸਟੇਟ ਗਵਰਨਮੈਂਟ ਪਾਸ ਆਰਡਰਸ ਫਾਰ ਦਾ ਅਸੈਸਮੈਂਟ। ਸਰਕਾਰ ਜਿਹੜਾ ਹੈਗਾ ਆਰਡਰ ਪਾਸ ਕਰਦੀ ਹੈ ਵੀ ਹਾਂ ਠੀਕ ਹੈ ਇਹ ਜਿਹੜੀ ਤੁਹਾਡੀ ਪ੍ਰਪੋਜ਼ਲ ਹੈ ਅਸੀਂ ਐਕਸੈਪਟ ਕਰਦੇ ਹਾਂ, ਕਿਹੜੇ ਕੰਡੀਸ਼ਨਾਂ ਦੇ ਬੇਸਿਸ ਤੇ ਐਕਸੈਪਟ ਕੀਤੀ ਜਾਂਦੀ ਹੈ। ਫਿਰ ਸਰਕਾਰ ਵੱਲੋਂ ਸਪੈਸੀਫਿਕ ਆਰਡਰ ਪਾਸ ਕੀਤਾ ਜਾਂਦਾ ਹੈ। ਰੈਵਨਿਊ ਆਫੀਸਰਸ ਆਫਟਰ ਮੇਕ ਦਾ ਅਨਾਉਂਸਮੈਂਟ ਫਾਰ ਦਾ ਅਸੈਸਮੈਂਟ। ਜਦੋਂ ਰੈਵਨਿਊ ਆਫੀਸਰ ਕੋਲੇ ਜਿਹੜੀ ਇਹ ਅਸੈਸਮੈਂਟ ਦਾ ਆਰਡਰ ਸਰਕਾਰ ਦਾ ਆ ਜਾਂਦਾ ਹੈ, ਫਿਰ ਉਸ ਵੇਲੇ ਕੀ ਹੁੰਦਾ ਹੈ ਜਿਹੜਾ ਵੀ ਅਸੈਸਮੈਂਟ ਆਫੀਸਰ ਬਣਾਇਆ ਜਾਂਦਾ ਹੈ ਤਾਂ ਉਹਦੇ ਵੱਲੋਂ ਪਿੰਡ ਦੇ ਵਿੱਚ ਕਿਹੜੇ ਪਿੰਡਾਂ 'ਚ ਜਿਹੜੀ ਅਸੈਸਮੈਂਟ ਹੋਣੀ ਹੈ ਉੱਥੇ ਮੁਨਾਦੀ ਕਰਾਈ ਜਾਂਦੀ ਹੈ, ਅਨਾਉਂਸਮੈਂਟ ਕਰਵਾਈ ਜਾਂਦੀ ਹੈ। ਜੋ ਵੀ ਪ੍ਰੋਸੈਸ ਆਪਣਾ ਅਨਾਉਂਸਮੈਂਟ ਦਾ ਹੁੰਦਾ ਹੈਗਾ ਉਹ ਜਿਹੜਾ ਪ੍ਰੋਪਰ ਜਿਹੜਾ ਪ੍ਰੋਸੈਸ ਹੈ, ਰੈਵਨਿਊ ਆਫੀਸਰ ਡਿਕਲੇਅਰ ਦਾ ਡੇਟ
ਤਰੀਕਾਂ ਦੀ ਜਿਵੇਂ ਅਸੀਂ ਗਿਰਦਾਵਰੀ ਦੇ ਤਰੀਕਾਂ ਨਿਯਤ ਕਰਦੇ ਹਾਂ ਜਾਂ ਪਿੰਡ 'ਚ ਦੌਰੇ ਰੱਖੇ ਜਾਂਦੇ ਨੇ ਕਿਸੇ ਤਰੀਕੇ ਦੇ ਨਾਲ, ਉਹ ਜਿਹੜੀਆਂ ਡੇਟਸ ਨੇ ਪਿੰਡ ਵਾਈਜ਼ ਡੇਟਸ ਫਿਕਸ ਕੀਤੀਆਂ ਜਾਂਦੀਆਂ ਨੇ ਵੀ ਕਿਹੜੇ ਕਿਹੜੇ ਪਿੰਡ ਦੀ ਜਿਹੜੀ ਅਸੈਸਮੈਂਟ ਹੈ ਕਦੋਂ ਕਦੋਂ ਹੋਣੀ ਹੈ, ਜਾਂ ਅਸੈਸਮੈਂਟ ਸਰਕਲ ਬਣਾਏ ਜਾਂਦੇ ਨੇ ਕਿਹੜੇ ਅਸੈਸਮੈਂਟ ਸਰਕਲ ਦੀ ਜਿਹੜੀ ਅਸੈਸਮੈਂਟ ਹੈ ਕਦੋਂ ਕੀਤੀ ਜਾਣੀ ਹੈ। ਸਬਸੈਕਸ਼ਨ 3 ਦੇ ਵਿੱਚ ਕਿਹਾ ਗਿਆ 51 ਦਾ ਸਬਸੈਕਸ਼ਨ 3 ਐਵਰੇਜ ਰੇਟ ਆਫ ਲੈਂਡ ਰੈਵਨਿਊ। ਐਵਰੇਜ ਰੇਟ ਜਿਹੜਾ ਲੈਂਡ ਰੈਵਨਿਊ ਦਾ ਕਿੰਨਾ ਹੋਣਾ ਚਾਹੀਦਾ ਹੈ, ਸ਼ੈਲ ਨਾਟ ਐਕਸੀਡ ਮੋਰ ਦੈਨ 1/4 ਫਰੋਮ ਦਾ ਪ੍ਰੀਵੀਅਸ ਅਸੈਸਮੈਂਟ। ਜੇ ਪਹਿਲਾਂ ਅਸੈਸਮੈਂਟ ਹੋਈ ਵੀ ਹੈ 40 ਈਅਰ ਤੋਂ ਬਾਅਦ ਜਾਂ 20 ਈਅਰ ਤੋਂ ਬਾਅਦ ਅਸੀਂ ਦੁਬਾਰਾ ਅਸੈਸਮੈਂਟ ਕਰ ਰਹੇ ਹਾਂ, ਤਾਂ ਇੱਥੇ ਉਹ ਵੀ ਦੇਖਿਆ ਜਾਏਗਾ ਵੀ ਜਿਹੜਾ 1/4 ਤੋਂ ਜ਼ਿਆਦਾ ਜਿਹੜਾ ਲੈਂਡ ਰੈਵਨਿਊ ਹੈ ਉਹ ਇਨਕਰੀਜ਼ ਨਾ ਹੋਵੇ। ਜਾਂ ਮੈਕਸਿਮਮ 2/3 ਕੋਈ ਸਪੈਸ਼ਲ ਕੇਸ ਹੈਗਾ ਉਹਦੇ 'ਚ 2/3 ਤੋਂ ਵੱਧ ਜਿਹੜਾ ਲੈਂਡ ਰੈਵਨਿਊ ਹੈ ਉਹ ਨਹੀਂ ਵਧਣਾ ਚਾਹੀਦਾ। ਸਬਸੈਕਸ਼ਨ 4 ਦੀ ਗੱਲ ਕੀਤੀ ਗਈ ਹੈ ਪ੍ਰੋਵੀਜ਼ਨਸ ਆਫ ਸਬਸੈਕਸ਼ਨ 3, ਜਿੱਥੇ ਅਸੀਂ ਗੱਲ ਕਰਦੇ ਹਾਂ ਵੀ 1/4 ਤੋਂ ਵੱਧ 25% ਤੋਂ ਜ਼ਿਆਦਾ ਜਿਹੜਾ ਪ੍ਰੀਵੀਅਸ ਅਸੈਸਮੈਂਟ ਦੇ ਵਿੱਚ ਤੋਂ 25% ਤੋਂ ਵੱਧ ਜਿਹੜਾ ਲੈਂਡ ਰੈਵਨਿਊ ਨਵੀਂ ਅਸੈਸਮੈਂਟ ਦੇ ਵਿੱਚ ਨਹੀਂ ਹੋਣਾ ਚਾਹੀਦਾ। ਬਟ ਜਿਹੜੀ ਜੇ ਕਿਤੇ ਇਹ ਸਬਸੈਕਸ਼ਨ 4 ਦੇ ਵਿੱਚ ਗੱਲ ਕੀਤੀ ਹੈ ਵੀ ਜੇ ਕਿਤੇ ਇਰੀਗੇਸ਼ਨ ਦੇ ਜਿਹੜੇ ਸੋਰਸਸ ਨੇ ਉਸ ਤੋਂ ਬਾਅਦ ਨਵੇਂ ਮੀਨਿੰਗ ਮਤਲਬ ਕਿ ਆ ਗਏ ਹੋਣ, ਨਹਿਰਾਂ ਨਿਕਲ ਗਈਆਂ ਹੋਣ, ਟਿਊਬਵੈਲ ਲਗਾ ਦਿੱਤੇ ਗਏ ਹੋਣ, ਜ਼ਮੀਨ ਫਰਟਾਈਲ ਹੋ ਚੁੱਕੀ ਹੋਵੇ, ਜਾਂ ਫਿਰ ਜਿਹੜਾ ਏਰੀਆ ਹੈਗਾ ਉਹ ਅਰਬਨ ਡਿਕਲੇਅਰ ਹੋ ਚੁੱਕਿਆ ਹੋਵੇ, ਮਿਊਨਿਸਪਲ ਲਿਮਿਟ ਬਣ ਚੁੱਕੀ ਹੋਵੇ, ਤਾਂ ਉੱਥੇ ਜਿਹੜਾ ਹੈਗਾ ਇਹ ਸਬਸੈਕਸ਼ਨ 3 ਦੀ ਜਿਹੜੀ ਗੱਲ ਹੈ 1/4 ਦੀ 25% ਤੋਂ ਇਨਹਾਂਸਮੈਂਟ ਦੀ ਜਿਹੜੀ ਗੱਲ ਹੈ ਉਹ ਉੱਥੇ ਲਾਗੂ ਨਹੀਂ ਹੁੰਦੀ। ਉੱਥੇ ਜਿਹੜਾ ਹੈਗਾ ਇਨਹਾਂਸਮੈਂਟ ਜ਼ਿਆਦਾ ਵੀ ਕੀਤੀ ਜਾ ਸਕਦੀ ਹੈ। ਨੈਕਸਟ ਹੈ ਸੈਕਸ਼ਨ 52 ਐਪਲੀਕੇਸ਼ਨ ਫਾਰ ਕੰਸੀਡਰੇਸ਼ਨ ਆਫ ਦਾ ਅਸੈਸਮੈਂਟ। ਮੰਨ ਲਓ ਅਸੈਸਮੈਂਟ ਹੋ ਗਈ, ਅਸੈਸਮੈਂਟ ਹੋ ਕੇ ਲੈਂਡ ਰੈਵਨਿਊ ਤੈਅ ਹੋ ਗਿਆ, ਲੈਂਡ ਰੈਵਨਿਊ ਤੈਅ ਹੋ ਕੇ ਕਿਸੇ ਹੋਲਡਿੰਗਸ ਦੇ ਉੱਪਰ ਜਿਹੜਾ ਮਾਮਲਾ ਲੱਗ ਗਿਆ, ਜ਼ਮੀਨ ਮਾਲਕਾਂ ਨੂੰ ਫਿਰ ਜੇ ਕਿਸੇ ਜ਼ਮੀਨ ਤੇ ਕਿੰਨਾ ਮਾਮਲਾ ਲੱਗ ਗਿਆ, ਕਿਸੇ ਦੀ ਜ਼ਮੀਨ ਤੇ ਕਿੰਨਾ ਮਾਮਲਾ ਲੱਗ ਗਿਆ, ਠੀਕ ਹੈ, ਉਹਦੀ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਹੈ ਲਿਸਟ ਬਣਾ ਕੇ ਪਿੰਡ ਦੇ ਵਿੱਚ ਪ੍ਰੋਵਾਈਡ ਕਰ ਦਿੱਤੀ ਜਾਂਦੀ ਹੈ ਸਾਰੇ ਲੈਂਡ ਹੋਲਡਰਸ ਨੂੰ, ਸਾਰੇ ਮਾਲਕਾਂ ਨੂੰ ਲਿਸਟ ਤੈਅ ਬਣਾ ਕੇ ਦਿੱਤੀ ਜਾਂਦੀ ਹੈ, ਡਿਸਟ੍ਰੀਬਿਊਟ ਕੀਤੀ ਜਾਂਦੀ ਹੈ। ਜਿਵੇਂ ਕਿ ਨਹਿਰੀ ਪਾਉਣੀ ਦੇ ਮਾਮਲਿਆਂ ਦੇ ਵਿੱਚ ਅਸੀਂ ਪਰਚੇ ਬਣਦੇ ਹਾਂ ਮਾਲਕਾਂ ਦੇ ਘਰਾਂ ਦੇ ਵਿੱਚ, ਇਸੇ ਤਰੀਕੇ ਜਿਹੜੀ ਡਿਸਟ੍ਰੀਬਿਊਸ਼ਨ ਕੀਤੀ ਜਾਂਦੀ ਹੈ ਵੀ ਤੇਰੀ ਖੇਵੜ ਦਾ ਇੰਨਾ ਮਾਮਲਾ ਬਣ ਗਿਆ, ਤੇਰੀ ਖੇਵੜ ਦਾ ਮਾਮਲਾ ਇੰਨਾ ਬਣ ਗਿਆ, ਤੇਰੀ ਖੇਵੜ ਦਾ ਮਾਮਲਾ ਇੰਨਾ ਬਣ ਗਿਆ। ਫਿਰ ਸੈਕਸ਼ਨ 52 ਦੇ ਵਿੱਚ ਕਿਹਾ ਐਪਲੀਕੇਸ਼ਨ ਫਾਰ ਦਾ ਰੀਕਨਸੀਡਰੇਸ਼ਨ ਆਫ ਦਾ ਅਸੈਸਮੈਂਟ। ਕੋਈ ਵਿਅਕਤੀ ਜੋ ਲੱਗਦਾ ਉਹਨੂੰ ਮੇਰਾ ਤਾਂ ਮਾਮਲਾ, ਮੇਰੀ ਤਾਂ ਇੰਨੀ ਜ਼ਮੀਨ ਨਹੀਂ ਹੈਗੀ ਜਿੰਨਾ ਮੇਰੀ ਜ਼ਮੀਨ ਤੇ ਮਾਮਲਾ ਲੱਗ ਗਿਆ, ਠੀਕ ਹੈ, ਤਾਂ ਉਹ ਆਪਣੀ ਅਰਜ਼ੀ ਦੇ ਸਕਦਾ ਹੈ ਰੈਵਨਿਊ ਆਫਿਸਰ ਨੂੰ 30 ਡੇਜ਼ ਦੇ ਅੰਦਰ ਅੰਦਰ, 30 ਦਿਨ ਦੇ ਅੰਦਰ ਅੰਦਰ ਫਰੋਮ ਦਾ ਡੇਟ ਆਫ ਦਾ ਅਨਾਉਂਸਮੈਂਟ। ਜਦੋਂ ਮੁਨਾਦੀ ਕਰਾਈ ਗਈ ਪਿੰਡ ਦੇ ਵਿੱਚ ਤੇ ਡਿਸਟ੍ਰੀਬਿਊਸ਼ਨ ਹੋਈ ਮਾਮਲੇ ਦੀ, ਤਾਂ ਉਹ 30 ਦਿਨ ਦੇ ਅੰਦਰ ਅੰਦਰ ਆਪਦੀ ਅਰਜ਼ੀ ਦੇ ਸਕਦਾ ਵੀ ਜਿਹੜਾ ਮੇਰਾ ਮਾਮਲਾ ਹੈਗਾ ਇਹਨੂੰ ਦੁਬਾਰਾ ਵਾਚਿਆ ਜਾਵੇ, ਜਾਂ ਇਹਦੇ 'ਚ ਕੀ ਗਲਤੀ ਹੈਗੀ ਆ ਉਹ ਆਪਦੀ ਐਪਲੀਕੇਸ਼ਨ ਆਪਦੇ ਪੱਖ ਪੇਸ਼ ਕਰਕੇ ਰੈਵਨਿਊ ਆਫਿਸਰ ਨੂੰ ਅਰਜ਼ੀ ਦੇ ਸਕਦਾ ਹੈ। ਦੈਨ ਫਾਰ ਦਾ ਕੰਸੀਡਰੇਸ਼ਨ ਆਫ ਦਾ ਰੈਵਨਿਊ ਆਫਿਸਰ, ਲੈਂਡ ਰੈਵਨਿਊ ਅਮਾਊਂਟ ਕਹਿ ਸਕਦਾ ਵੀ ਮੇਰੀ ਦੁਬਾਰਾ ਜ਼ਿਆਦਾ ਲੱਗੀ ਵੀ ਹੈ, ਮੇਰਾ ਮਾਮਲਾ ਦੇਖਿਆ ਜਾਵੇ, ਇੰਨਾ ਨਹੀਂ ਬਣਦਾ ਹੈਗਾ। ਇਫ ਦਾ ਲੈਂਡ ਰੈਵਨਿਊ ਅਸਾਈਨਡ, ਇਹਦਾ ਲੈਂਡ ਓਨਰ ਦੀ ਗੱਲ ਆ ਗਈ। ਜੇ ਕਿਤੇ ਮਾਮਲਾ ਕਿਸੇ ਵਿਅਕਤੀ ਨੂੰ ਅਸਾਈਨ ਕੀਤਾ ਗਿਆ, ਕਿਸੇ ਜ਼ਗੀਰਦਾਰ ਨੂੰ ਮਾਮਲਾ ਦਿੱਤਾ ਗਿਆ, ਕਿਸੇ ਸਪੈਸ਼ਲ ਨੂੰ ਮਾਮਲਾ ਦਿੱਤਾ ਗਿਆ, ਤਾਂ ਜਿਹੜਾ ਅਸਾਈਨੀ ਵੀ ਅਰਜ਼ੀ ਦੇ ਸਕਦਾ ਹੈ। ਜਿਸ ਵਿਅਕਤੀ ਨੂੰ ਸਰਕਾਰ ਵੱਲੋਂ ਮਾਮਲਾ ਤੇ ਪੇ ਕੀਤਾ ਜਾਂਦਾ ਹੈ ਉਹ ਵਿਅਕਤੀ ਵੀ ਐਪਲੀਕੇਸ਼ਨ ਦੇ ਸਕਦਾ ਹੈ ਲੈਂਡ ਰੈਵਨਿਊ ਕੰਸੀਡਰ ਕਰਨ ਦੀ ਖਾਤਰ। ਆਰਡਰ ਪਾਸਡ ਬਾਈ ਦਾ ਰੈਵਨਿਊ ਆਫਿਸਰ, ਫਿਰ ਉਹਦੀ ਜਿਹੜੀ ਅਰਜ਼ੀ ਹੈਗੀ ਹੈ ਉਹਦੀ ਅਰਜ਼ੀ ਦੀ ਸੁਣਵਾਈ ਹੋਏਗੀ, ਪਾਰਟੀ ਨੂੰ ਬੁਲਾ ਕੇ ਵੀ ਸੁਣਿਆ ਜਾਏਗਾ ਰੈਵਨਿਊ ਆਫਿਸਰ ਵੱਲੋਂ। ਤਾਂ ਆਰਡਰਸ ਪਾਸਡ ਬਾਈ ਦਾ ਰੈਵਨਿਊ ਆਫਿਸਰ ਔਨ ਦਾ ਪਟੀਸ਼ਨ, ਉਹਦੀ ਜਿਹੜੀ ਐਪਲੀਕੇਸ਼ਨ ਹੈ ਐਕਸੈਪਟ ਵੀ ਕੀਤੀ ਜਾ ਸਕਦੀ ਹੈ ਤੇ ਉਹਨੂੰ ਰਿਫਿਊਜ਼ ਵੀ ਕੀਤਾ ਜਾ ਸਕਦਾ ਹੈ। ਪਰ ਉਹਦੇ ਜਿਹੜੇ ਰੀਜ਼ਨਸ ਨੇ ਰੈਵਨਿਊ ਆਫਿਸਰ ਵੱਲੋਂ ਵਿਦ ਰੀਜ਼ਨਸ ਸਪੈਸੀਫਿਕ ਆਰਡਰ ਪਾਸ ਕੀਤਾ ਜਾਏਗਾ, ਸੈਲਫ ਸਪੀਕਿੰਗ ਆਰਡਰ ਪਾਸ ਕੀਤਾ ਜਾਏਗਾ ਵੀ ਜਿਹੜੀ ਐਕਸੈਪਟ ਕੀਤੀ ਜਾਂਦੀ ਹੈ ਜਾਂ ਰਿਫਿਊਜ਼ ਕੀਤੀ ਜਾਂਦੀ ਹੈ। ਜੇ ਰਿਫਿਊਜ਼ ਕੀਤੀ ਜਾਂਦੀ ਹੈ ਤਾਂ ਕਿਉਂ ਰਿਫਿਊਜ਼ ਕੀਤੀ ਜਾਂਦੀ ਹੈ, ਜੇ ਐਕਸੈਪਟ ਕੀਤੀ ਜਾਂਦੀ ਹੈ ਤਾਂ ਕਿਉਂ ਐਕਸੈਪਟ ਕੀਤੀ ਜਾਂਦੀ ਹੈ, ਸਾਰੇ ਰੀਜ਼ਨ ਦੇ ਕੇ ਰੈਵਨਿਊ ਆਫਿਸਰ ਉਹਦੇ ਉੱਪਰ ਆਰਡਰ ਪਾਸ ਕਰੇਗਾ। ਸੈਕਸ਼ਨ 53 ਹੈਗਾ ਕਨਫਰਮੇਸ਼ਨ ਐਂਡ ਡਿਕਲੇਰੇਸ਼ਨ ਆਫ ਦਾ ਅਸੈਸਮੈਂਟ। ਅਸੈਸਮੈਂਟ ਹੋ ਗਈ, ਰੈਵਨਿਊ ਆਫਿਸਰ ਨੇ, ਅਸੈਸਮੈਂਟ ਆਫਿਸਰ ਨੇ ਆਪਣੇ ਸਾਰੇ ਅਮਲੇ ਨੂੰ ਨਾਲ ਲਗਾ ਕੇ ਜਿਹੜੀ ਅਸੈਸਮੈਂਟ ਹੈ ਉਹ ਕੰਪਲੀਟ ਕਰ ਦਿੱਤੀ। ਅਸੈਸਮੈਂਟ ਕੰਪਲੀਟ ਹੋਣ ਤੋਂ ਬਾਅਦ ਫਿਰ ਕੀ ਹੁੰਦਾ ਹੈ, ਉਹਦੀ ਕਨਫਰਮੇਸ਼ਨ ਹੁੰਦੀ ਹੈ। ਜਦੋਂ ਤੱਕ ਸਰਕਾਰ ਵੱਲੋਂ ਉਹ ਅਸੈਸਮੈਂਟ ਜਿਹੜੀ ਹੈਗੀ ਤੁਹਾਡੀ ਕਨਫਰਮ ਨਹੀਂ ਹੋ ਜਾਂਦੀ, ਠੀਕ ਹੈ, ਤਾਂ ਅਸੈਸਮੈਂਟ ਨੂੰ ਕਨਫਰਮ ਨਹੀਂ ਮੰਨਿਆ ਜਾ ਸਕਦਾ। ਪਰ ਗਵਰਨਮੈਂਟ ਦੀ ਜਿਹੜੀ ਕਨਫਰਮੇਸ਼ਨ ਹੈ ਉਹ ਲੈਣੀ ਜ਼ਰੂਰੀ ਹੁੰਦੀ ਹੈ। ਸੈਕਸ਼ਨ 53 ਦੇ ਵਿੱਚ ਕੀ ਗਿਆ, ਕਨਫਰਮੇਸ਼ਨ ਐਂਡ ਡਿਊਰੇਸ਼ਨ ਆਫ ਦਾ
ड्यूरेशन ऑफ द असेसमेंट भी जी कन्फर्म भी की जाती है तो यह किन्ने साल के लिए जी असेसमेंट है इनफोर्स रहेगी 10 साल ली 20 साल ली 30 साल ली 40 साल ली किन्ने साल तक यह जो मामला चेंज नहीं होएगा ठीक है शैल नॉट फाइनल टिल कंफाउंड बाय द गवर्नमेंट ये जी असेसमेंट है उद तक फाइनली मनी जाती जब तक सरकार इसनों कन्फर्म ना कर दे बिफोर द कन्फर्मेशन जो तक कन्फर्मेशन नहीं हो जाती असेसमेंट की ये कोई भी किसी एप्लीकेशन के उपर बेसिस से ਜਾਂ ਕਿਸੇ ਰੈਵਨਿਊ ਆਫੀਸਰ ਦੇ ਜਿਹੜਾ ਹੈਗਾ ਉਹਦੇ ਰਿਪੋਰਟ ਦੇ ਆਧਾਰ ਤੇ ਐਫਸੀਆਰ ਔਰ ਕਮਿਸ਼ਨਰ ਵੀ ਮੋਡੀਫਾਈ ਦਾ ਅਸੈਸਮੈਂਟ ਆਫ ਐਨੀ ਸਟੇਟ ਕਿਸੇ ਪਾਰਟਿਕੂਲਰ ਲੈਂਡ ਓਨਰ ਦੀ ਕੋਈ ਜਾਂ ਕਿਸੇ ਪਿੰਡ ਦੀ ਕੋਈ ਅਸੈਸਮੈਂਟ ਦੇ ਸੰਬੰਧੀ ਜਿਹੜਾ ਹੈਗਾ ਜਦੋਂ ਤੱਕ ਕਨਫਰਮ ਨਹੀਂ ਹੋ ਜਾਂਦੀ ਉਦੋਂ ਤੱਕ ਮਾਲਕ ਦਾ ਸੌਰੀ ਐਫਸੀਆਰ ਜਾਂ ਕਮਿਸ਼ਨਰ ਉਸ ਨੂੰ ਮੋਡੀਫਾਈ ਕਰ ਸਕਦਾ ਹੈ ਸੈਕਸ਼ਨ 53 ਦਾ 3 ਪਾਰਟ before enhancement by the FCR or commissioner under subsection 2 मान लो subsection 53 ਦੇ subsection 2 ਦੇ ਵਿੱਚ ਜਿਹੜੀ ਅਸੈਸਮੈਂਟ ਹੈ enhancement ਕੀਤੀ ਜਾ ਗਈ ਅਸੈਸਮੈਂਟ ਵਧਾ ਦਿੱਤੀ ਠੀਕ ਹੈ ਮਾਮਲਾ ਵਧਾ ਦਿੱਤਾ subsection 2 ਦੇ ਤਹਿਤ ਫਿਰ ਉਹਦਾ ਕੀ ਹੋਇਆ ਵਧਾਉਣ ਤੋਂ ਪਹਿਲਾਂ ਜਿਹੜਾ ਨੋਟਿਸ ਹੈ ਉਹ ਭੇਜਣਾ ਪਏਗਾ ਕੰਸਰਨ ਪਾਰਟੀਆਂ ਨੂੰ ਕੰਸਰਨ ਲੈਂਡ ਓਨਰਸ ਨੂੰ नोट्स भी भेजना पेगा प्रोक्लेमेशन भी होएगी अंडर सबसेक्शन 22 एनहांसमेंट करों तो पहला जिवें कि किसी मामला किसी जमीन का मामला ਵਧਾਉਣ ਤੋਂ ਪਹਿਲਾਂ ਜੇਕਰ ਐਫਸੀਆਰ ਦੀ ਜਾਂ ਕਮਿਸ਼ਨ ਦੀ ਮਨਸ਼ਾ ਹੈ ਵੀ ਇਸ ਪਿੰਡ ਦਾ ਜਿਹੜਾ ਮਾਮਲਾ ਹੈਗਾ ਉਹ ਘੱਟ ਲੱਗਿਆ ਹੈ ਜਾਂ ਥਲੋਂ ਰਿਪੋਰਟ ਹੋ ਕੇ ਚਲੀ ਜਾਂਦੀ ਹੈ ਰੈਵਨਿਊ ਆਫੀਸਰ ਵੱਲੋਂ ਜਿਹੜਾ ਇਸ ਪਿੰਡ ਦਾ ਜਿਹੜਾ ਮਾਮਲਾ ਹੈਗਾ ਘੱਟ ਲੱਗਿਆ ਇਹ ਵਧਣਾ ਚਾਹੀਦਾ ਹੈ ਤਾਂ ਜੇਕਰ ਮਾਮਲਾ ਵਧਣ ਦੀ ਮਨਸ਼ਾ ਵਧਾਉਣ ਦੀ ਮਨਸ਼ਾ ਹੈਗੀ ਹੈ ਜੇ ਉਹ ਕਮਿਸ਼ਨਰ ਦੀ ਹੈ ਜੇ ਉਹ ਐਫਸੀਆਰ ਦੀ ਹੈ ਤਾਂ ਉਸ ਪਿੰਡ ਦੇ ਵਿੱਚ ਪਹਿਲਾਂ ਪਿੰਡ ਦੇ ਮਾਲਕਾਂ ਨੂੰ ਨੋਟਿਸ ਭੇਜਣਾ ਪਏਗਾ ਮਨਾਦੀ ਕਰਾਣੀ ਪਏਗੀ ਉਹਨਾਂ ਨੂੰ ਸੁਣਨਾ ਪਏਗਾ ਸੈਕਸ਼ਨ 22 ਕੀ ਹੈ ਸੈਕਸ਼ਨ 22 ਅਸੀਂ ਪਿੱਛੇ ਪੜ੍ਹ ਕੇ ਦੇਖੋਗੇ ਜਿਸ ਸੈਕਸ਼ਨ 22 ਹੈ ਪ੍ਰੋਕਲੇਮੇਸ਼ਨ ਮੈਥਡ ਆਫ ਪ੍ਰੋਕਲੇਮੇਸ਼ਨ ਕੀ ਹੈ ਮੋਡ ਆਫ ਪ੍ਰੋਕਲੇਮੇਸ਼ਨ ਕੀ ਹੈ ਮਨਾਦੀ ਦਾ ਤਰੀਕਾ ਕੀ ਹੈ ਜੋ ਵੀ ਮਨਾਦੀ ਦਾ ਤਰੀਕਾ ਹੈਗਾ ਸੈਕਸ਼ਨ 22 ਚ ਦਿੱਤਾ ਗਿਆ ਉਸ ਤਰੀਕੇ ਦੇ ਹਿਸਾਬ ਨਾਲ ਜਿਹੜੀ ਹੈਗੀ ਪਿੰਡ 'ਚ ਮਨਾਦੀ ਕਰਾਈ ਜਾਏਗੀ ਲੋਕਾਂ ਨੂੰ ਸੁਣ ਕੇ ਫਿਰ ਹੀ ਅਨਾਉਂਸਮੈਂਟ ਦਾ ਆਰਡਰ ਕੀਤਾ ਜਾ ਸਕਦਾ ਹੈ ਇਫ ਐਨੀ objection made by the landowners revenue officer inquiry the matter and give the report to the officers concerned ਜਦੋਂ ਮਨਾਦੀ ਪਿੰਡ 'ਚ ਕਰਾਈ ਗਈ ਹੈ ਵੀ ਇਸ ਪਿੰਡ ਜਿਹੜਾ ਮਾਮਲਾ ਹੈਗਾ ਇਸ ਪਿੰਡ ਦਾ ਵਧਾਇਆ ਜਾਣਾ ਹੈਗਾ ਤਾਂ ਉਹਦੇ ਬੇਸ ਤੇ ਜੇ ਕੋਈ ਵਿਅਕਤੀ ਜੇ ਕੋਈ ਲੈਂਡ ਓਨਰ ਕੋਈ ਸ਼ੇਅਰ ਹੋਲਡਰ ਉਹਦਾ ਇਤਰਾਜ਼ ਕਰਦਾ ਹੈ ਉਹਦਾ ਇਤਰਾਜ਼ ਸੁਣਿਆ ਜਾਏਗਾ ਰੈਵਨਿਊ ਆਫੀਸਰ ਵੱਲੋਂ ਇਨਕੁਆਇਰੀ ਕੀਤੀ ਜਾਏਗੀ ਜਿਹੜੀ ਉਹਦੀ ਐਪਲੀਕੇਸ਼ਨ ਹੈਗੀ ਉਹਦੀ ਉੱਤੇ ਰਿਪੋਰਟ ਤਿਆਰ ਕਰਕੇ ਜਿਹੜੀ ਕੰਸਰਨਡ ਆਫੀਸਰ ਜਿਹੜਾ ਹੈਗਾ ਉਹ ਭੇਜੇਗਾ ਐਫਸੀਆਰ ਨੂੰ ਜਾਂ ਕਮਿਸ਼ਨਰ ਜਿੱਥੋਂ ਵੀ ਜਿਹੜੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਨੈਕਸਟ ਹੈ ਸੈਕਸ਼ਨ 53A ਡਿਊਰੇਸ਼ਨ ਆਫ ਦਾ ਅਸੈਸਮੈਂਟ ਡਿਊਰੇਸ਼ਨ ਆਫ ਅਸੈਸਮੈਂਟ ਵੀ ਜਿਹੜੀ ਅਸੈਸਮੈਂਟ ਇੱਕ ਵਾਰੀ ਮਾਮਲਾ ਲਗਾਇਆ ਅਸੈਸਮੈਂਟ ਕਰਕੇ ਉਹ ਕਿੰਨੇ ਸਮੇਂ ਤੱਕ ਚੱਲੇਗੀ फिर दोबारा असेसमेंट कदों होएगी सेक्शन 53A स्टेट गवर्नमेंट शैल फिक्स ए पीरियड ऑफ द टाइम फॉर विच असेसमेंट रिमेन इन फोर्स गवर्नमेंट ਜਿਹੜਾ ਤੈਅ ਸਮਾਂ ਤੈਅ ਕਰੇਗੀ ਵੀ ਜਿਹੜੀ ਅਸੈਸਮੈਂਟ ਹੋਈ ਹੈ ਕਿੰਨੇ ਸਮੇਂ ਤੱਕ ਇਹ ਚੱਲੇਗੀ then the period under subsection 1 shall be 40 years ਜਨਰਲ ਜਿਹੜਾ ਪੀਰੀਅਡ ਹੈਗਾ ਇਹ 40 ਈਅਰ ਦਾ ਹੁੰਦਾ ਹੈ ਜਨਰਲ ਪੀਰੀਅਡ 40 ਈਅਰ ਦਾ ਹੁੰਦਾ ਹੈ ਪਰ ਕੋਈ ਜ਼ਰੂਰੀ ਨਹੀਂ ਵੀ 40 ਈਅਰ ਹੀ ਹੋਵੇ ਇਹ ਘੱਟ ਵੱਧ ਵੀ ਸਕਦਾ ਹੈਗਾ ਇਹਦੀਆਂ ਕੁਝ ਸ਼ਰਤਾਂ ਹੈਗੀਆਂ ਨੇ ਪ੍ਰੋਵਾਈਡਡ ਦੈਟ ਇਹ ਪੀਰੀਅਡ 40 ਸਾਲ ਤੋਂ ਜਾਂ 10 ਸਾਲ ਦੇ ਵਿਚਕਾਰ ਰਹਿ ਸਕਦਾ ਹੈ 10 ਤੋਂ 40 ਸਾਲ ਦੇ ਵਿਚਕਾਰ 40 ਸਾਲ ਤੋਂ ਜ਼ਿਆਦਾ ਨਹੀਂ ਹੋ ਸਕਦਾ 10 ਸਾਲ ਤੋਂ ਘੱਟ ਨਹੀਂ ਹੋ ਸਕਦਾ ਇਹ ਜਿਹੜਾ ਪੀਰੀਅਡ ਹੈਗਾ ਕੁਝ ਐਕਸੈਪਸ਼ਨਸ ਹੈਗੀਆਂ ਇਹਦੇ ਵਿੱਚ ਵੀ 40 ਸਾਲ ਤੋਂ ਵੱਧ ਨਹੀਂ ਹੋਣਾ ਚਾਹੀਦਾ ਜਾਂ 10 ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ ਜਨਰਲ ਤਾਂ 40 ਈਅਰ ਹੈਗਾ ਪਰ ਇਹ ਘਟਾਇਆ ਵੀ ਜਾ ਸਕਦਾ ਹੈ 10 ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ 40 ਸਾਲ ਤੋਂ ਵੱਧ ਨਹੀਂ ਚਾਹੀਦਾ ਕਿੱਥੇ ਜਿੱਥੇ ਇਰੀਗੇਸ਼ਨ ਦੇ ਜਿਹੜੇ ਚਾਰ ਸਾਧਨ ਹੈਗੇ ਨੇ ਨਹਿਰਾਂ ਨਿਕਲ ਗਈਆਂ ਹੋਣੀਆਂ ਹੁਣ ਆਫਟਰ ਦਾ ਅਨਾਉਂਸਮੈਂਟ ਆਫ ਦਾ ਅਸੈਸਮੈਂਟ ਜਦੋਂ ਅਸੈਸਮੈਂਟ ਅਨਾਉਂਸ ਕੀਤੀ ਸੀਗੀ ਅੰਡਰ ਸੈਕਸ਼ਨ 51 ਜਦੋਂ ਅਸੈਸਮੈਂਟ ਅਨਾਉਂਸ ਕੀਤੀ ਸੀਗੀ ਉਸ ਵੇਲੇ ਇਨਸਟਰਕਸ਼ਨ ਬਣ ਕੇ ਆਈਆਂ ਸੀਗੀਆਂ ਵੀ ਇਸ ਜਿਹੜੀ ਅਸੈਸਮੈਂਟ ਹੈ ਕਿਸ ਬੇਸ ਤੇ ਕੀਤੀ ਜਾਣੀ ਹੈ ਕਿੰਨੀ ਅਸੈਸਮੈਂਟ ਅਨਾਉਂਸਮੈਂਟ ਕੀਤੀ ਜਾਣੀ ਹੈ ਪਰ ਉਸ ਤੋਂ ਬਾਅਦ ਨਹਿਰਾਂ ਨਿਕਲ ਗਈ ਕੋਈ ਇਰੀਗੇਸ਼ਨ ਦੇ ਜਿਹੜੇ ਸੋਰਸਸ ਨੇ ਉਹ ਵੱਧ ਗਏ ਜ਼ਮੀਨ ਜ਼ਿਆਦਾ ਫਰਟਾਈਲ ਹੋ ਗਈ ਉੱਥੇ ਜਿਹੜਾ ਪੀਰੀਅਡ ਹੈਗਾ
ਉਹ ਘਟਾਇਆ ਵੀ ਜਾ ਸਕਦਾ ਹੈ, ਜਿਵੇਂ ਕਿ 10 ਤੇ 40 ਸਾਲ ਦੇ ਵਿਚਕਾਰ ਰੱਖਿਆ ਜਾ ਸਕਦਾ ਹੈ, 15 ਸਾਲ 20 ਸਾਲ 25 ਸਾਲ ਵੀ। ਹੁਣ ਇਹ ਜ਼ਮੀਨ ਫਰਟਾਈਲ ਹੋ ਗਈ ਤਾਂ ਮਾਮਲਾ ਵਧਣਾ ਚਾਹੀਦਾ ਹੈ, ਤੇ ਇਹਦੀ ਜਿਹੜੀ ਅਸੈਸਮੈਂਟ ਹੈ ਰੀਅਸੈਸਮੈਂਟ ਹੈ ਉਹ 20 ਸਾਲਾਂ ਬਾਅਦ ਦੁਬਾਰਾ ਹੋਏਗੀ। ਜਾਂ ਫਿਰ ਇਹ ਪਹਿਲੇ ਕੇਸ ਦੀ ਜਿਹੜੀ ਅਸੈਸਮੈਂਟ ਹੈ 10 ਸਾਲ ਦੀ ਕੀਤੀ ਸੀ, ਮੰਨ ਲਓ 10 ਸਾਲ ਦੀ ਵੀ 10 ਸਾਲ ਬਾਅਦ ਦੁਬਾਰਾ ਅਸੈਸਮੈਂਟ ਹੋਏਗੀ, 10 ਸਾਲ ਵੀ ਬੀਤ ਗਏ, ਫਿਰ ਉਹ ਪੀਰੀਅਡ ਖਤਮ ਹੋ ਗਿਆ 10 ਸਾਲ ਦਾ। ਫਿਰ ਜਿਹੜਾ ਸਬ ਕਲਾਸ 2 ਦੇ ਵਿੱਚ 2 ਚ ਕਿਹਾ ਗਿਆ ਵੀ ਜਿਹੜਾ ਅਸੈਸਮੈਂਟ ਦਾ ਦੂਜੀ ਵਾਰੀ ਅਸੈਸਮੈਂਟ ਜਦੋਂ ਤੁਸੀਂ ਕਰਦੇ ਹਾਂ ਉਦੋਂ ਜਿਹੜਾ ਪੀਰੀਅਡ ਹੈ ਉਹ 20 ਸਾਲ ਦੇ ਤੇ 40 ਸਾਲ ਦੇ ਵਿਚਕਾਰ ਹੋਣਾ ਚਾਹੀਦਾ ਹੈਗਾ। 40 ਸਾਲ ਤੋਂ ਵੱਧ ਨਹੀਂ ਹੋਣਾ ਚਾਹੀਦਾ ਤੇ 20 ਸਾਲ ਤੋਂ ਘੱਟ ਵੀ ਨਹੀਂ ਹੋਣਾ ਚਾਹੀਦਾ। This subsection not apply if area declared urban assessment। ਜਿਹੜੇ ਇਹ ਸੈਕਸ਼ਨ ਹੈਗਾ 40 ਈਅਰ ਵਾਲਾ ਵੀ 40 ਸਾਲ ਦੇ ਲਈ ਚੱਲੇਗੀ ਜਿਹੜੀ ਅਸੈਸਮੈਂਟ ਹੈਗੀ ਹੈ, ਇਹ ਸਬਸੈਕਸ਼ਨ ਜਿਹੜੀ ਹੈਗੀ ਹੈ ਇਹ ਏਰੀਆ ਤੇ ਲਾਗੂ ਨਹੀਂ ਹੁੰਦੀ। ਕਿੱਥੇ? ਜਿੱਥੇ ਏਰੀਆ ਅਰਬਨ ਡਿਕਲੇਅਰ ਹੋ ਗਿਆ ਹੋਵੇ, ਜਿਹਨੀ ਕਿ ਉਹਦੀ ਜਿਹੜੀ ਅਸੈਸਮੈਂਟ ਹੈ ਸਰਕਾਰ ਕਿਸੇ ਵੇਲੇ ਵੀ ਕਰਵਾ ਸਕਦੀ ਹੈ ਦੁਬਾਰਾ, ਉਹਦੇ ਤੇ ਸ਼ਰਤ ਲਾਗੂ ਨਹੀਂ ਹੁੰਦੀ। 53 ਸੈਕਸ਼ਨ ਦੀ। ਸੈਕਸ਼ਨ 54 टाइम किस करता है। Section 54 assessment to remain in force till new assessment take effect। ਇਹ ਤਾਂ ਸਿੰਪਲ ਜੀ ਗੱਲ ਹੈਗੀ, ਜਦੋਂ ਤੱਕ ਕੋਈ ਆਰਡਰ ਹੋ ਗਿਆ, ਜਦੋਂ ਤੱਕ ਅਗਲੀ ਅਸੈਸਮੈਂਟ ਨਹੀਂ ਹੋ ਜਾਂਦੀ, ਜਿਹੜੀ ਪਹਿਲੀ ਅਸੈਸਮੈਂਟ ਹੋਈ ਹੈ ਉਹ ਇਨਫੋਰਸ ਰਹੇਗੀ, ਉਦੋਂ ਤੱਕ ਮਾਮਲਾ ਜਿਹੜਾ ਹੈਗਾ ਚੇਂਜ ਅਸੀਂ ਨਹੀਂ ਕਰਦੇ ਜਦੋਂ ਤੱਕ ਨਵੀਂ ਅਸੈਸਮੈਂਟ ਨਹੀਂ ਹੋ ਜਾਂਦੀ। Section 55 refusal to be liable and consequences thereof। ਜੇ ਕੋਈ ਵਿਅਕਤੀ ਕਹਦੇ ਨਹੀਂ ਮੈਨੂੰ ਤਾਂ ਇਹ ਅਸੈਸਮੈਂਟ ਮਨਜ਼ੂਰ ਹੀ ਨਹੀਂ ਹੈਗੀ, ਕੋਈ ਵਿਅਕਤੀ ਕਹਦੇ ਰਿਫਿਊਜ਼ ਕਰ ਦੇਵੇ ਅਸੈਸਮੈਂਟ ਨੂੰ, ਰਿਫਿਊਜ਼ਲ ਟੂ ਬੀ ਲਾਇਬਲ ਐਂਡ ਕੰਸੀਕੁਐਂਸਿਸ ਦੇਅਰਆਫ, ਤਾਂ ਉਹਦੇ ਕੀ ਫਿਰ ਸਿੱਟੇ ਕੀ ਨਿਕਲਣਗੇ। ਵਿਦਿਨ 90 days from the date of the announcement landowners may give notice to the revenue officer of refusal। ਜਦੋਂ ਅਸੈਸਮੈਂਟ ਹੋ ਗਈ ਸਰਕਾਰ ਵੱਲੋਂ ਅਨਾਉਂਸਮੈਂਟ ਹੋ ਗਈ ਪਿੰਡ ਦੇ ਵਿੱਚ, ਤਾਂ ਕੋਈ ਵਿਅਕਤੀ ਜਿਹੜਾ ਹੈਗਾ ਉਹ 90 ਦਿਨ ਦੇ ਅੰਦਰ ਅੰਦਰ ਗਿਵ ਨੋਟਿਸ ਟੂ ਦਾ ਰੈਵਨਿਊ ਮਾਲ ਅਧਿਕਾਰੀ ਨੂੰ ਨੋਟਿਸ ਦੇ ਸਕਦਾ ਵੀ ਇਹ ਜਿਹੜਾ ਹੈਗਾ ਅਸੈਸਮੈਂਟ ਨੂੰ ਮੈਂ ਰਿਫਿਊਜ਼ ਕਰਦਾ। ਕੋਈ ਪਾਰਟਿਕੂਲਰ ਵਿਅਕਤੀ ਕਹਿੰਦਾ ਮੈਂ ਇਸ ਅਸੈਸਮੈਂਟ ਨੂੰ ਰਿਫਿਊਜ਼ ਕਰਦਾ। ਦੈਨ ਕੀ ਹੁੰਦਾ ਹੈ, ਰਿਫਿਊਜ਼ਲ ਦਾ ਮਤਲਬ ਕੀ ਹੁੰਦਾ ਹੈ? ਇਸ ਤੋਂ ਪਹਿਲਾਂ ਜਦੋਂ ਮਾਲਕ ਸੀਗੇ ਉਹ ਸਰਕਾਰ ਜ਼ਮੀਨ ਦਾ ਮਾਲਕ ਹੁੰਦੀ ਸੀਗੀ, ਅਸੈਸਮੈਂਟ ਕਰਕੇ ਹੀ ਲੋਕਾਂ ਨੂੰ ਮਾਲਕ ਬਣਾਇਆ ਗਿਆ। ਪਹਿਲਾਂ ਗਵਰਨਮੈਂਟ ਦੇ ਨਾਂ ਤੇ ਜ਼ਮੀਨ ਚੱਲਦੀ ਹੁੰਦੀ ਸੀਗੀ, ਠੀਕ ਹੈ, ਤੇ ਗਵਰਨਮੈਂਟ ਜ਼ਮੀਨਦਾਰਾਂ ਨੂੰ ਜ਼ਮੀਨ ਵਾਹਣ ਦੀ ਖਾਤਰ ਦਿੰਦੀ ਸੀਗੀ, ਸਰਕਾਰ ਦੀ ਜ਼ਮੀਨ ਨੂੰ ਲੋਕ ਵਾਹੁੰਦੇ ਸੀਗੇ। ਇਨ ਲਿਊ ਆਫ ਦੈਟ ਜਿਹੜਾ ਹੈਗਾ ਸੀ, ਜਿਹੜੇ ਲੋਕ ਸੀਗੇ ਜਿਹੜੇ ਜ਼ਮੀਨ ਨੂੰ ਕਾਸ਼ਤ ਕਰਦੇ ਸੀ ਉਹ ਸਰਕਾਰ ਨੂੰ ਮਾਮਲਾ ਦਿੰਦੇ ਸੀਗੇ, ਠੀਕ ਹੈ। ਓਨਰਸ਼ਿਪ ਰਾਈਟ ਸਰਕਾਰ ਨੇ ਕਦੋਂ ਦਿੱਤੇ? ਜਦੋਂ ਅਸੈਸਮੈਂਟਾਂ ਹੋਈਆਂ ਤੇ ਸਰਕਾਰ ਨੇ ਲੋਕਾਂ ਨੂੰ ਮਾਲਕ ਬਣਾਇਆ, ਮਾਲਕ ਬਣਾ ਕੇ ਉਹਨੂੰ ਕਿਹਾ ਵੀ ਆਹ ਪਾਰਟੀਕੂਲਰ ਨੰਬਰ ਜਿਹੜੇ ਹੈਗਾ ਤੂੰ ਵਾਹੇਂਗਾ, ਤੂੰ ਇਹਦਾ ਮਾਲਕ ਹੈਗਾ, ਤੂੰ ਇਸ ਦੀ ਜਿਹੜਾ ਹੈਗਾ ਲੈਂਡ ਨੂੰ ਅਦਾ ਕਰੇਗਾ। ਪਰ ਕਿ ਜੇਕਰ ਇੱਥੇ ਦੇਖੋ ਬਹੁਤ ਵੱਡੀ ਫਰਕ ਹੈਗਾ, ਜੇਕਰ ਕੋਈ ਮਾਲਕ ਕਹਿੰਦੇ ਰਿਫਿਊਜ਼ ਕਰ ਦੇਵੇ ਮੈਨੂੰ ਤਾਂ ਇਹ ਅਸੈਸਮੈਂਟ ਮਨਜ਼ੂਰ ਨਹੀਂ, ਦੈਨ ਜਿਹੜਾ ਕਬਜ਼ਾ ਹੈਗਾ ਸਰਕਾਰ ਉਸ ਜ਼ਮੀਨ ਦਾ, ਯਾਨੀ ਕਿ ਉਹ ਜਿਹੜੀ ਲੈਂਡ ਹੈਗੀ ਹੈ ਉਹਦੀ ਜਿਹੜੀ ਅਸੈਸਮੈਂਟ ਹੈ ਅਨਲਮੈਂਟ ਹੋ ਜਾਂਦੀ ਹੈ। ਅਨਲਮੈਂਟ ਬਹੁਤ ਵੱਡਾ ਜਿਹੜਾ ਹੈਗਾ ਆਰਡਰ ਹੈਗਾ, ਕਿਸੇ ਜ਼ਮੀਨ ਦੀ ਅਸੈਸਮੈਂਟ ਨੂੰ ਅਨਲ ਕਰ ਦੇਣਾ, ਯਾਨੀ ਕਿ ਉਹਦੀ ਜਿਹੜੇ ਰਾਈਟਸ ਨੇ, ਓਨਰਸ਼ਿਪ ਦੇ ਰਾਈਟਸ ਨੇ ਖਤਮ ਹੋ ਜਾਂਦੇ ਆ ਮਾਲਕ ਦੇ, ਉਹਦਾ ਕਬਜ਼ਾ ਸਰਕਾਰ ਕੋਲ ਆ ਜਾਂਦਾ ਹੈ। ਫਿਰ ਸਰਕਾਰ ਉਸ ਨੂੰ ਕੰਪਨਸੇਸ਼ਨ ਦੇ ਸਕਦੀ ਹੈ, ਪਰ ਗਵਰਨਮੈਂਟ ਉਸ ਨੂੰ ਆਪਣੇ ਤਰੀਕੇ ਨਾਲ ਫਿਰ ਉਹਦੀ ਵਾਹੀ ਕੀਤੀ ਪੈਦਾ ਕਰਦੀ ਹੈ, ਉਹਦੀ ਸੁਪਰਵਿਜ਼ਨ ਖੁਦ ਕਰਦੀ ਹੈ। ਇਸੇ ਤਰੀਕੇ ਇੱਥੇ ਵੀ ਕਿਹਾ ਗਿਆ ਸੈਕਸ਼ਨ 55 ਦੇ ਵਿੱਚ, ਜੇ ਕੋਈ ਵਿਅਕਤੀ ਅਸੈਸਮੈਂਟ ਨੂੰ ਰਿਫਿਊਜ਼ ਕਰ ਦੇਵੇ ਦੈਨ ਰੈਵਨਿਊ ਆਫਿਸਰ ਆਫਟਰ ਰਿਸੀਵਿੰਗ ਦਾ ਨੋਟਿਸ ਕਲੈਕਟਰ ਮੇ ਟੇਕ ਪੋਜੈਸ਼ਨ ਆਫ ਦਾ ਲੈਂਡ ਐਜ਼ ਅ ਅਨਲਮੈਂਟ ਆਰਡਰ। ਜਿਵੇਂ ਕਿ ਉਸ ਲੈਂਡ ਦੀ ਜਿਹੜੀ ਅਸੈਸਮੈਂਟ ਹੈ ਅਨਲ ਹੋ ਚੁੱਕੀ ਹੋਵੇ, ਅਸੀਂ ਰਿਕਵਰੀ ਆਫ ਲੈਂਡ ਰੈਵਨਿਊ ਦੇ ਵਿੱਚ ਅੱਗੇ ਸੈਕਸ਼ਨ 61 ਤੋਂ ਲੈ ਕੇ 90 ਤੱਕ ਸੈਕਸ਼ਨ ਜਦੋਂ ਪੜਾਂਗੇ ਅਸੀਂ ਉਦੋਂ ਦੇਖਾਂਗੇ ਅਨਲਮੈਂਟ ਕੀ ਹੁੰਦੀ ਹੈ, ਅਨਲਮੈਂਟ ਆਰਡਰ, ਅਨਲਮੈਂਟ ਆਫ ਦਾ ਅਸੈਸਮੈਂਟ ਕੀ ਹੁੰਦੀ ਹੈ, ਉਹਦੇ ਇਫੈਕਟ ਕੀ ਹੁੰਦੇ ਨੇ। ਜਿਵੇਂ ਅਨਲਮੈਂਟ ਆਫ ਦਾ ਅਸੈਸਮੈਂਟ ਦਾ ਇਫੈਕਟ ਹੁੰਦਾ ਹੈ, ਉਸੇ ਤਰੀਕੇ ਇਹਦਾ ਇਫੈਕਟ ਇੱਥੇ ਹੋਏਗਾ। ਕੀ ਹੋਏਗਾ? ਜੇ ਕੋਈ ਵਿਅਕਤੀ ਰਿਫਿਊਜ਼ ਕਰ ਦਿੰਦਾ ਅਸੈਸਮੈਂਟ ਨੂੰ ਤਾਂ ਜਿਹੜਾ ਰੈਵਨਿਊ ਆਫਿਸਰ ਹੈ, ਕਲੈਕਟਰ ਹੈਗਾ, ਉਸ ਜ਼ਮੀਨ ਦਾ ਕਬਜ਼ਾ ਲਏਗਾ। ਵਾਈਲ ਸਟੇਟ ਇਜ਼ ਇਨ ਦਾ ਪੋਜੈਸ਼ਨ ਆਫ ਦਾ ਕਲੈਕਟਰ, ਸਰਕਾਰ ਦੇ ਕਬਜ਼ੇ 'ਚ ਜਿਹੜੀ ਲੈਂਡ ਹੈ ਉਹ ਆ ਜਾਏਗੀ। ਲੈਂਡ ਓਨਰਸ ਆਰ ਐਂਟਾਈਟਲਡ ਟੂ ਰਿਸੀਵ ਅਲਾਉਂਸਸ
ਤਾਂ ਸਿਰਫ ਜਿਹੜਾ ਲੈਂਡ ਓਨਰ ਹੋਏਗਾ ਉਸ ਜ਼ਮੀਨ ਦਾ ਮਾਲਕ ਹੋਇਆ, ਜਿਹੜਾ ਕਹਾਂਦਾ ਸੀ ਵੀ ਮਾਲਕਾਂ, ਠੀਕ ਹੈ, ਉਹਨੂੰ ਕੀ ਦਿੱਤਾ ਜਾਏਗਾ, ਓਨਲੀ ਅਲਾਉਂਸ ਪੇ ਕੀਤਾ ਜਾਵੇਗਾ ਸਰਕਾਰ ਵੱਲੋਂ, not less than 5 to 10% of the net income of the land। ਜਿਹੜਾ ਅਲਾਉਂਸ ਦਿੱਤਾ ਜਾਵੇਗਾ ਉਹ ਕਿੰਨਾ ਹੋਏਗਾ, 5 ਤੋਂ ਲੈ ਕੇ 10% ਹੋਏਗਾ ਇਨਕਮ ਦਾ। ਨੈਕਸਟ ਸੈਕਸ਼ਨ 56 ਡਿਸਟ੍ਰੀਬਿਊਸ਼ਨ ਆਫ ਅਸੈਸਮੈਂਟ ਆਫ ਐਨ ਐਸਟੇਟ। ਆਪਾਂ ਪਹਿਲਾਂ ਉੱਪਰ ਵੀ ਗੱਲ ਕਰਕੇ ਗਏ ਹਾਂ, ਜਦੋਂ ਅਸੈਸਮੈਂਟ ਹੋ ਜਾਂਦੀ ਹੈ ਉਹਦੀ ਡਿਸਟ੍ਰੀਬਿਊਸ਼ਨ ਕੀਤੀ ਜਾਂਦੀ ਹੈ, ਪਰਚੀਆਂ ਵੰਡੀਆਂ ਜਾਂਦੀਆਂ ਨੇ ਵੀ ਕਿਸ ਖੇਵਟ ਨੂੰ, ਕਿਸ ਹੋਲਡਿੰਗ ਨੂੰ ਕਿੰਨਾ ਮਾਮਲਾ ਲਗਾਇਆ ਗਿਆ, ਕਿਸ ਹੋਲਡਿੰਗ ਨੂੰ ਕਿੰਨਾ ਮਾਮਲਾ ਲਗਾਇਆ, ਕਿਸ ਖੇਵਟ ਨੂੰ ਕਿੰਨਾ ਮਾਮਲਾ ਲਗਾਇਆ ਗਿਆ। ਇਹ ਡਿਸਟ੍ਰੀਬਿਊਸ਼ਨ ਹੁੰਦੀ ਹੈ, ਇਹ ਪਿੰਡ ਦੇ ਮਾਲਕਾਂ 'ਚ ਵੰਡੀ ਜਾਂਦੀ ਹੈ। ਤਾਂ if assessment is for the fixed term, revenue officer distribute the to the holdings before first installment is due। ਜਦੋਂ ਇਹ ਮਾਮਲੇ ਦੀ ਜਿਹੜੀ ਕਿਸ਼ਤ ਹੈ ਉਹ ਡਿਊ ਹੋ ਜਾਂਦੀ ਹੈ, ਉਸ ਤੋਂ ਪਹਿਲਾਂ ਤਾਂ ਕਿ ਵਾਲਾ ਸਮੇਂ ਸਿਰ ਮਾਮਲਾ ਅਦਾ ਕਰ ਸਕੇ, ਉਸ ਤੋਂ ਪਹਿਲਾਂ ਪਿੰਡ ਦੇ ਮਾਲਕਾਂ ਦੇ ਵਿੱਚ ਡਿਸਟ੍ਰੀਬਿਊਸ਼ਨ ਕੀਤੀ ਜਾਂਦੀ ਹੈ, ਮਨਾਦੀ ਕਰਾਈ ਜਾਂਦੀ ਹੈ, ਪੇਪਰ ਲਿਸਟ ਲਗਾਈ ਜਾਂਦੀ ਹੈ, ਸਾਂਝੀ ਥਾਂ ਤੇ ਲਗਾਈ ਜਾਂਦੀ ਹੈ, ਜਿੱਥੋਂ ਹਰ ਕੋਈ ਮਾਲਕ ਦੇਖ ਸਕੇ ਵੀ ਮੇਰੀ ਜ਼ਮੀਨ ਦਾ ਕਿੰਨਾ ਮਾਮਲਾ ਬਣਦਾ ਹੈ, ਮੇਰੀ ਜ਼ਮੀਨ ਦਾ ਕਿੰਨਾ ਮਾਮਲਾ ਬਣਦਾ ਹੈ। then subsection 2 ਹੈਗਾ 56 ਦਾ, ਕਲੈਕਟਰ may revise revenue record। ਦੇਖੋ ਜਦੋਂ ਅਸੈਸਮੈਂਟ ਹੋਈ, ਰੀਅਸੈਸਮੈਂਟ ਕੀਤੀ ਮੰਨ ਲਓ, ਠੀਕ ਹੈ, ਪਹਿਲਾ ਮਾਮਲਾ ਕਿਸੇ ਖੇਵਟ ਤੇ 50 ਰੁਪਏ ਲੱਗਿਆ ਹੋਇਆ ਸੀਗਾ, ਫਿਰ ਰਿਵਾਈਜ਼ ਕਰਕੇ ਮਾਮਲਾ 60 ਰੁਪਏ ਜਾਂ 65 ਰੁਪਏ ਬਣ ਗਿਆ, ਤਾਂ ਫਿਰ ਜਿਹੜਾ ਰੈਵਨਿਊ ਰਿਕਾਰਡ ਹੈਗਾ ਉਹਦੇ ਵਿੱਚ ਵੀ ਅਮੈਂਡਮੈਂਟ ਹੁੰਦੀਆਂ ਨੇ, ਠੀਕ ਹੈ ਜੀ। ਕਲੈਕਟਰ may revise the revenue record and publish the record during the assessment। ਜਦੋਂ ਅਸੈਸਮੈਂਟ ਹੋ ਰਹੀ ਹੈ, ਅਸੈਸਮੈਂਟ ਫਾਈਨਲ ਹੋ ਚੁੱਕੀ ਹੈ, ਲੈਂਡ ਰੈਵਨਿਊ ਰਿਕਾਰਡ ਦੇ ਵਿੱਚ ਵੀ ਸਰਕਾਰ ਜਿਹੜੀ ਹੈਗੀ ਹੈ ਅਮੈਂਡਮੈਂਟ ਕੀਤੀ ਜਾਏਗੀ, ਤੇ ਫਿਰ ਜਿਹੜਾ ਪਬਲਿਸ਼ ਵੀ ਕੀਤਾ ਜਾਏਗਾ ਰਿਕਾਰਡ, ਤਾਂ ਕਿ ਹਰ ਮਾਲਕ ਨੂੰ ਪਤਾ ਲੱਗ ਜਾਵੇ ਮੈਨੂੰ ਹੁਣ ਮਾਮਲਾ ਕਿੰਨਾ ਬਣ ਗਿਆ। ਰੈਵਨਿਊ ਆਫਿਸਰ ਪਬਲਿਸ਼ ਅ ਲਿਸਟ ਆਫ ਦਾ ਲੈਂਡ ਰੈਵਨਿਊ 1 month ਬਿਫੋਰ ਦਾ ਫਸਟ ਇੰਸਟਾਲਮੈਂਟ ਇਜ਼ ਡਿਊ। ਜਦੋਂ ਫਸਟ ਇੰਸਟਾਲਮੈਂਟ ਡਿਊ ਹੁੰਦੀ ਹੈਗੀ ਹੈ, ਮੰਨ ਲਓ ਜਿਹੜਾ ਹੈਗਾ ਮਾਮਲਾ ਕਿਹੜੇ ਮਹੀਨੇ 'ਚ ਕੀਤਾ ਜਾਣਾ ਹੈ, ਅਦਾ ਕੀਤਾ ਜਾਣਾ ਹੈ, ਉਸ ਤੋਂ 1 ਮਹੀਨਾ ਪਹਿਲਾਂ, ਘੱਟੋ ਘੱਟ 1 ਮਹੀਨਾ ਪਹਿਲਾਂ ਜਿਹੜਾ ਹੈਗਾ ਜਿਹੜੀ ਲਿਸਟ ਹੈ ਉਹ ਪਿੰਡ ਦੇ ਮਾਲਕਾਂ ਕੋਲੇ ਪਹੁੰਚਣੀ ਚਾਹੀਦੀ ਹੈ, ਤਾਂ ਕਿ ਮਾਲਕ ਨੂੰ ਪਤਾ ਲੱਗੇ ਵੀ ਮੇਰੇ ਵੱਲ ਕਿੰਨਾ ਮਾਮਲਾ ਬਣਦਾ ਹੈ। ਸੈਕਸ਼ਨ 57 'ਚ ਕੀ ਹੈਗਾ, ਐਪਲੀਕੇਸ਼ਨ ਫਾਰ ਦਾ ਅਨਾਉਂਸ ਅਮੈਂਡਮੈਂਟ ਆਫ ਡਿਸਟ੍ਰੀਬਿਊਸ਼ਨ ਆਫ ਐਨ ਅਸੈਸਮੈਂਟ। ਜਦੋਂ ਡਿਸਟ੍ਰੀਬਿਊਸ਼ਨ ਹੋ ਗਈ, ਪਿੰਡ ਦੇ ਮਾਲਕਾਂ 'ਚ ਲਿਸਟ ਪਹੁੰਚ ਗਈ, ਪਿੰਡ ਦੇ ਸਾਂਝੀ ਥਾਂ ਤੇ ਵੀ ਲਿਸਟ ਲੱਗ ਗਈ, ਠੀਕ ਹੈ, ਤਾਂ ਕੀ ਹੈਗਾ, ਐਨੀ ਪਰਸਨ ਅਫੈਕਟਡ ਬਾਈ ਦਾ ਰਿਕਾਰਡ, ਜੋ ਕੋਈ ਵਿਅਕਤੀ ਉਹਨੂੰ ਲੱਗਦਾ ਵੀ ਮੇਰਾ ਰਿਕਾਰਡ ਗਲਤ ਬਣ ਗਿਆ, ਮੇ ਬੀ ਦਿਨ 30 days, ਵੀ ਅਦਰਵਾਈਜ਼ ਤਾਂ ਮੇਰੀ ਅਸੈਸਮੈਂਟ ਠੀਕ ਹੋਈ ਸੀਗੀ, ਪਰ ਰਿਕਾਰਡ ਦੇ ਵਿੱਚ ਕੋਈ ਗਲਤੀ ਹੋ ਗਈ, ਰਿਕਾਰਡ ਤੇ ਲਗਾਉਣ ਵੇਲੇ ਗਲਤੀ ਹੋ ਗਈ। ਐਨੀ ਪਰਸਨ ਅਫੈਕਟਡ ਬਾਈ ਦਾ ਰਿਕਾਰਡ ਮੇ ਬੀ ਦਿਨ 30 days from the publication present a petition to the revenue officer for the reconciliation of the record। ਦੁਬਾਰਾ ਰਿਕਾਰਡ ਨੂੰ ਦੇਖਣ ਦੀ ਖਾਤਰ, ਵਾਚਣ ਦੀ ਖਾਤਰ ਰੈਵਨਿਊ ਆਫਿਸਰ ਨੂੰ ਅਰਜ਼ੀ ਦੇ ਸਕਦਾ ਹੈ 30 ਦਿਨ ਦੇ ਅੰਦਰ ਆਊਟ ਆਫ ਦਾ ਰੈਵਨਿਊ ਆਫਿਸਰ ਔਨ ਦਾ ਪਟੀਸ਼ਨ ਵਿਦ ਰੀਜ਼ਨਸ। ਜੇ ਰੈਵਨਿਊ ਆਫਿਸਰ ਨੇ ਉਸ ਦੀ ਪਟੀਸ਼ਨ ਦੇ ਕੋਈ ਆਰਡਰ ਕਰਨੇ ਨੇ ਤਾਂ ਉਹ ਵਿਦ ਰੀਜ਼ਨਸ ਕਰੇਗਾ, ਇੱਦਾਂ ਹੀ ਨਹੀਂ ਯੈਸ ਨੋ ਨਹੀਂ ਕੀਤੀ ਜਾਏਗੀ ਵੀ ਹਾਂ ਠੀਕ ਹੈ ਗਲਤ ਹੈ, ਰੀਜ਼ਨ ਦਿੰਦੇ ਹੋਏ ਜਿਹੜਾ ਆਰਡਰ ਰੈਵਨਿਊ ਆਫਿਸ ਵੱਲੋਂ ਪਾਸ ਕੀਤਾ ਜਾਏਗਾ। then 58 appeals from the orders under section 52 57। 57 ਚ ਕੀ ਆ, ਮੰਨ ਲਓ ਕਿਸੇ ਵਿਅਕਤੀ ਨੇ ਕਿਹਾ ਮੇਰਾ ਰਿਕਾਰਡ ਗਲਤ ਬਣ ਗਿਆ, ਰੈਵਨਿਊ ਆਫਿਸਰ ਨੇ ਕਿਹਾ ਨਹੀਂ ਰਿਕਾਰਡ ਠੀਕ ਹੈ, ਉਹਦੀ ਜਿਹੜੀ ਐਪਲੀਕੇਸ਼ਨ ਰਿਜੈਕਟ ਹੋ ਗਈ। ਜਾਂ 52 ਦੇ ਵਿੱਚ ਅਰਜ਼ੀ ਦਿੱਤੀ ਸੀ ਵਿਅਕਤੀ ਨੇ, ਉਹਦੀ ਅਰਜ਼ੀ ਰਿਜੈਕਟ ਹੋ ਗਈ, ਤਾਂ ਇੱਥੇ ਜਿਹੜਾ ਹੈਗਾ ਮਤਲਬ ਕਿ ਕਿਸੇ ਵਿਅਕਤੀ ਨਾਲ ਕੋਈ ਬੇਇਨਸਾਫੀ ਨਾ ਹੋ ਜਾਵੇ, ਇਸ ਕਰਕੇ ਸੈਕਸ਼ਨ 58 ਦੇ ਵਿੱਚ ਪ੍ਰੋਵੀਜ਼ਨ ਦਿੱਤੀ ਗਈ ਹੈ ਸ਼ੈਲ ਲਾਈ ਟੂ ਦਾ ਕਮਿਸ਼ਨਰ। ਇਹਦੀ ਜਿਹੜੀ ਅਪੀਲ ਹੈ ਇਸ ਆਰਡਰ ਦੇ ਖਿਲਾਫ, ਇਸ ਅਪੀਲ ਇਹਦੀ ਅਪੀਲ ਫਾਈਲ ਕਰ ਸਕਦਾ ਹੈ ਕਮਿਸ਼ਨਰ ਦੇ ਕੰਸਰਨ ਵਿਅਕਤੀ, ਜਿਹੜਾ ਅਗਰੀਡ ਪਰਸਨ ਹੈਗਾ ਜਿਹਦੀ ਐਪਲੀਕੇਸ਼ਨ ਤਹਿਸੀਲਦਾਰ ਵੱਲੋਂ ਜਾਂ ਰੈਵਨਿਊ ਆਫਿਸਰ ਵੱਲੋਂ ਰਿਜੈਕਟ ਕੀਤੀ ਗਈ ਹੈ, ਉਹ ਕਮਿਸ਼ਨਰ ਦੇ ਅਪੀਲ ਫਾਈਲ ਕਰ ਸਕਦਾ ਹੈ। ਜੇਕਰ ਕਮਿਸ਼ਨਰ ਦਾ ਜਿਹੜਾ ਆਰਡਰ ਹੈ ਉਦੋਂ ਵੀ ਉਹ ਸੈਟੀਸਫਾਈ ਨਹੀਂ ਹੈਗਾ, ਦੈਨ ਉਹ ਐਫਸੀਆਰ ਦੇ ਅਪੀਲ ਫਾਈਲ ਕਰ ਸਕਦਾ ਹੈ। ਨੈਕਸਟ ਹੈ ਸੈਕਸ਼ਨ 59 ਸਪੈਸ਼ਲ ਅਸੈਸਮੈਂਟ। ਜਿਵੇਂ ਆਪਾਂ ਪਹਿਲਾਂ ਇਨੀਸ਼ੀਅਲ ਸਟੇਜ ਤੇ ਪੜ੍ਹਿਆ ਸੀ ਵੀ ਅਸੈਸਮੈਂਟ ਤੇ ਸਪੈਸ਼ਲ ਅਸੈਸਮੈਂਟ ਕੀ ਹੁੰਦਾ ਹੈ। ਸਪੈਸ਼ਲ ਅਸੈਸਮੈਂਟ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਜ਼ਮੀਨ ਦੀ ਜਿਹੜੀ ਵੈਲਿਊ ਹੈਗੀ ਹੈ ਜਾਂ ਵੱਧ ਜਾਵੇ ਜਾਂ ਘਟ ਜਾਵੇ, ਜਾਂ ਕੋਈ ਹੋਰ ਰੀਜ਼ਨ ਵੀ ਹੋ ਸਕਦਾ ਹੈ। ਉਹਦੇ ਕਿਹੜੇ ਰੀਜ਼ਨ ਆਪਾਂ ਡਿਸਕਸ ਕਰਦੇ ਹਾਂ। ਸਪੈਸ਼ਲ ਅਸੈਸਮੈਂਟ ਸਬਸੈਕਸ਼ਨ 1 ਸਪੈਸ਼ਲ ਅਸੈਸਮੈਂਟ ਬਾਈ ਰੈਵਨਿਊ ਆਫਿਸਰਸ ਇਨ ਦਾ ਫੋਲੋਇੰਗ ਕੇਸਿਸ। ਕਿਹੜੇ ਕੇਸ ਨੇ ਥੱਲੇ ਦੱਸੇ ਗਏ ਨੇ।
when the land revenue assigned resumed, ਕਿਸੇ ਵਿਅਕਤੀ ਨੂੰ ਲੈਂਡ ਰੈਵਨਿਊ ਅਸਾਈਨ ਕੀਤਾ ਗਿਆ ਸੀ 2003 ਪਿੰਡ ਦਾ ਜਿਹੜਾ ਮਾਮਲਾ ਸੀਗਾ ਉਹ ਅਸਾਈਨ ਕੀਤਾ ਗਿਆ ਸੀ ਕਿਸੇ ਜ਼ਗੀਰਦਾਰ ਨੂੰ ਕੀਤਾ ਗਿਆ ਸੀ, ਉਹ ਮਾਮਲਾ ਜਿਹੜਾ ਵਾਪਸ ਲਿਆ ਗਿਆ, ਰਿਜ਼ਿਊਮ ਕਰ ਲਿਆ ਸਰਕਾਰ ਨੇ, ਠੀਕ ਹੈ। ਤਾਂ ਫਿਰ ਉਸ ਰਕਬੇ ਦੀ ਜਿਹੜੀ ਅਸੈਸਮੈਂਟ ਹੈ ਦੁਬਾਰਾ ਕੀਤੀ ਜਾ ਸਕਦੀ ਹੈ। ਜਾਂ ਫਿਰ ਸਰਕਾਰ ਦੇ ਕੋਲੇ ਕੋਈ ਇਦਾਂ ਦੀ ਜ਼ਮੀਨ ਵੇਸਟ ਲੈਂਡ ਪਈ ਸੀਗੀ, ਉਹ ਲੈਂਡ ਨੂੰ ਸਰਕਾਰ ਨੇ ਸੋਲਡ ਕਰ ਦਿੱਤਾ ਜਾਂ ਲੀਜ਼ ਕਰ ਦਿੱਤੀ ਗਵਰਨਮੈਂਟ ਨੇ, ਠੀਕ ਹੈ। ਉਹ ਜਿਹੜਾ ਰਕਬਾ ਹੈਗਾ ਉਹਦੀ ਵੀ ਜਿਹੜੀ ਹੈਗੀ ਹੈ ਸਪੈਸ਼ਲ ਅਸੈਸਮੈਂਟ ਕੀਤੀ ਜਾ ਸਕਦੀ ਹੈ। ਗਵਰਨਮੈਂਟ ਨੇ ਕੋਈ ਜੰਗਲਾਤ ਦਾ ਏਰੀਆ ਸੀਗਾ, ਕੋਈ ਵੇਸਟ ਲੈਂਡ ਸਰਕਾਰ ਦੇ ਕੋਲੇ ਪਈ ਸੀਗੀ, ਸਰਕਾਰ ਨੇ ਉਹਨੂੰ ਜਾਂ ਤਾਂ ਲੀਜ਼ ਕਰ ਦਿੱਤਾ ਕਿਸੇ ਵਿਅਕਤੀ ਨੂੰ ਜਾਂ ਫਿਰ ਉਹਨੂੰ ਸੈਲ ਕਰ ਦਿੱਤਾ, ਉਹਦੀ ਵੀ ਅਸੈਸਮੈਂਟ ਦੁਬਾਰਾ ਕਰਾਈ ਜਾ ਸਕਦੀ ਹੈ। ਇਸੇ ਤਰੀਕੇ ਅਸੈਸਮੈਂਟ ਅਨਲਡ ਔਰ ਰਿਫਿਊਜ਼ਲ, ਦੋ ਕਾਰਨ ਇਹ ਵੀ ਨੇ, ਜਾਂ ਕਿਸੇ ਵਿਅਕਤੀ ਦੀ ਜਿਹੜੀ ਅਸੈਸਮੈਂਟ ਹੈ ਨਲ ਹੋ ਚੁੱਕੀ ਹੋਵੇ। ਜਦੋਂ ਅਸੈਸਮੈਂਟ ਅਨਲ ਹੋ ਗਈ ਇਟ ਮੀਨਸ ਅਸੈਸਮੈਂਟ ਖਤਮ ਹੋ ਗਈ। ਜੇ ਖਤਮ ਹੋ ਗਈ ਤਾਂ ਉਸਨੂੰ ਦੁਬਾਰਾ ਅਸੈਸ ਤਾਂ ਕਰਿਆ ਜਾ ਸਕਦਾ ਹੈ। ਕਦੋਂ ਕਰਿਆ ਜਾ ਸਕਦਾ, ਇਹਦੇ ਕਾਰਨ ਵੱਖਰੇ ਵੱਖਰੇ ਹੋ ਸਕਦੇ ਨੇ। ਜਾਂ ਕਿਸੇ ਵਿਅਕਤੀ ਨੇ ਰਿਫਿਊਜ਼ ਕਰ ਦਿੱਤਾ ਹੋਵੇ ਆਪਦੀ ਅਸੈਸਮੈਂਟ ਨੂੰ, ਠੀਕ ਹੈ, ਉਹਦੀ ਅਸੈਸਮੈਂਟ ਵੀ ਦੁਬਾਰਾ ਕੀਤੀ ਜਾ ਸਕਦੀ ਇੱਕ ਵਾਰੀ ਰਿਫਿਊਜ਼ਲ ਤੋਂ ਬਾਅਦ। ਜਾਂ ਫਿਰ ਵਾਟਰ ਸੈਂਡ ਕਲੈਮਿਟੀ ਰਿਕੁਆਇਰ ਅਸੈਸਮੈਂਟ, ਜੇ ਜਾਂ ਕਿਤੇ ਪਾਣੀ ਦਾ ਜਿਹੜਾ ਹੈਗਾ ਸਲਾਬ ਚੜ੍ਹ ਗਈ ਕਿਸੇ ਜ਼ਮੀਨ ਨੂੰ, ਖੇਤਾਂ ਦੇ ਖੇਤ ਖਰਾਬ ਹੋ ਗਏ ਜਾਂ ਰੇਤਾ ਚੜ੍ਹ ਗਿਆ ਜਾਂ ਨੈਚੁਰਲ ਕਲੈਮਿਟੀ ਹੋਣ ਦੇ ਕਰਕੇ ਜਿਹੜੀ ਪੈਦਾਵਾਰ ਹੈ ਖਤਮ ਹੋ ਗਈ, ਠੀਕ ਹੈ, ਉੱਥੇ ਪਿੰਡ ਦੇ ਮਾਲਕਾਂ ਨੂੰ ਜਿਹੜਾ ਮਾਮਲਾ ਦੇਣਾ ਔਖਾ ਹੋ ਗਿਆ ਤੇ ਉਹ ਕਹਿੰਦੇ ਵੀ ਸਾਡਾ ਹੁਣ ਸਾਡੀ ਜਦੋਂ ਪੈਦਾਵਾਰ ਨਹੀਂ ਸੀ, ਮਾਮਲਾ ਦੇਈਏ ਕਿੱਥੋਂ, ਠੀਕ ਹੈ। ਦੈਨ ਉਸ ਏਰੀਆ ਦੀ ਜਿਹੜੀ ਸਪੈਸ਼ਲ ਅਸੈਸਮੈਂਟ ਕਰਕੇ ਜਿਹੜਾ ਮਾਮਲਾ ਉਹਦਾ ਘਟਾਇਆ ਜਾ ਸਕਦਾ ਜਾਂ ਫਾਰ ਦਾ ਟਾਈਮਿੰਗ ਸਸਪੈਂਡ ਵੀ ਕੀਤਾ ਜਾ ਸਕਦਾ ਹੈਗਾ ਜਾਂ ਘਟਾਇਆ ਜਾ ਸਕਦਾ ਹੈ। ਜਾਂ ਫਿਰ ਈ ਪਾਰਟ ਕਿਆ ਨੈਚੁਰਲ ਪ੍ਰੋਡਕਟਸ, ਮਿਲਸ ਫਿਸ਼ਰੀਜ਼ ਵਗੈਰਾ, ਕੋਈ ਨੈਚੁਰਲ ਪ੍ਰੋਡਕਟ ਮਿਲ ਗਏ ਕਿਸੇ ਲੈਂਡ ਦੇ ਵਿੱਚ ਜਿਹਦੇ ਨਾਲ ਜਿਹੜੀ ਜ਼ਮੀਨ ਦੀ ਜਿਹੜੀ ਵੈਲਿਊ ਹੈਗੀ ਹੈ ਨੈਟ ਜਿਹੜੀ ਅਸੈਟਸ ਹੈਗੇ ਆ ਜਿਹੜੀ ਉਹਦੀ ਵੈਲਿਊ ਜ਼ਮੀਨ ਦੀ ਵੱਧ ਗਈ। ਜ਼ਮੀਨ ਦੀ ਵੈਲਿਊ ਵਧਣ ਦੇ ਨਾਲ ਸਰਕਾਰ ਆਪਦੀ ਇਨਕਮ ਵਧਾਉਣ ਦੀ ਖਾਤਰ ਉਸ ਏਰੀਆ ਦੀ ਜਿਹੜੀ ਹੈਗੀ ਹੈ ਸਪੈਸ਼ਲ ਅਸੈਸਮੈਂਟ ਕਰਾ ਕੇ ਉਹਦੀ ਜਿਹੜੀ ਹੈਗੀ ਮਾਮਲਾ ਵਧਾਇਆ ਜਾ ਸਕਦਾ ਹੈ। ਜਾਂ ਇਹ ਕਹੇਗਾ ਐਫ ਦੇ ਵਿੱਚ ਕਹੇਗਾ ਕਾਈਂਡ ਆਫ ਦਾ ਲੈਂਡ ਹੈ ਚੇਂਜ, ਜ਼ਮੀਨ ਦੀ ਜਿਹੜੀ ਕਿਸਮ ਹੈ ਉਹ ਬਦਲ ਗਈ, ਪਹਿਲਾਂ ਬਰਾਨੀ ਸੀ ਮੁੜ ਕੇ ਜ਼ਮੀਨ ਚਾਹੀ ਹੋ ਗਈ, ਠੀਕ ਹੈ, ਤਾਂ ਵੀ ਜਿਹੜੀ ਅਸੈਸਮੈਂਟ ਦੁਬਾਰਾ ਕਰਾਈ ਜਾ ਸਕਦੀ ਹੈ। ਨੌਨ ਐਗਰੀਕਲਚਰ ਯੂਜ਼ ਦੇ ਵਿੱਚ ਜਿੱਥੇ ਕਿਤੇ ਜੀ ਪਾਰਟ ਦੀ ਗੱਲ ਕੀਤੀ ਗਈ ਵੀ ਜਿੱਥੇ ਕਿਤੇ ਪੱਠੇ ਲੱਗ ਗਏ, ਫੈਕਟਰੀਆਂ ਲੱਗ ਗਈਆਂ, ਸਿਨੇਮਾ ਹਾਲ ਬਣ ਗਏ, ਸ਼ਾਪਸ ਬਣ ਗਈਆਂ, ਮਾਲ ਬਣ ਗਈਆਂ, ਹੋਟਲਸ ਬਣ ਗਏ, ਜਿਹੜੀ ਨੌਨ ਉੱਥੇ ਵੀ ਜਿਹੜੀ ਲੈਂਡ ਹੈਗੀ ਹੈ ਉਹਦੀ ਵੀ ਸਪੈਸ਼ਲ ਅਸੈਸਮੈਂਟ ਕਰਵਾ ਕੇ ਸਰਕਾਰ ਉਹਦਾ ਮਾਮਲਾ ਜਿਹੜਾ ਵਧਾ ਸਕਦੀ ਹੈ। ਕੁਝ ਪ੍ਰੋਵੀਜ਼ਨ ਦਿੱਤੀਆਂ ਗਈਆਂ ਨੇ ਵੀ ਜੇ ਤੁਸੀਂ ਇਸ ਗੱਲ ਨੂੰ ਜਿਹੜੀ ਜੀ ਕਲੌਜ਼ ਹੈਗੀ ਹੈ, ਜੀ ਕਲੌਜ਼ ਦੇ ਵਿੱਚ ਜੇ ਕੋਈ ਗਾਰਡਨ ਵਾਲੇ ਨੇ ਘਰ ਤੇ ਬਣਾ ਲਿਆ, ਹੋਰ ਬਣਾ ਲਿਆ, ਮਾਲਕ ਨੇ ਆਪਣੇ ਘਰ ਦੇ ਵਿੱਚ ਕੋਈ ਇਦਾਂ ਦੀ ਗੱਲ ਕਰ ਲਈ ਤਾਂ ਉਹ ਇਹਦੇ ਤੇ ਲਾਗੂ ਨਹੀਂ ਹੁੰਦੀ ਹੈਗੀ। ਨੈਕਸਟ ਸਬਸੈਕਸ਼ਨ 2 ਹੈਗਾ FCR may confirm any assessment made under this section। FCR ਜਿਹੜਾ ਹੈ ਕਨਫਰਮ ਕਰ ਸਕਦੇ ਨੇ ਇਸ ਸੈਕਸ਼ਨ ਦੇ ਤਹਿਤ ਜਿਹੜੀ ਕੋਈ ਅਸੈਸਮੈਂਟ ਕੀਤੀ ਜਾਂਦੀ ਹੈ, ਸਪੈਸ਼ਲ ਅਸੈਸਮੈਂਟ ਕੀਤੀ ਜਾਂਦੀ ਹੈ ਤਾਂ FCR ਵੱਲੋਂ ਕਨਫਰਮ ਕੀਤੀ ਜਾਊਗੀ। ਵੈਸੇ ਦੇਖੋ ਸਰਕਾਰ ਵੱਲੋਂ ਕਿਹਾ ਗਿਆ ਅਸੈਸਮੈਂਟ ਕਨਫਰਮ ਕੀਤੀ ਜਾਂਦੀ ਹੈ, ਪਰ ਇੱਥੇ ਆ ਕੇ ਗੱਲ ਕੀਤੀ ਗਈ FCR ਦੀ। FCR may confirm any assessment made under this section। ਇਸ ਸੈਕਸ਼ਨ ਦੇ ਤਹਿਤ ਜੇ ਕੋਈ ਅਸੈਸਮੈਂਟ ਦੁਬਾਰਾ ਹੁੰਦੀ ਹੈ ਤਾਂ ਉਹਨੂੰ FCR ਵੀ ਕਨਫਰਮ ਕਰ ਸਕਦਾ ਹੈ। ਰੈਵਨਿਊ ਆਫੀਸਰ ਫੋਲੋ ਦਾ ਪ੍ਰੋਵੀਜ਼ਨਸ ਆਫ ਦਾ ਜਨਰਲ ਅਸੈਸਮੈਂਟ, ਜਦੋਂ ਅਸੈਸਮੈਂਟ ਕੀਤੀ ਜਾਣੀ ਹੈ ਤਾਂ ਜਿਹੜੀ ਜਨਰਲ ਅਸੈਸਮੈਂਟ ਦੀਆਂ ਪ੍ਰੋਵੀਜ਼ਨਸ ਨੇ ਉਹੀ ਰੈਵਨਿਊ ਆਫੀਸਰ ਵੱਲੋਂ ਫੋਲੋ ਕੀਤੀਆਂ ਜਾਣਗੀਆਂ। ਖਤਮ ਹੋ ਗਿਆ। ਇਹਦੇ ਨਾਲ ਜਿਹੜਾ ਆਪਣਾ ਇਹ ਚੈਪਟਰ ਹੈਗਾ ਨਹੀਂ ਥੋੜਾ ਜਿਹਾ ਚਲੋ ਇੱਕ ਮਿੰਟ। ਸੈਕਸ਼ਨ 60 ਹੈਗਾ ਪਾਵਰ ਟੂ ਮੇਕ ਰੂਲਸ। ਕਿੰਨਾ ਟਾਈਮ ਹੋ ਗਿਆ? ਠੀਕ ਹੈ ਜੀ, ਅੱਜ ਦਾ ਜਿਹੜਾ ਲੈਕਚਰ ਆਪਾਂ ਇੱਥੇ ਖਤਮ ਕਰਾਂਗੇ ਕਿਉਂਕਿ ਟਾਈਮ ਹੈ, ਸਭ ਨੇ ਆਫਿਸ ਜਾਣਾ ਆਪਣੇ ਆਪਣੇ। ਕਿਸ ਦਾ ਕੋਈ ਕੁਐਸਚਨ ਹੈ, ਕੋਈ ਕੁਆਰੀ ਹੈ ਤਾਂ ਕਰ ਸਕਦਾ ਹੈ ਜੀ। किसी की कोई प्रॉब्लम होवे दस सकता है। हेलो हाँ जी सर, बुक का नेम की है ना? लैंड रेवेन्यू एक्ट, पंजाब लैंड रेवेन्यू एक्ट 1887। ਜਿਹੜਾ ਅੱਜ ਆਪਾਂ ਚੈਪਟਰ ਪੜ੍ਹਿਆ ਜੀ ਇਹ ਪੇਪਰ 'ਚ ਅਕਸਰ ਆਉਂਦਾ ਹੈ, ਜ਼ਰੂਰ ਆਉਂਦਾ ਹੈ। ਓਕੇ ਹਾਂ ਥੋੜਾ ਟਫ ਤਾਂ ਜ਼ਰੂਰ ਹੈਗਾ ਪਰ ਫਿਰ ਵੀ ਇੱਕ ਵਾਰੀ ਰਿਵਾਈਜ਼ ਕਰ ਲਿਓ ਤੁਸੀਂ ਇੱਕ ਦੋ ਵਾਰੀ। ਜੇ ਕਿਸੇ ਨੂੰ ਕੋਈ ਦਿੱਕਤ ਆਵੇ ਦੈਨ ਫਿਰ ਵੀ ਅਸੀਂ ਆਪਾਂ ਦੁਬਾਰਾ
ਕਿਸੇ ਇਸ਼ੂ ਤੇ ਕੋਈ ਪ੍ਰੋਬਲਮ ਆਉਂਦੀ ਹੈ, ਕਿ ਸਮਝ 'ਚ ਕੋਈ ਦਿੱਕਤ ਆਉਂਦੀ ਹੈ, ਕਿਸੇ ਵੇਲੇ ਵੀ ਕੋਈ ਕੁਐਸਚਨ ਕਰ ਸਕਦੇ ਹੋ। ਸਰ ਬਾਕੀ ਜਿਹੜੀ ਬੁੱਕਸ ਨੇ ਉਹ ਵੀ ਵਿੱਚ ਗਰੁੱਪ 'ਚ ਸੈਂਡ ਕਰ ਦੇਣਾ ਸਰ, ਨਵੇਂ ਬੁੱਕਸ। ਓਕੇ 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 ਠੀਕ ਹੈ, ਪਾ ਦਾਂਗੇ ਗਰੁੱਪ ਦੇ ਵਿੱਚ, ਕਿਹੜੇ ਗਰੁੱਪ 'ਚ ਪਾ ਦੇਣਾ ਹੈ ਨਾ। ਐਨੀ ਕੁਐਸਚਨ, ਕੋਈ ਦਿੱਕਤ ਤਾਂ ਨਹੀਂ ਜੀ, ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਗੌਰਵ? ਗੌਤਮ ਜੀ ਠੀਕ ਹੋ? नहीं सर, बढ़िया सर, ठीक ठाक। ਰਾਮਗੜ੍ਹ ਜੀ ਕਿਵੇਂ ਲੱਗਿਆ ਲੈਕਚਰ, ਠੀਕ ਲੱਗਿਆ? ਗੁਰਚਰਨ ਸਿੰਘ हाँ जी सर, प्लीज। ठीक है, कोई दिक्कत नहीं है? नहीं नहीं अगर हो रहा है क्लासा पहला तो साढ़े क्लासा ऑनलाइन लगती है पहला। ओके हाँ, ओके 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 ठीक है ठीक है ओके ओके, थैंक यू। Thank you, sir. क्लास थैंक यू। इज ओवर, थैंक यू वेरी मच। ओके।